ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम दावर्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿੱਚ ਉਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 18 जनवरी 2023 6 माघ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੋ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸ਼ਰਨਦੀਪ ਸਿੰਘ ਸਰਕਾਰੀ ਅਜੇ ਵੱਲੋਂ। ਸੋ ਇਹਨਾਂ ਨੇ ਇਹੋ ਬੇਨਤੀ ਕੀਤੀ ਹੈ ਕਿ ਅਸੀਂ ਆਪਸੀ ਵਿਰੋਧ ਅਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੀਏ ਅਤੇ ਕੌਮੀ ਘਾਟ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਅਤੇ ਅਦਾਰਿਆਂ ਦੀ ਵੱਧ ਤੋਂ ਵੱਧ ਸਹਾਇਤਾ ਕਰੀਏ। ਸੋ ਗੁਰੂ ਸਾਹਿਬ ਆਪ ਸਹਾਈ ਹੋਣਗੇ ਔਰ ਅਸੀਂ ਇਹਨਾਂ ਔਖੇ ਹਾਲਾਤਾਂ ਵਿੱਚ ਬਾਹਰ ਨਿਕਲੀ ਅਤੇ ਆਪਸੀ ਪ੍ਰੇਮ ਸਹਿਚਾਰ ਨਾਲ ਕੌਮੀ ਘਾਟ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਯੋਗਦਾਨ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਰਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ 29 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਇਸ ਰੈਫਰੈਂਡਮ ਨੂੰ ਉਦੋਂ ਇੱਕ ਵੱਡੀ ਚੜ੍ਹਤ ਮਿਲੀ ਜਦੋਂ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੇ ਇੱਕ ਵੱਡੇ ਕਬੀਲੇ ਦੇ ਮੁਖੀ ਨੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਦਾ ਐਲਾਨ ਕੀਤਾ। ਸੋ ਜੀ ਨੇਸ਼ਨ ਦੇ ਫੋਰਨ ਅਫੇਅਰਸ ਮਿਨਿਸਟਰ ਵੱਲੋਂ 6 ਫॉर ਜਸਟਿਸ ਨਾਲ ਕੀਤੀ ਸਾਂਝੀ ਇੱਕ ਕਾਨਫਰੰਸ ਜਿਹੜੀ ਪ੍ਰੈਸ ਕਾਨਫਰੰਸ ਦੌਰਾਨ ਇਸ ਹਮਾਇਤ ਦਾ ਐਲਾਨ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦਾ ਸਾਡਾ ਪਹਿਲਾ ਸੈਗਮੈਂਟ ਜਿਹੜਾ ਬਾਬਾ ਰਾਮ ਸਿੰਘ ਜਿਨ੍ਹਾਂ ਨੇ ਕੂਕਾ ਲਹਿਰ ਨੂੰ ਹੀ ਨਹੀਂ ਜਨਮ ਦਿੱਤਾ, ਜਿਨ੍ਹਾਂ ਦੇ ਓਰੀਜਨਲ ਆਈਡੀਆਜ਼ ਵਰਲਡ ਹਿਸਟਰੀ ਦੇ ਵਿੱਚ ਰੈਕਗਨਾਈਜ਼ ਨੇ ਜੀ ਔਰ ਖਾਸ ਤੌਰ ਤੇ ਜਿਵੇਂ ਸਰ ਕਪੂਰ ਸਿੰਘ ਜਿਨ੍ਹਾਂ ਨੇ ਸਪਤ ਸ੍ਰਿੰਗ ਆਪਣੀ ਲਿਖਤ ਦੇ ਵਿੱਚ ਦੁਨੀਆ ਦੀਆਂ 7 ਮਹਾਨ ਹਸਤੀਆਂ ਚੋਂ ਬਾਬਾ ਰਾਮ ਸਿੰਘ ਨੂੰ ਪਹਿਲੇ ਨੰਬਰ ਤੇ ਰੱਖਿਆ ਕਿਉਂਕਿ ਉਹਨਾਂ ਦੇ ਐਫਰਟ ਦੇ ਨਾਲ ਹੀ ਉਹ ਥਾਟ ਜਿਸ ਨੂੰ ਬਾਅਦ ਚ ਗਾਂਧੀ ਨੇ ਆਪਣੇ ਨਾਂ ਪੇਟੈਂਟ ਕਰਵਾਇਆ ਨਾਨ ਕੋਆਪਰੇਸ਼ਨ ਔਰ ਮਸਇਆ ਬਣ ਗਿਆ ਪੀਸ ਦਾ। ਲੇਕਿਨ ਇਹ ਮੁਕੰਮਲ ਨਾਨ ਕੋਆਪਰੇਸ਼ਨ ਅੰਗਰੇਜ਼ਾਂ ਦੇ ਪੋਸਟ ਆਫਿਸਿਸ ਦਾ ਬਾਈਕਾਟ, ਉਹਨਾਂ ਦੇ ਪਹਿਰਾਵਿਆਂ ਦਾ ਬਾਈਕਾਟ, ਉਹਨਾਂ ਦੀ ਟ੍ਰੇਨਸ ਦਾ ਬਾਈਕਾਟ, ਉਹਨਾਂ ਦਾ ਹਰ ਸਿਸਟਮ ਜਿਹੜਾ ਉਸ ਨੂੰ ਨਕਾਰਨਾ ਤਾਂ ਕਿ ਜਿਹੜਾ ਸਵਰਾਜ ਹੈ ਜਾਂ ਸੈਲਫ ਰੂਲ ਹੈ ਉਹਨੂੰ ਹਾਸਲ ਕੀਤਾ ਜਾ ਸਕੇ। ਸੋ ਇਹ ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਰਿਹਾ ਕਿ ਜਿਨ੍ਹਾਂ ਸ਼ਖਸੀਅਤਾਂ ਨਾਲ ਅਸੀਂ ਬੇਇਨਸਾਫੀ ਕੀਤੀ ਹੈ ਇਤਿਹਾਸ ਬੇਸ਼ੱਕ ਕੂਕਿਆਂ ਦਾ ਵਰਤਾਰਾ ਬਾਬਾ ਰਾਮ ਸਿੰਘ ਨੂੰ ਜਲਾਵਤਨੀ ਦੇਣ ਤੋਂ ਬਾਅਦ ਕੀ ਹੋਇਆ ਜਾਂ ਅੱਜ ਉਹ ਕੀ ਕਰਦੇ ਨੇ ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਜਿਵੇਂ ਕੱਲਾ ਬਾਬਾ ਰਾਮ ਸਿੰਘ ਨੇ ਨਹੀਂ ਉਹਨਾਂ ਦੀ ਕਮਾਂਡ ਥੱਲੇ ਜਿਵੇਂ ਪਿਛਲਾ ਕੱਲ ਵੀ ਔਰ ਅੱਜ ਵੀ ਇਹ ਦੋਵੇਂ ਦਿਨ ਹੀ ਨੇ ਜਦੋਂ ਕਿ ਲਗਭਗ 66 ਦੇ ਕਰੀਬ ਕੂਕੇ ਜਿਨ੍ਹਾਂ ਨੂੰ ਤੋਪਾਂ ਸਾਹਮਣੇ ਬੰਨਿਆ ਗਿਆ ਔਰ ਉਹ ਸ਼ਬਦ ਪੜ੍ਹਦੇ ਆ ਜੈਕਾਰੇ ਗਜਾਉਂਦੇ ਆ ਉਹਨਾਂ ਨੇ ਸ਼ਹੀਦੀ ਪਾਈ। ਔਰ ਇਹ ਵੀ ਦਿਲਚਸਪੀ ਦਾ ਵਾਇਸ ਹੈ ਕਿ ਜਿਨ੍ਹਾਂ ਨੇ
ਬਹਾਦਰ ਸ਼ਾਹ ਜ਼ਫਰ ਦੇ ਉੱਤੇ ਬਹੁਤ ਕੁਝ ਲਿਖਿਆ ਹੈ। ਰੰਗੂਨ ਜਾ ਕੇ ਰਿਸਰਚਸ ਨੇ। ਇਹ ਵੀ ਹਕੀਕਤ ਹੈ ਕਿ ਜਿੱਥੇ ਬਹਾਦਰ ਸ਼ਾਹ ਜ਼ਫਰ ਨੂੰ ਜਿਸ ਘਰ ਦੇ ਵਿੱਚ ਜਲਾਵਤਨੀ ਦੌਰਾਨ ਰੱਖਿਆ ਗਿਆ ਸੀ, ਉਸ ਦੀ ਤਾਂ ਮੌਤ ਹੋ ਗਈ ਸੀ 1857 ਤੋਂ ਕੁਝ ਸਾਲ ਬਾਅਦ। ਔਰ ਉੱਥੇ ਹੀ ਜਦੋਂ ਬਾਬਾ ਰਾਮ ਸਿੰਘ ਨਾਮਧਾਰੀ ਜਿਹੜੇ ਨੇ ਉਹ ਜਲਾਵਤਨ ਕਰਕੇ ਭੇਜੇ ਗਏ, ਤਾਂ ਉਸੇ ਘਰ ਦੇ ਵਿੱਚ ਹੀ ਉਹਨਾਂ ਨੂੰ ਰੱਖਿਆ ਗਿਆ ਸੀ। ਸੋ ਬਹੁਤ ਸਾਰੇ ਦਰਸ਼ਕਾਂ ਨੂੰ ਨੇ ਕਿਹਾ ਕਿ ਵੀ ਸਾਨੂੰ ਤਾਂ ਇਹ ਪਤਾ ਵੀ ਨਹੀਂ ਸੀ ਕਿ ਇਸ ਕਿਸਮ ਦਾ ਇੰਨਾ ਵੱਡਾ ਕਰੈਕਟਰ। ਅਸੀਂ ਤਾਂ ਕੂਕਿਆਂ ਦੀਆਂ ਪੱਗਾਂ, ਇਹਨਾਂ ਨੂੰ ਵੀ ਪੁੱਠੀਆਂ ਪੱਗਾਂ ਕਹਿੰਦੇ ਆ। ਦੂਜਾ ਇਹੀ ਨਹੀਂ, ਜੇ ਤੁਸੀਂ ਈਵਨ ਗੁਰਮਤ ਸੰਗੀਤ ਦੇ ਹਵਾਲੇ ਨਾਲ, ਬਾਣੀ ਪੜ੍ਹਨ ਦੇ ਹਵਾਲੇ ਨਾਲ ਔਰ ਇਹ ਸਾਰਾ ਵੀ ਦੇਖੋਗੇ ਤਾਂ ਬਹੁਤ ਸਾਰੀਆਂ ਨਰੋਈਆਂ ਪਰੰਪਰਾਵਾਂ ਜਿਹੜੀਆਂ ਉਹਨਾਂ ਨੇ ਐਸਟੈਬਲਿਸ਼ ਕੀਤੀਆਂ, ਸਾਦਾ ਜੀਵਨ, ਸਾਦਾ ਪਹਿਰਾਵਾ, ਸਾਦੇ ਵਿਆਹ, ਵਿਮਨ ਐਜੂਕੇਸ਼ਨ, ਕੁੜੀ ਮਾਰ ਦੇ ਨਾਲ ਬਿਲਕੁਲ ਨਾ ਵਰਤਣ ਦੀ ਲਾਈਨ, ਇਹ ਮੱਚ ਬਿਫੋਰ ਸੀ ਜਦੋਂ ਕਿ ਅਜੇ ਬਾਕੀ ਸੁਧਾਰ ਦੀਆਂ ਗੱਲਾਂ ਕਰਨ ਵਾਲੇ ਜਾਂ ਵਿਮਨ ਐਜੂਕੇਸ਼ਨ ਔਰ ਦੂਸਰੀ ਤਾਂ ਬਹੁਤ ਬਾਅਦ ਦੇ ਵਿੱਚ ਆਉਂਦੀ ਹੈ। ਸੋ ਅਸੀਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਸਰਨਦੀਪ ਸਿੰਘ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ। ਇਹ ਸਰਕਾਰੀਆ ਫੈਮਿਲੀ, ਜਦੋਂ ਅਸੀਂ ਸਰਕਾਰ ਕਹਿੰਦੇ ਹਾਂ ਤੇ ਜ਼ਾਹਰ ਹੈ ਕਿ ਸਿੱਖ ਰਾਜ ਸਰਕਾਰੇ ਖਾਲਸਾ ਜੀਓ ਸੀ। ਔਰ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਜਾਂ ਸਰਕਾਰੇ ਦਰਬਾਰੇ ਸਿੱਖ ਰਾਜ ਵੇਲੇ ਉੱਚੇ ਅਹੁਦਿਆਂ ਤੇ ਜਾਂ ਫੌਜ ਜਾਂ ਦੂਜੇ 'ਚ ਸੀ, ਉਹਨਾਂ ਨੇ ਆਪਣੇ ਨਾਂ ਦੇ ਨਾਲ ਲਕਬ ਸਰਕਾਰੀਆ ਲਾਇਆ। ਸੋ ਇਹ ਕੋਈ ਜ਼ਾਤ ਨਹੀਂ ਹੈ ਜਾਂ ਨਾ ਹੀ ਕੋਈ ਹੋਰ ਪਛਾਣ ਹੈ, ਕਿਉਂਕਿ ਇਹਨਾਂ ਦਾ ਸੰਬੰਧ ਕੋਟ ਖਾਲਸਾ ਪਿੰਡ ਦੇ ਨਾਲ ਹੈ, ਜਿਨ੍ਹਾਂ ਦੀ ਜ਼ਮੀਨ 'ਚ ਖਾਲਸਾ ਕਾਲਜ ਬਣਿਆ। ਔਰ ਕੋਟ ਖਾਲਸਾ ਸਿੱਖ ਰਾਜ ਦੇ ਵੇਲੇ ਸਿੱਖ ਸਰਦਾਰਾਂ ਦਾ ਵੱਡਾ ਇੱਕ ਜਿਹੜਾ ਹੈ ਉਹ ਪਿੰਡ ਰਿਹਾ ਔਰ ਉਹਨਾਂ ਦਾ ਇੱਕ ਆਪਣਾ ਇਤਿਹਾਸ ਹੈ। ਸੋ ਅਸੀਂ ਇਹਨਾਂ ਦੇ ਬਜ਼ੁਰਗ ਵੀ ਸਾਡੇ ਨਾਲ ਬਹੁਤ ਸਨੇਹ ਕਰਦੇ ਸੀ, ਹੁਣ ਉਹ ਚੜ੍ਹਾਈ ਕਰ ਗਏ ਨੇ। ਔਰ ਇਹ ਦੋਵੇਂ ਭਰਾ ਸਰਨਦੀਪ ਸਿੰਘ ਔਰ ਗਨੀਮਤ ਸਿੰਘ ਪੰਥ ਪ੍ਰਸਤ ਨੇ ਆਪਣੇ ਸਟੂਡੈਂਟ ਡੇਜ਼ ਤੋਂ ਵੀ, ਔਰ ਹੁਣ ਵੀ ਜਿੱਥੇ ਉਹ ਸਫਲ ਕਾਰੋਬਾਰੀ ਨੇ, ਰੀਅਲ estate ਦਾ ਵੀ ਉਹਨਾਂ ਦਾ ਕੰਮ ਹੈ ਔਰ ਦੂਸਰਾ ਵੀ, ਉੱਥੇ ਆਵਾਜ਼ ਮਾਰਿਆ ਜਿਨ੍ਹਾਂ ਤੋਂ ਤੁਸੀਂ ਕੋਈ ਵੀ ਜਿਨ੍ਹਾਂ ਨੂੰ ਸੇਵਾ ਦੇ ਸਕਦੇ ਹੋ, ਕਹਿ ਸਕਦੇ ਹੋ, ਔਰ ਹਾਜ਼ਰ ਹੋਣ ਵਾਲਿਆਂ ਚੋਂ ਨੇ। ਔਰ ਉਹਨਾਂ ਨੇ ਬਿਲਕੁਲ ਠੀਕ ਕੌਮੀ ਪਿਆਰ ਦਾ, ਕੌਮੀ ਏਕਤਾ ਦਾ ਸੁਨੇਹਾ ਦਿੱਤਾ। ਔਰ ਇਹ ਹਰ ਗੱਲ ਜਿਹੜਾ ਵੀ ਪੰਥ ਪ੍ਰਸਤ ਸਿੱਖ ਕਹੇਗਾ ਉਹ ਇਹੀ ਕਹੇਗਾ ਕਿ ਭਾਈ ਆਪਸੀ ਇਕੱਠ ਤੋਂ ਬਿਨਾਂ, ਸਾਂਝ ਤੋਂ ਬਿਨਾਂ ਕੁਛ ਨਹੀਂ ਬਣਨਾ ਹੈ। ਤੇ ਜੇ ਅਸੀਂ ਆਪਣੇ ਦਿਲਾਂ ਦੇ ਉੱਤੇ ਗੰਢ ਦਿੱਤੀ ਹੋਈ ਹੈ ਨਫ਼ਰਤ ਦੀ ਇੱਕ ਦੂਸਰੇ ਪ੍ਰਤੀ, ਨਾ ਪੱਖੀ, ਬਾਹਰੋਂ ਅਸੀਂ ਭਾਵੇਂ ਜੱਫੀਆਂ ਵੀ ਪਾਉਂਦੇ ਰਹੀਏ ਪਰ ਵਿੱਚੋਂ ਅਸੀਂ ਜਿਹੜਾ ਹੈ ਉਹ ਕੋਈ ਨਾ ਕੋਈ ਮੁਖਾਲਫਤ ਦਾ ਰਾਹ ਲੱਭ ਲੈਣਾ, ਫਿਰ ਉਹਦੇ ਚੋਂ ਹਾਸਲ ਕੁਛ ਨਹੀਂ ਹੁੰਦਾ। ਸੋ ਵੀਰ ਸਰਨਦੀਪ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਵਾਰ ਜਦੋਂ ਤੁਸੀਂ ਸੰਘਰਸ਼ ਦੇ ਰਾਹ ਤੇ ਤੁਰਦੇ ਹੋ, ਤੁਹਾਨੂੰ ਲੱਗ ਰਿਹਾ ਹੁੰਦਾ ਕਿ ਵੀ ਤੁਸੀਂ ਪਹਾੜ ਦੇ ਨਾਲ ਮੱਥਾ ਲਾ ਰਹੇ ਹੋ। ਜਿਉਂ-ਜਿਉਂ ਸੰਘਰਸ਼ ਲੰਬਾ ਹੁੰਦਾ ਹੈ, ਤੁਹਾਨੂੰ ਇਹ ਵੀ ਲੱਗਦਾ ਹੈ ਕਿ ਭਾਈ ਬਹੁਤ ਸਾਰੇ ਸਾਥੀ ਵੀ ਸਾਥ ਛੱਡਦੇ ਜਾਂਦੇ ਨੇ ਜਾਂ ਸਾਥ ਛੱਡ ਗਏ, ਔਰ ਤਾਕਤਵਰ ਦੇ ਨਾਲ ਮੱਥਾ ਲਾਇਆ, ਕਿੱਥੇ ਅਸੀਂ ਜਾਵਾਂਗੇ, ਕਿੱਥੇ ਪਹੁੰਚਾਂਗੇ। ਪਰ ਜਦੋਂ ਅਸੀਂ ਇਹ ਵੀ ਹਕੀਕਤ ਦੇਖਦੇ ਹਾਂ ਕਿ ਪਹਿਲਾਂ ਤਾਂ ਇਹੀ ਮੰਨ ਕੇ ਤੁਰਦੇ ਹਾਂ ਕਿ ਭਾਈ ਸੱਚ, ਹੱਕ, ਇਨਸਾਫ ਦਾ ਰਸਤਾ ਜਿਹੜਾ ਇਹ ਸੌਖਾ ਨਹੀਂ ਹੈ, ਔਖਾ ਹੋਏਗਾ, ਫਿਰ ਅਸੀਂ ਖਾਲਸੇ ਦੀ ਆਪਣੀ ਹਿਸਟਰੀ ਵੱਲ ਤਵੱਜੋ ਦਿੰਦੇ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਵੰਗਾਰਿਆ ਸੀ ਵੇੜੇ ਦੇ ਉਸ ਤਾਕਤਵਰ ਰਜੀਮ ਨੂੰ, ਔਰੰਗਜ਼ੇਬ ਦੇ ਰਜੀਮ ਨੂੰ, ਕਿੰਨਾ ਵੱਡਾ ਉਹ ਰਜੀਮ ਜਿਸ ਦਾ ਇੰਨਾ ਪ੍ਰਭਾਵ ਸੀ ਕਿ ਦੁਨੀਆ ਦੀ ਉਸ ਵੇਲੇ ਦੀ ਇਕੋਨਮੀ ਦਾ ਲਗਭਗ 22% ਮੁਗਲਿਆ ਭਾਰਤ ਦੇ ਕੋਲ ਉਹ ਟ੍ਰੇਡ ਸੀ। ਔਰ ਛੋਟੇ ਜਿਹੇ ਉਸ ਅਨੰਦਪੁਰ ਸਾਹਿਬ ਤੋਂ ਕੁਛ ਹਜ਼ਾਰ ਸਿੱਖਾਂ ਦੇ ਨਾਲ ਉਹ ਚੈਲੰਜ ਅਲਟੀਮੇਟਲੀ ਕਿੰਨਾ ਕਾਰਗਰ ਹੁੰਦਾ ਅਸੀਂ ਦੇਖਦੇ ਹਾਂ ਕਿ ਵੀ ਅੱਜ ਵੀ ਜਦੋਂ ਅਸੀਂ ਖਾਲਸੇ ਦੀ, ਬੇਸ਼ੱਕ ਇੱਕ ਪਾਸੇ 18ਵੀਂ ਸਦੀ ਦਾ ਇੱਕ ਪੂਰਾ ਉਹ ਪਰਸੀਕਿਊਸ਼ਨਸ ਦਾ ਦੌਰ, ਘੱਲੂਘਾਰਿਆਂ ਦਾ ਦੌਰ ਸੀ, ਪਰ ਧਰਤੀ ਦੀ ਉਸ ਖਮੀਰ ਨੂੰ ਬਦਲਣ ਦੀ ਗੱਲ ਜੇ ਕਹੀਏ ਤਾਂ ਇਹ ਖਾਲਸੇ ਦੇ ਹਿੱਸੇ ਆਈ, ਭਾਵੇਂ ਬਾਅਦ ਦੇ ਵਿੱਚ ਮਰਾਠੇ, ਰੋਹਿਲੇ ਜਾਂ ਭਰਤਪੁਰ ਦੇ ਜਾਟ, ਦੂਸਰੀਆਂ ਤਾਕਤਾਂ ਵੀ ਜਿਹੜੀਆਂ ਉੱਠੀਆਂ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ।
ਮੈਂ ਵਾਰ-ਵਾਰ ਆਪਣੀ ਬੀਤੇ ਦੀ ਗੱਲ ਨੂੰ ਇਸ ਲਈ ਵੀ ਦੁਹਰਾਉਂਦਾ ਹੁੰਦਾ ਕਿ ਵੀ ਅਸੀਂ ਪਹਿਲਾਂ ਵੀ ਇਹ ਕੀਤਾ ਹੋਇਆ ਹੈ, ਹੁਣ ਵੀ ਅਸੀਂ ਇਹ ਕਰਨ ਜਾ ਰਹੇ ਹਾਂ। ਕਿਉਂਕਿ ਜਿਨ੍ਹਾਂ ਦਾ ਮਾਜ਼ੀ ਜਾਂ ਜਿਨ੍ਹਾਂ ਦਾ ਭੂਤਕਾਲ ਜਾਂ ਜਿਨ੍ਹਾਂ ਦਾ ਪਾਸਟ ਗਲੋਰੀਅਸ ਨਹੀਂ ਹੁੰਦਾ, ਉਹ ਪ੍ਰੈਜ਼ੈਂਟ ਦੇ ਵਿੱਚ ਕਿਤਿਓਂ ਵੀ ਮੋਟੀਵੇਸ਼ਨ ਪ੍ਰੇਰਨਾ ਨਹੀਂ ਲੈ ਸਕਦੇ। ਔਰ ਜਿਹੜੇ ਪ੍ਰੈਜ਼ੈਂਟ ਦੇ ਵਿੱਚ ਕੁਝ ਨਹੀਂ ਕਰਦੇ, ਫਿਰ ਉਹਨਾਂ ਦਾ ਮਾਜ਼ੀ ਰਹਿ ਜਾਂਦਾ ਹੈ। ਤੇ ਉਹ ਜਿਵੇਂ ਫਾਰਸੀ ਦਾ ਇੱਕ ਉਹ ਅਖਾਣ ਕਿਹਾ ਜਾਂਦਾ ਹੈ ਕਿ ਵੀ ਫਿਰ ਉਹ ਇਹੀ ਮਾਣ ਲੈਂਦੇ ਨੇ ਕਿ ਜੀ ਮੇਰਾ ਪਿਓ ਬਾਦਸ਼ਾਹ ਸੀ, ਕਿ ਵੀ ਮੇਰਾ ਪਿਓ ਬਾਦਸ਼ਾਹ ਸੀ। ਦਾ ਮਤਲਬ ਇਹ ਹੈ ਵੀ ਤੂੰ ਜੇ ਕੁਝ ਵੀ ਨਹੀਂ ਹੈ, ਇਹਦਾ ਮਤਲਬ ਹੈ ਵੀ ਤੂੰ ਪਿਓ ਦੇ ਰਸਤੇ ਨੂੰ ਚੁਣਿਆ ਹੀ ਨਹੀਂ ਹੈ। ਜੀ 47 ਦੇ ਵਿੱਚ ਸਾਡੀ ਲੀਡਰਸ਼ਿਪ ਨੇ ਸਾਨੂੰ ਇੱਕ ਗੁਲਾਮੀ ਚੋਂ ਦੂਸਰੀ ਦੇ ਥੱਲੇ ਲਿਆ ਸੁੱਟਿਆ। ਕੌਮ ਅੱਡ-ਅੱਡ ਤਰੀਕਿਆਂ ਦੇ ਨਾਲ ਸੰਘਰਸ਼ ਦੇ ਰਸਤੇ ਤੇ ਰਹੀ ਔਰ ਲਗਭਗ 38-39 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਗਈ। ਇਹਨਾਂ 4 ਦਹਾਕਿਆਂ ਦਾ ਸਫ਼ਰ ਅਸੀਂ ਬਿਆਨਦੇ, ਪਰ ਅੱਜ ਜਦੋਂ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ ਤੇ ਫਿਰ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ 13 ਮਹੀਨੇ ਦੀ ਕਿਸਾਨ ਮੂਵਮੈਂਟ ਤੋਂ ਬਾਅਦ ਇੱਕ ਅਵੇਕਨਿੰਗ ਜ਼ਰੂਰ ਹੈ, ਕੌਨਫੀਡੈਂਸ ਵੀ ਹੈ, ਔਰ ਉਸ ਚੋਂ ਹੀ ਅਸੀਂ ਕੌਮੀ ਇਨਸਾਫ ਮੋਰਚਾ ਜਿਹੜਾ ਕਿ ਬੰਦੀ ਸਿੰਘਾਂ ਦੀ ਰਿਹਾਈ, ਬਹਿਬਲ ਕਲਾਂ ਔਰ ਬਰਗਾੜੀ ਦਾ ਇਨਸਾਫ ਲੈਣ ਦੇ ਲਈ ਜਿਸ ਦੀ ਸ਼ੁਰੂਆਤ 7 ਜਨਵਰੀ ਨੂੰ ਹੋਈ ਹੈ, ਇਸ ਤੋਂ ਬਿਨਾਂ ਅਸੀਂ ਲੋਕਲ ਜ਼ੀਰਾ ਫੈਕਟਰੀ ਦਾ ਬੰਦ ਹੋਣਾ, ਇਸ ਨੂੰ ਵੀ ਵੱਡੀ ਪ੍ਰਾਪਤੀ ਦੇ ਤੌਰ ਤੇ ਜਿਹੜਾ ਹੈ ਉਹ ਸਾਡਾ ਇੱਕ ਤਬਕਾ ਦੇਖਦਾ ਹੈ। ਪਰ ਮੈਂ ਇਹ ਸਮਝਦਾ ਵੀ ਜੂਨ 84 ਤੋਂ ਬਾਅਦ ਜੇ ਅਸੀਂ ਆਪਣੇ ਸਾਰੇ ਰੋਗਾਂ ਦਾ, ਕਸ਼ਟਾਂ ਦਾ ਨਿਵਾਰਨ ਕਰਨ ਦਾ ਕੋਈ ਹੱਲ ਜਾਣਦੇ ਤੇ ਉਹ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ। ਔਰ ਜਦੋਂ ਤੱਕ ਸਿੱਧੇ ਤੌਰ ਦੇ ਉੱਤੇ ਇਸ ਨਿਸ਼ਾਨੇ ਤੇ ਫੋਕਸ ਰੱਖ ਕੇ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਖੜੀ ਨਹੀਂ ਕੀਤੀ ਜਾਂਦੀ, ਬਾਕੀ ਜਿਹੜੀ ਹੈ ਉਹ ਬਿਮਾਰੀ ਦੇ ਸਿੰਪਟਮਸ ਨਾਲ ਡੀਲ ਕਰਨ ਦੀ ਗੱਲ ਹੀ ਹੋਏਗੀ। ਸਿੱਖਸ ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ 2020 ਜਿਸ ਦਾ ਦੀ ਡੇਟ ਸੀ, ਕੋਵਿਡ ਨੇ ਉਸ ਨੂੰ ਡਿਲੇ ਕੀਤਾ, ਪਰ ਲੰਡਨ, ਵਿਆਨਾ, ਇਟਲੀ, ਰੋਮ, ਫਰਾਂਸ, ਕੈਨੇਡਾ ਤੋਂ ਬਾਅਦ ਅਸੀਂ 29 ਜਨਵਰੀ ਨੂੰ ਮੈਲਬਰਨ ਆਸਟ੍ਰੇਲੀਆ ਦੀ ਕੈਪੀਟਲ, ਆਸਟ੍ਰੇਲੀਆ ਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਉਸ ਦਾ ਆਗਾਜ਼ ਦੇਖ ਰਹੇ। ਹੁਣ ਮੈਂ ਇਹ ਇਸ ਲਈ ਕਿਹਾ ਕਿ ਵੀ ਜਦੋਂ ਤੁਸੀਂ ਵੱਡੇ ਪਹਾੜ ਨਾਲ ਮੱਥਾ ਲਾਉਂਦੇ ਹੋ ਤੇ ਛੋਟੀ ਜਿਹੀ ਕੋਈ ਪ੍ਰਾਪਤੀ ਵੀ ਜਾਂ ਕਿਸੇ ਦੀ ਹਮਾਇਤ ਵੀ ਤੁਹਾਡੇ ਲਈ ਹੌਸਲਾ ਵਧਾਉਣ ਵਾਲੀ ਹੁੰਦੀ ਹੈ। ਹੁਣ ਜੇ ਅਸੀਂ ਅਮਰੀਕਾ ਹੋਏ, ਕੈਨੇਡਾ ਹੋਏ ਜਾਂ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਉਹਨਾਂ ਦੀ ਆਪਣੀ ਜਿਹੜੇ ਉਹਨਾਂ ਦੇ ਮੂਲ ਨਿਵਾਸੀ ਨੇ, ਨੇਟਿਵਸ ਨੇ, ਉਹਨਾਂ ਦੀ ਕਹਾਣੀ ਨੂੰ ਬਿਆਨੀਏ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਆਜ਼ਾਦ ਫਿਜ਼ਾਵਾਂ ਵਿੱਚ ਰਹਿਣ ਵਾਲੇ ਇਹ ਬੜੇ ਸੈਲਫ ਰਿਸਪੈਕਟ ਵਾਲੇ ਕਬੀਲੇ ਕਿਵੇਂ ਖੁਦ ਗੁਲਾਮੀ ਦਾ ਸ਼ਿਕਾਰ ਹੋਏ। ਉਹਨਾਂ ਦੇ ਨਾਂ ਬਦਲਦੇ ਰਹੇ। ਜੇ ਕੋਲੰਬਸ ਨੇ ਆ ਕੇ ਅਮਰੀਕਾ ਨੂੰ ਹਿੱਟ ਕੀਤਾ 1492 ਤੇ ਉਸ ਨੇ ਦੇਖਿਆ ਮੂਲ ਨਿਵਾਸੀਆਂ ਨੂੰ ਰੈੱਡ ਇੰਡੀਅਨ ਕਿਹਾ, ਜਿਨ੍ਹਾਂ ਨੂੰ ਅੱਜ ਬੇਸ਼ੱਕ ਨੇਟਿਵ ਅਮਰੀਕਨਸ ਤੋਂ ਨਿਕਲ ਕੇ ਹੁਣ ਫਸਟ ਨੇਸ਼ਨ ਕਹਿਣ ਦਾ ਰਿਵਾਜ ਹੈ, ਇੱਥੇ ਵੀ ਫਸਟ ਨੇਸ਼ਨ ਕਿਹਾ ਜਾਂਦਾ ਹੈ। ਇਹੀ ਕਹਾਣੀ ਕੈਨੇਡਾ ਦੇ ਹਵਾਲੇ ਨਾਲ ਹੈ, ਜਿੱਥੇ ਕਿਵੇਂ ਉਹਨਾਂ ਦੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕੀਤਾ ਗਿਆ ਔਰ ਕਿਵੇਂ ਚਰਚ ਨੇ ਆਪਣਾ ਕੀ ਰੋਲ ਅਦਾ ਕੀਤਾ ਔਰ ਕਿਵੇਂ ਮਾਸ ਗ੍ਰੇਵਸ ਔਰ ਉਹਨਾਂ ਦੇ ਉੱਤੇ ਜ਼ੁਲਮ, ਉਹ ਕਹਾਣੀ ਦੇ ਉੱਤੇ ਕਿੰਗ ਚਾਰਲਸ ਔਰ ਪੋਪ ਮਾਫੀ ਮੰਗ ਚੁੱਕੇ ਨੇ। ਹੁਣ ਜਿਸ ਖਿੱਤੇ ਦੀ ਅਸੀਂ ਗੱਲ ਕਰ ਰਹੇ ਹਾਂ, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਵੀ ਉਹੀ ਨੇਟਿਵ ਜਿਨ੍ਹਾਂ ਨੂੰ ਪਹਿਲਾਂ ਬ੍ਰਿਟਿਸ਼ਰਸ ਨੇ ਐਬੋਰੀਜਨਲਸ ਦਾ ਨਾਂ ਦਿੱਤਾ ਸੀ ਔਰ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੂੰ ਮੌਰੀਜ਼ ਕਰਕੇ ਜਾਣਿਆ ਜਾਂਦਾ। ਹੁਣ ਇਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋਏ, ਕੀ ਹੋਇਆ। ਆਸਟ੍ਰੇਲੀਆ ਦੇ ਵਿੱਚ ਪਹਿਲੇ ਵਸਿੰਦੇ ਜਿਹੜੇ ਬ੍ਰਿਟਿਸ਼ ਦੇ ਕ੍ਰਿਮੀਨਲ ਸਨ, ਉਹਨਾਂ ਦੀਆਂ ਜੇਲ੍ਹਾਂ ਚੋਂ ਕੱਢ ਕੇ ਉਹਨੂੰ ਤਾਂ ਐਜ਼ ਏ ਜੇਲ੍ਹ ਹੀ ਉਹਨਾਂ ਦੇ ਲਈ ਕਿ ਭਾਈ ਸਮੁੰਦਰ ਦਾ ਆਲਾ ਦੁਆਲਾ ਹੈ ਕੰਟੀਨੈਂਟ 'ਚ, ਇਹਨਾਂ ਨੂੰ ਇੱਥੇ ਹੀ ਵਸਾਓ। ਔਰ ਉਹਨਾਂ ਦੇ ਨਾਲ ਕੀ ਕੀਤਾ ਗਿਆ ਇਹ ਸਾਰੇ ਪੀਰੀਅਡ 'ਚ, ਔਰ ਇਹ ਜੇ ਅਸੀਂ ਇਹ ਸਾਰੀ ਹਿਸਟਰੀ ਵੱਲ ਜਾਵਾਂਗੇ ਤਾਂ ਫਿਰ ਇਸ ਨੂੰ ਲੰਬਾ ਵਕਤ ਲੱਗੇਗਾ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਲੋਕ ਜਿਨ੍ਹਾਂ ਨੂੰ ਅੱਜ ਆਸਟ੍ਰੇਲੀਆ ਦੇ ਵਿੱਚ ਫਸਟ ਨੇਸ਼ਨ ਕਰਕੇ ਕਿਹਾ ਜਾਂਦਾ ਔਰ ਨੇਟਿਵ ਆਸਟ੍ਰੇਲੀਅਨਸ ਨੇ ਜ਼ਾਹਰ ਹੈ, ਔਰ ਉਹਨਾਂ ਨੇ ਖੁਦ ਕਿਸ ਕਿਸਮ ਦੇ ਜ਼ੁਲਮ ਸਹਿ ਨੇ
ਸਹਾਰੇ ਨੇ, ਅੱਜ ਵੀ ਸਹਿ ਰਹੇ ਨੇ, ਉਹਨਾਂ ਦੇ ਉੱਤੇ ਕਿਸ ਕਿਸਮ ਦੇ ਕਾਨੂੰਨ ਜਿਹੜੇ ਨੇ ਉਹ ਥੋਪੇ ਗਏ, ਉਹਨਾਂ ਦੀ ਇਹੀ ਨਹੀਂ ਵੀ ਉਹਨਾਂ ਨੂੰ ਫਿਜ਼ੀਕਲ ਹੰਟ ਕੀਤਾ ਗਿਆ, ਉਹਨਾਂ ਦੀਆਂ ਲੈਂਗੁਏਜਸ ਨੂੰ ਔਰ ਉਹਨਾਂ ਦੇ ਉੱਤੇ ਕਿਵੇਂ ਅੱਜ ਵੀ ਜੇ ਲਾਈਫ ਸਪੈਨ ਕਹਿਣਾ ਹੋਏ ਉਹਨਾਂ ਦਾ ਘੱਟ ਹੈ। ਕੁਝ ਬਿਮਾਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੀ ਨੇ। ਔਰ ਜਿਵੇਂ ਮੈਂ ਤਾਂ ਅਮਰੀਕਾ ਦੇ ਹਵਾਲੇ ਨਾਲ ਦੇਖਦਾ ਕਿ ਵੀ ਜਿੱਥੇ ਅੱਜ ਉਹਨਾਂ ਦੀਆਂ ਤੁਸੀਂ ਰਿਜ਼ਰਵੇਸ਼ਨਸ ਦੇ ਵਿੱਚ ਜਾਓ ਤੇ ਸ਼ਰਾਬ ਪੀ ਕੇ ਲਿਟੇ ਹੋਏ ਨੇ ਜਾਂ ਉਹਨਾਂ ਦੇ ਜੂਏ ਖਾਨੇ ਨੇ ਤੇ ਆਬਾਦੀ ਉਹਨਾਂ ਦੀ 7-8 ਲੱਖ ਦੇ ਕਰੀਬ ਰਹਿ ਗਈ। ਔਰ ਕਿਵੇਂ ਅਮਰੀਕਾ 'ਚ ਜਿਹੜਾ ਹੈ ਉਹ ਜਿੱਥੇ ਜਿੱਥੇ ਉਹਨਾਂ ਦੇ ਨਾਲ ਇਹ ਡੀਲ ਕਰਕੇ ਉਹਨਾਂ ਨੂੰ ਥਾਂ ਦਿੰਦੇ ਸੀ, ਉੱਥੋਂ ਕੁਛ ਨਾ ਕੁਛ ਨਿਕਲ ਆਉਂਦਾ ਸੀ। ਕੋਈ ਗੋਲਡ ਨਿਕਲ ਆਇਆ, ਕੋਈ ਹੋਰ ਨਿਕਲ ਆਇਆ, ਉਹਨਾਂ ਨਾਲ ਉਹ ਸਮਝੌਤਾ ਤੋੜ ਦਿੰਦਾ ਸੀ, ਉਹਨਾਂ ਨੂੰ ਅੱਗੇ ਤੋੜ ਦਿੰਦੇ ਸੀ। ਇਹੀ ਕਹਾਣੀ ਕੈਨੇਡਾ ਦੇ ਵਿੱਚ ਹੈ। ਲੇਕਿਨ ਇਹਨਾਂ ਦੀ ਅਗਲੀ ਜਨਰੇਸ਼ਨ ਜਿਹੜੀ ਕੋਈ ਥੋੜ੍ਹੀ ਬਹੁਤ ਸਰਵਾਈਵਰ ਹੈ ਜਾਂ ਜਿਹੜਾ ਕੋਈ ਇਹਨਾਂ 'ਚੋਂ ਅੱਗੇ ਨਿਕਲ ਕੇ ਕੋਈ ਗੱਲ ਕਰਦਾ ਹੈ, ਹਾਲਾਂ ਜਦੋਂ ਥੋੜ੍ਹੀ ਬਹੁਤ ਅਵੇਅਰਨੈਸ ਇਹਨਾਂ 'ਚ ਆਈ ਜਾਂ ਇਹਨਾਂ ਨੂੰ ਵੀ ਜਿਹੜੀ ਗੋਰਿਆਂ ਦੀ ਨਸਲਾਂ ਸੀ ਇਹਨਾਂ ਨੂੰ ਗਿਲਟ ਦਿੱਤਾ ਗਿਆ ਇਹਨਾਂ ਦੀਆਂ ਹੀ ਅੱਗੋਂ ਜਨਰੇਸ਼ਨਾਂ ਵੱਲੋਂ, ਤਾਂ ਫਿਰ ਕੁਛ ਨਾ ਕੁਛ ਸੁਧਾਰ ਕੀਤੇ ਗਏ, ਕੁਛ ਉਹਨਾਂ ਨੂੰ ਰਾਈਟਸ ਦਿੱਤੇ ਗਏ। ਜਿਵੇਂ ਅਮਰੀਕਾ 'ਚ ਰਿਜ਼ਰਵੇਸ਼ਨਸ ਦਿੱਤੀਆਂ ਗਈਆਂ, ਕੈਨੇਡਾ 'ਚ ਉਹਨਾਂ ਦੀ ਆਪਣੀ ਟੈਰੀਟਰੀ ਹੈ, ਆਸਟ੍ਰੇਲੀਆ 'ਚ ਹੈ, ਨਿਊਜ਼ੀਲੈਂਡ ਦੇ ਨੈਸ਼ਨਲ ਐਂਥਮ 'ਚ ਵੀ ਉਹਨਾਂ ਦਾ ਨਾਲ ਆ ਗਿਆ। ਪਰ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਕਿ ਉਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੇ ਲੋਕ ਕਦੇ ਜਿਹੜੇ ਮੁਲਕਾਂ ਦੇ ਵਿੱਚ ਵਸਦੇ ਸੋਵਰਨ ਲੋਕ ਸੀ ਉਹ ਐਂਟਰਟੇਨਮੈਂਟ ਦਾ ਸਾਧਨ ਰਹਿ ਗਏ ਕਿ ਭਾਈ ਇੱਥੇ ਵੀ ਉਹ ਮੋਰ ਖੰਭ ਲਾ ਕੇ, ਔਰ ਕਿਉਂਕਿ ਉਹ ਆਜ਼ਾਦ ਕਿਸਮ ਦੇ ਲੋਕ ਜਿਨ੍ਹਾਂ ਦੇ ਖੰਭ ਵੀ ਬਾਜ਼ਾਂ ਦੇ ਜਿਹੜੇ ਨੇ ਫੈਦਰਸ ਦੇ ਹੁੰਦੇ ਸੀ, ਇਹ ਦੱਸਣ ਲਈ ਕਿ ਅਸੀਂ ਇਸ ਧਰਤੀ ਦੇ ਉੱਤੇ ਆਜ਼ਾਦ ਹਾਂ, ਜਿਵੇਂ ਬਾਜ਼ ਜਿਹੜਾ ਹੈ ਉਹ ਅਸਮਾਨਾਂ ਦੇ ਵਿੱਚ ਆਜ਼ਾਦ ਹੈ। ਸੋ ਇੱਥੇ ਉਹ ਉਹਨਾਂ ਦੇ ਤੁਸੀਂ ਡਾਂਸ ਹੀ ਦੇਖਦੇ ਹੋ ਵੱਡੇ ਵੱਡੇ ਸਮਾਗਮਾਂ ਦੇ ਮੌਕੇ, ਜਾਂ ਇਹੀ ਕਹਾਣੀ ਮੌਰੀ ਜਾਂ ਐਬੋਰੀਜਨਲ ਫਸਟ ਨੇਸ਼ਨ ਜਾਂ ਕੈਨੇਡਾ ਵਾਲਿਆਂ ਦੀ ਹੈ। ਔਰ ਜੇ ਅੱਜ ਅਸੀਂ ਆਪਣੀ ਧਰਤੀ ਵੱਲ ਦੇਖੀਏ ਪੰਜਾਬ 'ਚ ਵੀ, ਜਿੱਥੇ ਕਿ ਕਿਵੇਂ ਸਾਨੂੰ ਦੁਬੈਲ ਬਣਾ ਦਿੱਤਾ ਗਿਆ ਹੈ, ਸਾਡੀ ਜ਼ਮੀਨ ਜਿਸ ਦਾ ਵਾਟਰ ਵੀ ਪੋਲਿਊਟਡ, ਜ਼ਮੀਨ ਦੇ ਅੰਦਰ ਵੀ ਕਿਸ ਲੈਵਲ ਦਾ ਪੋਇਜ਼ਨ ਟੌਕਸਿਨਸ, ਔਰ ਉਹਨਾਂ ਨੂੰ ਵੀ ਖੋਣ ਦਾ ਯਤਨ, ਅਨਇੰਪਲੋਇਮੈਂਟ, ਮਾਸ ਮਾਈਗ੍ਰੇਸ਼ਨ। ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋਗੇ ਕਿ ਸਿੱਖਾਂ ਦਾ ਇਮੇਜ ਉਹ ਜਿਵੇਂ ਇੱਥੇ ਮੋਰ ਦੇ ਖੰਭ ਲਾ ਕੇ ਜਾਂ ਬਾਜ਼ਾਂ ਦੇ ਔਰ ਦੂਜੇ ਲਾ ਕੇ ਨੱਚਣ ਕੁੱਦਣ ਵਾਲਾ ਹੀ ਉਹਨਾਂ ਦਾ ਰੋਲ ਹੈ ਐਬੋਰੀਜਨਲਸ ਦਾ ਜਾਂ ਨੇਟਿਵਸ ਦਾ। ਇਹੀ ਹਾਲ ਸਾਡਾ, ਅਸੀਂ ਉਹ ਭੰਗੜੇ ਗਿੱਧੇ ਦੇ ਨਾਂ ਥੱਲੇ ਹੀ ਇਵੇਂ ਹੈ ਕਿ ਜਿਵੇਂ ਸਾਰਾ ਪੰਜਾਬ ਨੱਚ ਰਿਹਾ ਹੁੰਦਾ। ਹਾਲਾਂ ਹਰ ਇੱਕ ਨੂੰ ਹਕੀਕਤ ਦਾ ਪਤਾ ਹੈ ਕਿ ਸਾਡਾ ਇਮੇਜ ਕਿਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਗਿਆ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਤਾਕਤਵਰ ਕਬੀਲੇ ਔਰ ਜਿਹੜੇ ਡੋਮੀਨੈਂਟ ਕਬੀਲੇ ਨੇ, ਕੌਮਾਂ ਨੇ, ਜਦੋਂ ਉਹ ਸਿਵਲਾਈਜੇਸ਼ਨਸ ਓਰੀਜਨਲ ਡਿਸਟਰੋਏ ਕਰਦੀਆਂ ਨੇ, ਫਿਰ ਕਿਵੇਂ ਇੱਕ ਆਪਣਾ ਕਲਚਰ ਘੜਦੀਆਂ ਔਰ ਉਹਨੂੰ ਹੀ ਸਿਵਲਾਈਜੇਸ਼ਨ ਕਹਿੰਦੀਆਂ ਨੇ। ਜੋ ਐਗਜ਼ਿਸਟ ਕਰ ਰਿਹਾ ਹੁੰਦਾ ਉਹਨਾਂ ਨੂੰ ਤੁਸੀਂ ਪੱਥਰ ਪੂਜ ਕਹੋ, ਉਹਨਾਂ ਨੂੰ ਤੁਸੀਂ ਜਿਹੜਾ ਹੈ ਉਹ ਪੇਗਨ ਕਹੋ, ਔਰ ਉਹਨਾਂ ਨੂੰ ਤੁਸੀਂ ਅਨਸਿਵਲਾਈਜ਼ਡ ਕਹੋ, ਜੰਗਲੀ ਕਹੋ। ਲੇਕਿਨ ਫਿਰ ਜੋ ਤੁਸੀਂ ਆਪਣਾ ਉਹਨਾਂ ਦੇ ਉੱਤੇ ਥੋਪਣਾ, ਉਹ ਥੋਪ ਕੇ ਤੁਸੀਂ ਹੌਲੀ ਹੌਲੀ ਉਹਨਾਂ ਦਾ ਜਾਂ ਨਾਮੋ ਨਿਸ਼ਾਨ ਮਿਟਾ ਦਿੰਦੇ ਹੋ ਜਾਂ ਉਹਨਾਂ ਨੂੰ ਆਪਣੇ 'ਚ ਜ਼ਮ ਕਰ ਲੈਂਦੇ ਹੋ। ਇਹੀ ਗੱਲ ਜਦੋਂ ਅਸੀਂ ਮਿਲਾਨ ਕੁੰਦਰਾ ਨੂੰ ਕੋਟ ਕਰਦੇ ਹਾਂ ਤੇ ਇਹ ਰੈਲੇਵੈਂਸਡ ਹੈ ਹਰ ਉਸ ਸਿਵਲਾਈਜੇਸ਼ਨ ਦੇ ਲਈ ਜਿਸ ਨੂੰ ਤਬਾਹ ਕੀਤਾ ਗਿਆ, ਜਾਂ ਜਿਹੜੀ ਤਬਾਹੀ ਦੇ ਰਾਹ ਤੇ ਪਾਈ ਹੋਈ ਹੈ ਕਿ ਫਸਟ ਸਟੈਪ towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. ਹੁਣ ਇਹੀ ਕਹਾਣੀ ਇਹਨਾਂ ਦੀ ਇਹਨਾਂ ਨੇਟਿਵ ਕਬੀਲਿਆਂ ਦੀ ਹੈ। ਪਰ ਜਿਹੜੀ ਗੱਲ ਅਸੀਂ ਇੱਕ ਹਮਾਇਤ ਦੇ ਤੌਰ ਤੇ ਦੇਖਦੇ ਹਾਂ ਜਾਂ ਅਸੀਂ ਸਮਝਦੇ ਹਾਂ ਵੀ ਖਾਲਿਸਤਾਨ ਰੈਫਰੈਂਡਮ ਨੂੰ ਆਸਟ੍ਰੇਲੀਆ ਦੇ ਵਿੱਚ ਬੂਸਟ ਮਿਲਿਆ, ਬੇਸ਼ੱਕ ਪੋਲੀਟੀਕਲੀ ਕੋਈ ਅਮਰੀਕਾ ਦੀ ਡੈਸਟੀਨੀ ਇਹ ਉਹਨਾਂ ਦਾ ਫਸਟ ਨੇਸ਼ਨ ਨਹੀਂ ਲਿਖਦਾ, ਉਹਨਾਂ ਦਾ ਇੱਕ ਪਾਵਰਫੁਲ ਕਬੀਲਾ ਯਿਦਿੰਜ਼ੀ ਨੇਸ਼ਨ ਜਿਹੜਾ 1770 ਤੋਂ ਵੀ ਪਹਿਲਾਂ ਦਾ ਐਗਜ਼ਿਸਟ ਕਰਦਾ, ਔਰ ਉਹਨਾਂ ਦੀ ਉਹ ਨਾਰਥ ਈਸਟ ਆਸਟ੍ਰੇਲੀਆ ਦੇ ਵਿੱਚ ਨੇ। ਉਹਨਾਂ ਦੀ ਕੈਪੀਟਲ ਸਿਟੀ ਗਿਨੀ ਆਈ ਹੈ, ਜਿਹੜੀ ਸਿਟੀ 8 ਕੈਂਟਨਸ ਦੇ ਵਿੱਚ ਡਿਵਾਈਡਡ ਹੈ, ਔਰ ਉਹਨਾਂ ਦੇ ਕੋਲ ਆਪਣੀ ਅਥਾਰਟੀ ਹੈ, ਅਥਾਰਟੀ ਲੈਂਡ ਟੈਨਿਓਰ ਹੈ ਔਰ ਡਿਸੀਜਨ ਮੇਕਿੰਗ ਹੈ। ਔਰ ਇਹਨਾਂ ਨੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀਆਂ ਆਪਣੀਆਂ ਰਿਪਰੈਜ਼ੈਂਟੇਸ਼ਨਸ ਨੇ ਔਰ ਆਪਣਾ
ਇਹਨਾਂ ਨੂੰ ਇੱਕ ਸਿਸਟਮ ਦਿੱਤਾ ਹੋਇਆ ਹੈ। ਲੇਕਿਨ ਫਿਰ ਵੀ ਜੁਲਾਈ 2023 ਦੇ ਵਿੱਚ ਉਹਨਾਂ ਦਾ ਆਪਣਾ ਰੈਫਰੈਂਡਮ ਚੱਲ ਰਿਹਾ ਹੈ ਇਸ ਨੇਟਿਵ ਕਬੀਲੇ ਦਾ, ਯਦਿੰਜ਼ੀ ਦਾ, ਜਿਸ ਦੇ ਵਿੱਚ ਕਿ ਉਹ ਵੱਧ ਅਧਿਕਾਰਾਂ ਦੇ ਲਈ ਜਿਹੜਾ ਹੈ ਉਹ ਰੈਫਰੈਂਡਮ ਕਰਵਾ ਰਹੇ ਨੇ। ਹੁਣ ਇਸ ਸਾਰੇ 'ਚ ਸਾਡੇ ਆਸਟ੍ਰੇਲੀਆ ਤੋਂ ਵੀਰ ਜਿਹੜੇ ਸਾਡੇ ਨਾਲ ਇਨ ਟੱਚ ਵੀ ਰਹਿੰਦੇ ਨੇ ਸਮੇਂ-ਸਮੇਂ, ਉਹਨਾਂ ਨੇ ਇਸ ਰੈਫਰੈਂਡਮ ਦਾ ਤਾਂ ਜ਼ਿਕਰ ਕੀਤਾ ਸੀ ਕਿ ਜੁਲਾਈ 2023 ਦੇ ਵਿੱਚ ਉਹਨਾਂ ਦਾ ਆਪਣਾ ਰੈਫਰੈਂਡਮ ਹੋਣ ਜਾ ਰਿਹਾ ਔਰ ਉਹ ਕਾਫੀ ਅਵੇਅਰ ਨੇ। ਉਹਨਾਂ ਦੇ ਨੁਮਾਇੰਦੇ ਜਿਹੜੇ ਸਿੱਖ ਨੁਮਾਇੰਦਿਆਂ ਨਾਲ ਵੀ ਤਾਲੁਕ ਰੱਖਦੇ ਰਹੇ, ਕਿਉਂਕਿ ਜਿਹੜੀ ਡਿਵੈਲਪਮੈਂਟ ਕੋਈ ਪੋਜ਼ਿਟਿਵਿਟੀ ਦੀ ਆਉਂਦੀ ਹੈ ਕੋਈ ਓਵਰਨਾਈਟ ਨਹੀਂ ਆ ਜਾਂਦੀ। ਉਸ ਦੇ ਪਿੱਛੇ ਭਾਵੇਂ ਬਿਹਾਈਂਡ ਦਾ ਕਰਟਨ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਜਿਹੜੇ ਪਬਲਿਸਿਟੀ ਨਹੀਂ ਲੱਭ ਰਹੇ ਹੁੰਦੇ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਉੱਥੋਂ ਦੇ ਜਿਹੜੇ ਬੁੱਧੀਮਾਨ ਸਿੱਖ ਨੇ ਉਹਨਾਂ ਨੇ ਆਲਰੇਡੀ ਇਹਨਾਂ ਦੇ ਨਾਲ, ਯਦਿੰਜ਼ੀ ਨੇਸ਼ਨ ਦੇ ਨਾਲ ਔਰ ਦੂਸਰੇ ਜਿਹੜੇ ਉਹਨਾਂ ਦੇ ਕਬੀਲੇ ਨੇ ਉਹਨਾਂ ਨਾਲ ਰਾਬਤਾ ਖੋਲ੍ਹਿਆ ਹੋਇਆ ਸੀ ਔਰ ਖੋਲ੍ਹਿਆ ਹੋਇਆ ਕਿ ਭਾਈ ਤੁਸੀਂ ਸਾਡੀ ਮਦਦ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਔਰ ਮੈਂ ਸਮਝਦਾ ਵੀ ਉਸ ਦੀ ਇੱਕ ਵਿਜ਼ੀਬਲ ਉਦਾਹਰਣ ਅੱਜ ਸਾਹਮਣੇ ਆਈ ਜਦੋਂ ਕਿ ਮੈਲਬਰਨ ਦੇ ਵਿੱਚ ਸਿੱਖਸ ਫਾਰ ਜਸਟਿਸ ਔਰ ਇਹਨਾਂ ਦਾ ਇਸ ਜਿਹੜਾ ਜਿਸ ਨੇਟਿਵ ਫਸਟ ਨੇਸ਼ਨ ਦੀ ਮੈਂ ਗੱਲ ਕੀਤੀ ਹੈ, ਯਦਿੰਜ਼ੀ ਨੇਸ਼ਨ, ਉਹਨਾਂ ਦੇ ਮਿਸਟਰ ਮੁਰਮੂ ਵਾਲੂਬਰਾ ਜਿਨ੍ਹਾਂ ਦਾ ਜਿਹੜਾ ਰੈਂਕ ਹੈ ਉਹ ਮਿਨਿਸਟਰ ਫਾਰ ਫੋਰਨ ਅਫੇਅਰਸ ਐਂਡ ਟ੍ਰੇਡ ਇਨ ਸੋਵਰਨ ਯਦਿੰਜ਼ੀ ਗਵਰਨਮੈਂਟ, ਇਹਨਾਂ ਦੀ ਜਿਹੜੀਆਂ ਟੈਰੀਟਰੀਜ਼ ਨੇ ਉਹਦੇ 'ਚੋਂ ਸੋਵਰਨ ਨੇ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਇਹਨਾਂ ਨੇ ਮੁਰਮੂ ਵਾਲੂਬਰਾ ਨੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਜੋ ਵੀ what the United Nations Declaration of Rights on Indigenous People could mean for Sikh community at an international level। और फिर उन्होंने कहा with the Republic of India voluntarily signing up the United Nations Declaration of Rights on Indigenous People, it becomes incumbent upon India to fulfill its obligations of recognizing Sikh people's right to self-determination in their historical homeland, the Indian government Punjab, to settle the past and secure the future, said Walubra। बड़ी strong statement उन्होंने दिती कि भी इंडिया जड़ा सिग्नेटरी है इस इंडिजिनस पीपल्स दे राइट दा, जड़ा कि राइट ऑफ सेल्फ डिटरमिनेशन है और सिख जड़े कि अपने हिस्टोरिकल उन्हां दा होमलैंड जड़ा जिस दे विच इस हक नूं मंगदे ने ताकि उन्हां दा ਫਿਊਚਰ ਸਿਕਿਉਰ ਹੋਏ, ਇਸ ਦੀ ਅਸੀਂ ਹਮਾਇਤ ਕਰਦੇ ਹਾਂ। ਔਰ ਇਸ ਪ੍ਰੈਸ ਕਾਨਫਰੰਸ ਸ਼ਾਮਲ ਹੋਣ ਲਈ ਮਿਸਟਰ ਵਾਲਬਰਾ ਜਿਹੜੇ ਨੇ ਆਪਣੇ ਯਦਿੰਜ਼ੀ ਨੇਸ਼ਨ ਜਿਹੜਾ ਕਿ ਕੈਰਨ ਦੇ ਵਿੱਚ ਉੱਥੋਂ ਫਲਾਈ ਕਰਕੇ ਪਹੁੰਚੇ ਔਰ ਉਹਨਾਂ ਨੇ ਜਿਹੜਾ ਇਸ ਦੀ ਉਹਨਾਂ ਦੀ ਹਮਾਇਤ ਔਰ ਇਸ ਗੱਲ ਦਾ ਧਿਆਨ ਰਹੇ ਕਿ ਯਦਿੰਜ਼ੀ ਨੇਸ਼ਨ ਜਿਹੜੇ ਨੇ ਇਹ ਵਿਦਨ ਇਹਨਾਂ ਦਾ ਆਪਣਾ ਪਾਸਪੋਰਟ ਵੀ ਹੈ, ਇਹ ਫੋਰਨ ਗਵਰਨਮੈਂਟਸ ਨਾਲ ਵੀ ਡੀਲ ਕਰਦੇ ਨੇ, ਇਹਨਾਂ ਦੀ ਆਪਣੀ ਕਰੰਸੀ ਵੀ ਹੈ ਔਰ ਇਸ ਸਾਰੇ ਦੇ ਨਾਲ ਹੀ ਕਿਉਂਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਬਖਸ਼ੀਸ਼ ਸਿੰਘ ਸੰਧੂ ਔਰ ਗੁਰਪਤਵੰਤ ਸਿੰਘ ਪੰਨੂ ਇਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਤਾਂ ਬਰੀਫ ਕੀਤਾ ਕਿ ਭਾਈ ਕਿਵੇਂ 29 ਜਨਵਰੀ ਨੂੰ 9 ਵਜੇ ਤੋਂ 5 ਵਜੇ ਤੱਕ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣਗੀਆਂ ਔਰ 18 ਸਾਲ ਔਰ ਉਸ ਤੋਂ ਜ਼ਿਆਦਾ ਉਮਰ ਦੇ ਜਿਹੜੇ ਵੀ ਨੇ ਉਹ ਇਸ ਦੇ ਲਈ ਐਲੀਜੀਬਲ ਹੋਣਗੇ ਵੋਟਾਂ ਪਾਉਣ ਲਈ। ਔਰ ਉਹਨਾਂ ਨੇ ਜਿਵੇਂ ਡਾਕਟਰ ਸੰਧੂ ਨੇ ਕਿਹਾ ਕਿ ਭਾਈ ਇਹ ਜਿਹੜਾ ਹੱਕ ਹੈ ਰੈਫਰੈਂਡਮ ਦਾ ਇਹ ਸਕਾਟਿਸ਼ ਲੋਕਾਂ ਨੇ 2014 ਦੇ ਵਿੱਚ ਇਸਤੇਮਾਲ ਕੀਤਾ, ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਨੂੰ ਇਹ ਹੱਕ ਦਿੱਤਾ ਹੈ ਜਿਹੜਾ UN ਦੇ ਚਾਰਟਰ 'ਚ ਜ਼ਾਹਰ ਹੈ। ਕੈਨੇਡਾ ਦੇ ਕੁਬੈਕ ਰੀਜਨ ਦੇ ਵਿੱਚ 1980 ਔਰ 1995 ਦੇ ਵਿੱਚ ਇਸ ਹੱਕ ਦੀ ਵਰਤੋਂ ਜਿਹੜੀ ਹੈ ਕਿਊਬੈਕਰਸ ਨੇ ਕੀਤੀ ਔਰ ਉਹਨਾਂ ਨੇ ਕਿਹਾ ਵੀ ਈਵਨ ਜੇ ਇੰਡੀਆ ਦੇ ਕੰਟੈਕਸਟ ਵੀ ਕਹਿਣਾ ਹੋਏ ਤੇ ਉਸ ਨੇ 1948 'ਚ ਜੂਨਾਗੜ੍ਹ 'ਚ ਔਰ 1975 ਦੇ ਵਿੱਚ ਸਿੱਕਮ ਦੇ ਵਿੱਚ ਰੈਫਰੈਂਡਮ ਕਰਵਾ ਕੇ ਕਿਹਾ ਸੀ ਕਿ ਜੀ ਇੱਥੋਂ ਦੇ ਲੋਕ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਨੇ। ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਦਾ ਸ਼ੁਕਰੀਆ ਵੀ ਕੀਤਾ ਕਿ ਉਹਨਾਂ ਦੇ ਉੱਤੇ ਭਾਰੀ ਦਬਾਅ ਹੋਣ ਦੇ ਬਾਵਜੂਦ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਅਲਾਉ ਕੀਤਾ ਔਰ ਇਹ ਇੱਕ ਹੋਰ ਐਲਾਨ ਵੀ ਇਸ ਪ੍ਰੈਸ ਕਾਨਫਰੰਸ ਕੀਤਾ ਗਿਆ ਕਿਉਂਕਿ ਕੁਆਡ ਦੀ ਨੈਕਸਟ ਮੀਟਿੰਗ ਕੁਆਡ ਜਿਹਦੇ 'ਚ 4 ਮੁਲਕ ਆਸਟ੍ਰੇਲੀਆ, ਇੰਡੀਆ, ਜਾਪਾਨ ਔਰ ਅਮਰੀਕਾ ਹੈ, ਉਹਨਾਂ ਦੀ ਨੈਕਸਟ ਜਿਹੜੀ ਮੀਟਿੰਗ ਹੈ ਉਹ ਮਈ ਦੇ ਮਹੀਨੇ 'ਚ ਸਿਡਨੀ 'ਚ ਹੋਣ ਜਾ ਰਹੀ ਹੈ ਔਰ ਜ਼ਾਹਰ ਹੈ ਕਿ ਉਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੇ ਔਰ ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਉਸੇ ਹੀ ਮਈ ਮਹੀਨੇ 'ਚ
ਜਦੋਂ ਸਿਡਨੀ ਦੇ ਵਿੱਚ ਕੁਆਡ ਦੀ ਮੀਟਿੰਗ ਹੋਣੀ ਹੈ ਉਦੋਂ ਸਿਡਨੀ ਸ਼ਹਿਰ ਦੇ ਵਿੱਚ ਇਹ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏਗਾ ਤਾਂ ਕਿ ਦੁਨੀਆ ਨੂੰ ਦੱਸਿਆ ਜਾ ਸਕੇ ਕਿ ਭਾਈ ਇਹ ਜਮਹੂਰੀਅਤ ਦੇ ਨਾਂ ਥੱਲੇ ਜਿਹੜਾ ਮੁਲਕ ਹੈ ਇਹ ਕਿਵੇਂ ਇੱਕ ਫਾਸ਼ਿਸਟ ਕੰਟਰੀ ਹੈ, ਨਾਜ਼ੀ ਤਰਜ਼ ਦੀ ਹਕੂਮਤ ਹੈ ਔਰ ਕਿਵੇਂ ਸਿੱਖਾਂ ਦੇ ਮੁੱਢਲੇ ਹੱਕਾਂ ਨੂੰ ਇਹ ਕੁਚਲਿਆ ਜਾ ਰਿਹਾ ਹੈ। ਔਰ ਇਸ ਸਾਰੇ ਦੇ ਵਿੱਚ ਈਵਨ ਜਿਹੜੇ ਸਪੀਕਰ ਨੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਬੋਗਨ ਵਿਲੇ ਸਿਮਨ ਪੈਟਨ ਨੂੰ ਇਹ ਵੀ ਇਸ ਟ੍ਰਾਈਬ ਨਾਲ ਹੀ ਉਹਨਾਂ ਦਾ ਸੰਬੰਧ ਹੈ। ਉਹਨਾਂ ਨੇ ਇਹ ਕਿਹਾ ਹੀ ਐਮਫਸਾਈਜ਼ ਦਾ ਇੰਪੋਰਟੈਂਸ ਆਫ ਰੈਫਰੈਂਡਮ ਐਜ਼ ਏ ਟੂਲ to achieve the right to self-determination and reassured the Sikh people that the path of referendum may be long, but it is the only peaceful and sure way to sovereignty and independence which ensures the safety of the indigenous people from the hands of brutal forces that occupy their homeland. क्योंकि वो natives खुद स्पेन चो गुजरे हुए ने वो देख सकते हैं कि भी जड़े ਮੂਲ ਵਛਿੰਦੇ ਹੁੰਦੇ ਨੇ ਉਹਨਾਂ ਦੇ ਹੱਕਾਂ ਤੇ ਜਦੋਂ ਆ ਕੇ ਤਾਕਤਵਰ ਕਬੀਲੇ ਕੌਮਾਂ ਜਿਹੜਾ ਉਹ ਭਾਰੂ ਹੁੰਦੀਆਂ ਨੇ ਉਹਨਾਂ ਤੇ ਛਾਪਾ ਮਾਰਦੀਆਂ ਨੇ ਹੱਕਾਂ ਤੇ ਉਹਨਾਂ ਦੇ ਨਾਲ ਕੀ ਵਾਪਰਦਾ ਔਰ ਉਹ ਸਮਝਦੇ ਨੇ ਕਿ ਭਾਈ ਇਸ ਵੇਲੇ ਇੰਡੀਅਨ ਸਟੇਟ ਆਪਣੀ ਮੈਜੋਰਿਟੇਰੀਅਨਿਜ਼ਮ ਦੇ ਨਾਂ ਦੇ ਉੱਤੇ ਮੈਜੋਰਿਟੀ ਹਿੰਦੂ ਕਮਿਊਨਿਟੀ ਦਾ ਇਸਤੇਮਾਲ ਕਰਕੇ ਸਿੱਖ ਜਿਹੜੇ ਮੂਲ ਪੰਜਾਬ ਦੇ ਵਾਸੀ ਨੇ ਉਸ ਧਰਤੀ ਤੇ ਜੇ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਕਹਿਣਾ ਹੋਏ ਤੇ ਜਿਹੜੇ ਧਰਤੀ ਦੇ ਵਸਦੇ ਨੇ ਔਰ ਇਹ ਗੰਗਾ ਜਮਨੀ ਤਹਿਜ਼ੀਬ ਵਾਲੇ ਆ ਕੇ ਜਿਹੜਾ ਪੰਜਾਬ 1849 ਤੱਕ ਇੱਕ ਇੰਡੀਪੈਂਡੈਂਟ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇੱਕ ਆਪਣਾ ਮੁਲਕ ਦੇ ਮਾਲਕ ਸੀ ਉਹਨਾਂ ਦੇ ਮੁਲਕ ਦੇ ਵਿੱਚ ਆ ਕੇ ਉਹਨਾਂ ਨੂੰ ਬੇਦਖਲ ਕਰ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਤਬਾਹ ਕਰ ਰਹੇ ਨੇ ਉਹਨਾਂ ਦੀਆਂ ਨਸਲਾਂ ਖਤਮ ਕਰ ਰਹੇ ਨੇ ਔਰ ਉਹਨਾਂ ਦੇ ਉੱਤੇ ਜਿਹੜਾ ਆਕੂਪਾਈ ਕਰਕੇ ਬੈਠੇ ਨੇ ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਬੇਸ਼ੱਕ ਇਸ ਨੂੰ ਇੱਕ ਸਿੰਬੋਲਿਕ ਸਪੋਰਟ ਵਜੋਂ ਹੀ ਦੇਖਿਆ ਜਾਏਗਾ ਕਿਉਂਕਿ ਉਹ ਆਪ ਵੀ ਸਟਰਗਲਿੰਗ ਨੇ ਕੋਈ ਦੇ ਚੋਂ ਲੇਕਿਨ ਮੈਂ ਇਹ ਸਮਝਦਾ ਵੀ ਜਦੋਂ ਕੋਈ ਮੁਸੀਬਤ ਦੇ ਵਿੱਚ ਹੁੰਦਾ ਸਾਨੂੰ ਕਿਉਂ ਕਦੇ ਨਵਾਬ ਮਲੇਰਕੋਟਲਾ ਨਹੀਂ ਭੁੱਲਿਆ ਕਿ ਭਾਈ ਜਦੋਂ ਸਰਹੰਦ ਦੀ ਉਸ ਕਚਹਿਰੀ ਦੇ ਵਿੱਚ ਫਤਵਾ ਦਿੱਤਾ ਜਾ ਰਿਹਾ ਸੀ ਸਾਹਿਬਜ਼ਾਦਿਆਂ ਦੇ ਖਿਲਾਫ ਤੇ ਨਵਾਬ ਮਲੇਰਕੋਟਲੇ ਨੇ ਹਾ ਦਾ ਨਾਰਾ ਮਾਰਿਆ ਸੀ ਇਹ ਕੌਮਾਂ ਦੀ ਜ਼ਿੰਦਗੀ 'ਚ ਇਹ ਬੜੇ ਇੰਪੋਰਟੈਂਟ ਪਲ ਹੁੰਦੇ ਨੇ ਕਿ ਜਦੋਂ ਕੋਈ ਤੁਹਾਡੇ ਨਾਲ ਖਲੋਂਦਾ ਜਾਂ ਘੱਟੋ ਘੱਟ ਇਹ ਕਹਿੰਦਾ ਕਿ ਭਾਈ ਨਹੀਂ ਤੁਸੀਂ ਠੀਕ ਹੋ ਤੁਹਾਡੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਅਸੀਂ ਵੀ ਵੰਗਾਰਦੇ ਤੇ ਉਦੋਂ ਹੌਸਲਾ ਹੁੰਦਾ ਸੋ ਮੈਂ ਇਸ ਨੂੰ ਇੱਕ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਵੀ ਦੇਖਦਾ ਔਰ ਯਦਿੰਜ਼ੀ ਨੇਸ਼ਨ ਦਾ ਇਹ ਸਿੱਖਾਂ ਦੇ ਲਈ ਜੈਸਚਰ ਸਿੱਖ ਕੌਮ ਕਦੇ ਵੀ ਨਹੀਂ ਭੁੱਲੇਗੀ ਔਰ ਖਾਲਿਸਤਾਨ ਦੀ ਕਾਇਮੀ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਇਹ ਕਿਉਂਕਿ ਆਲਰੇਡੀ ਇਹਨਾਂ ਦੀ ਆਪਣੇ ਪਾਸਪੋਰਟ ਕਰੰਸੀ ਵੀ ਹੈ ਅਸੀਂ ਇਹਨਾਂ ਦੇ ਨਾਲ ਜਿਹੜੇ ਨੇ ਉਹ ਆਪਣੇ ਡਿਪਲੋਮੈਟਿਕ ਰਿਸ਼ਤੇ ਵੀ ਕਾਇਮ ਕਰਾਂਗੇ ਅਸੀਂ ਵੈਸੇ ਆਸ ਕਰਦੇ ਹਾਂ ਕਿ ਓਵਰ ਇਨ ਦਾ ਕਮਿੰਗ ਟਾਈਮ ਆਸਟ੍ਰੇਲੀਅਨ ਗਵਰਨਮੈਂਟ ਬ੍ਰਿਟਿਸ਼ ਗਵਰਨਮੈਂਟ ਸਮੇਤ UN ਦੇ ਵਿੱਚ ਸਾਡਾ ਇੱਕ ਆਜ਼ਾਦਾਨਾ ਰੈਕਗਨਾਈਜ਼ਡ ਮੁਲਕ ਹੋਏਗਾ ਪਰ ਜਦੋਂ ਇਹ ਵੱਡੀਆਂ ਤਾਕਤਾਂ ਨਾਲ ਵੀ ਆ ਜਾਂਦੀਆਂ ਨੇ ਉਦੋਂ ਵੀ ਸਾਨੂੰ ਇਸ ਯਦਿੰਜ਼ੀ ਨੇਸ਼ਨ ਦਾ ਇਹ ਜੈਸਚਰ ਹਮੇਸ਼ਾ याद रहेगा जी राणा साहब बहुत बहुत शुक्रिया साथ लेने ब्रेक और ब्रेक ते जाने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ UK ਜਨੇਵਾ ਇਟਲੀ ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਜਨਵਰੀ 1774 ਦੇ ਦਿਨ ਸਰਦਾਰ ਬਗੇਲ ਸਿੰਘ ਕਰੋੜੀਆ ਮਿਸਲ ਦੇ ਮੁਖੀ ਨੇ ਆਪਣੇ ਜਥੇ ਨਾਲ ਦਿੱਲੀ ਦੇ ਸ਼ਹਾਦਰਾ ਏਰੀਆ ਤੇ ਕਬਜ਼ਾ ਕੀਤਾ ਸੀ। ਸੋ 1783 ਵਿੱਚ ਖਾਲਸੇ ਦੀਆਂ 30,000 ਫੌਜਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਕੇ ਖਾਲਸਾਈ ਝੰਡਾ ਲਹਿਰਾਇਆ ਸੀ। ਔਰ 1675 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ 8 ਸਾਲ ਠੀਕ ਸੋ ਦਿੱਲੀ ਵਿੱਚ 7 ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਸੰਭਵ ਹੋ ਸਕਿਆ ਸੀ। ਸੋ ਇਹ ਹੈ ਪੋਲੀਟੀਕਲ ਪਾਵਰ ਦਾ ਕਮਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਟਰੈਵਲ ਕਰਦਿਆਂ ਵੀ ਕਈ ਵਾਰ ਵੈਸੇ ਵੀ ਡਾਇਲੌਗ ਦੇ ਵਿੱਚ ਇੱਕ ਸਾਡੀ ਕਲਾਸ ਅਜੇ ਵੀ ਮੌਜੂਦ ਹੈ ਜਿਹੜੀ ਇਹ ਸਮਝਦੀ ਹੈ ਕਿ ਜੇ ਅਸੀਂ ਚੰਗੇ ਸਿੱਖ ਬਣੀਏ, ਚੰਗੇ ਸਿੱਖ ਦਾ ਮਤਲਬ ਉਹਨਾਂ ਲਈ ਬਾਣੀ ਪੜ੍ਹਨ ਵਾਲੇ, ਅੰਮ੍ਰਿਤ ਵੇਲੇ ਜਾਗਣਾ ਔਰ ਸਿਮਰਨ ਔਰ ਇਸ ਸਾਰੇ ਦੇ ਨਾਲ ਹੀ ਜੁੜੇ ਰਹੀਏ ਤੇ ਆਪਣੇ ਆਪ ਹੀ ਜਿਹੜਾ ਹੈ ਜੋ ਅਸੀਂ ਚਾਹੀਏ ਉਹ ਬਣ ਜਾਂਦੇ ਆ ਔਰ ਉਹੀ ਸਾਨੂੰ ਮਿਲ ਜਾਂਦਾ ਹੈ। ਔਰ ਉਹ ਆਪਣੀ ਇਸ ਫਿਲਾਸਫੀ ਜਾਂ ਇਸ ਥਿਉਰੀ ਨੂੰ ਹੀ ਆਧਾਰ ਮੰਨ ਕੇ ਕਿਸੇ ਵੀ ਸਿਆਸੀ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਜੀ ਸਿਆਸਤ ਗੰਦੀ ਖੇਡ ਹੈ, ਇਸ ਦੇ ਵਿੱਚ ਬਿਰਤੀ ਉਖੜ ਜਾਂਦੀ ਹੈ, ਮਾਨਸਿਕ ਜਿਹੜਾ ਤੁਹਾਡਾ ਟ੍ਰੈਂਕੁਇਲਿਟੀ ਉਹ ਨਹੀਂ ਰਹਿੰਦੀ। ਇਸ ਲਈ ਅਸੀਂ ਤਾਂ ਜੀ ਬਸ ਗੁਰਦੁਆਰੇ ਜਾਈਦਾ, ਨਾਮ ਜਪੀਦਾ ਔਰ ਸਾਨੂੰ ਇਸ ਦੇ ਵਿੱਚ ਹੀ ਸੰਤੁਸ਼ਟ ਹੈ। ਬਾਕੀ ਵਾਹਿਗੁਰੂ ਆਪ ਹੀ ਕਰਨ ਕਰਾਉਣ ਵਾਲਾ ਹੈ, ਉਹਨੇ ਆਪ ਹੀ ਕਰ ਦੇਣਾ। ਸਾਨੂੰ ਸਿਰਫ ਅਸੀਂ ਚੰਗੇ ਸਿੱਖ ਬਣ ਜਾਈਏ, ਖਾਲਿਸਤਾਨ ਆਪੇ ਹੀ ਬਣ ਜਾਏ। ਮੈਂ ਇਹ ਸਮਝਦਾ ਵੀ ਇਹ ਇੱਕ ਪਾਸੇ ਜਿੱਥੇ ਇੱਕ ਸੇਫ ਐਸਕੇਪਿਜ਼ਮ ਵੀ ਹੈ, ਭਗੌੜਾਪਨ ਹੈ, ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜਾ ਹੈ ਉਹ ਨਾਈਵਿਟੀ ਵੀ ਜੁੜੀ ਹੋਈ ਹੈ, ਜਿਸ ਨੂੰ ਤੁਸੀਂ ਅਣਜਾਣਪੁਣਾ ਵੀ ਕਹਿ ਸਕਦੇ ਹੋ। ਜਿਹੜੇ ਤਾਂ ਡੈਲੀਬਰੇਟਲੀ ਐਸਕੇਪ ਕਰਨ ਲਈ ਉਸ ਨੂੰ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ, ਪਰ ਦੂਸਰੇ ਪਾਸੇ ਜਿਹੜੇ ਭੋਲੇਪਨ 'ਚ ਇਹ ਯਕੀਨ ਕਰਦੇ ਨੇ ਉਹਨਾਂ ਦੇ ਲਈ ਅਸੀਂ ਜ਼ਰੂਰ ਜਿਹੜਾ ਇਸ ਦੇ ਉੱਤੇ ਗੱਲ ਕਰ ਸਕਦੇ ਕਿ ਜੇ ਗੁਰੂ ਨੇ ਸਾਨੂੰ ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ, ਗੁਰੂ ਸਾਹਿਬਾਨ ਤੋਂ ਵੱਡੀਆਂ ਤਾਂ ਕੋਈ ਸਾਡੇ ਲਈ ਇੱਕ ਸਿੱਖ ਦੇ ਨਾਤੇ ਰੂਹਾਨੀ ਸ਼ਖਸੀਅਤਾਂ ਨਹੀਂ ਨੇ। ਫਿਰ ਜੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠਦੇ ਨੇ, ਸਿਰ ਤੇ ਰੇਤ ਪੈਂਦੀ ਹੈ, 3 ਦਿਨ ਜਿਹੜਾ ਉਸ ਟਾਰਚਰ ਚੋਂ ਗੁਜ਼ਰ ਕੇ ਸ਼ਹਾਦਤ ਉਹਨਾਂ ਨੂੰ ਜਿਹੜਾ ਮਿਲਦੀ ਹੈ, ਸ਼ਹੀਦਾਂ ਦੇ ਸਰਤਾਜ ਕਰਕੇ ਅਸੀਂ ਗੁਰੂ ਅਰਜਨ ਸਾਹਿਬ ਨੂੰ ਮੁਖਾਤਬ ਹੁੰਦੇ ਹਾਂ, ਯਾਦ ਕਰਦੇ ਹਾਂ। ਫਿਰ ਅਸੀਂ 9ਵੇਂ ਪਾਤਸ਼ਾਹ ਜਿਹੜੇ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਆਪਣੀ ਸ਼ਹਾਦਤ ਦਿੰਦੇ ਨੇ, ਹੁਣ ਉਹਨਾਂ ਦੀਆਂ ਸ਼ਖਸੀਅਤਾਂ ਕਿਹੋ ਜਿਹੀਆਂ ਹੋਣਗੀਆਂ ਜਦੋਂ ਉਹ ਕਾਜ਼ੀਆਂ ਦੇ ਸਾਹਮਣੇ ਜਾਂ ਵੇਲੇ ਦੇ ਬਾਦਸ਼ਾਹਾਂ ਦੇ ਸਾਹਮਣੇ ਜਾਂ ਜਿਹੜੇ ਜ਼ੁਲਮ ਕਰਨ ਵਾਲੇ ਸੀ। ਲੇਕਿਨ
ਇਹਦੇ ਬਾਵਜੂਦ ਜਿਨ੍ਹਾਂ ਦੇ ਕੋਲ ਸਿਆਸੀ ਪਾਵਰ ਸੀ, ਪੋਲੀਟੀਕਲ ਪਾਵਰ ਸੀ, ਉਹ ਜੋ ਵੱਧ ਤੋਂ ਵੱਧ ਕਰ ਸਕਦੇ ਸੀ ਉਹਨਾਂ ਨੇ ਕੀਤਾ। ਵੱਧ ਤੋਂ ਵੱਧ ਤਾਂ ਕਿਸੇ ਨੂੰ ਮਾਰ ਮੁਕਾ ਦੇਣਾ ਹੁੰਦਾ। ਹਾਲਾਂਕਿ ਕਿਉਂਕਿ ਰੂਹਾਨੀਅਤ ਨਾਲ ਜੁੜੇ ਹੋਏ ਲੋਕ ਹਰ ਸਮੇਂ ਜਦੋਂ ਅਸੀਂ ਲਫ਼ਜ਼ ਹਕੀਕਤ ਵੀ ਇਸਤੇਮਾਲ ਕਰਦੇ ਹਾਂ, ਹਕੀਕਤ ਹੱਕ ਚੋਂ ਆਇਆ। ਹੱਕ ਕੱਲਾ ਰਾਈਟ ਨੂੰ ਹੀ ਹੱਕ ਨਹੀਂ ਕਹਿੰਦੇ, ਰੱਬ ਦਾ ਨਾਮ ਵੀ ਹੱਕ ਹੈ। ਜਦੋਂ ਅਨਲ ਹੱਕ ਇਹ ਲਫ਼ਜ਼ ਕਿਹਾ ਜਾਂਦਾ ਸੀ, ਰੱਬ ਹੱਕ ਹੈ, ਰੱਬ ਇਨਸਾਫ ਹੈ, ਰੱਬ ਸੱਚ ਹੈ। ਇਸ ਲਈ ਜਦੋਂ ਅਸੀਂ ਸੱਚ, ਹੱਕ, ਇਨਸਾਫ ਦਾ ਰਸਤਾ ਕਹਿੰਦੇ ਹਾਂ ਤੇ ਤਿੰਨੋਂ ਹੀ ਰੱਬ ਦੇ ਹੀ ਟ੍ਰੇਟ ਨੇ। ਰੱਬ ਸੱਚ ਵੀ ਹੈ, ਰੱਬ ਹੱਕ ਵੀ ਹੈ, ਰੱਬ ਇਨਸਾਫ ਵੀ ਹੈ। ਔਰ ਇਸ ਲਈ ਜਿਹੜਾ ਇਸ ਰਸਤੇ ਦੇ ਉੱਤੇ ਤੁਰਦਾ ਉਸ ਨੂੰ ਅਸੀਂ ਇਸ਼ਕ ਹਕੀਕੀ ਦਾ ਰਸਤਾ ਕਹਿੰਦੇ, ਕਿਉਂਕਿ ਇਸ਼ਕ ਹੱਕ ਦੇ ਨਾਲ ਹੈ। ਔਰ ਉਸ ਹਕੀਕੀ ਚੋਂ ਹੀ ਹਕੀਕਤ ਵੀ ਅਸੀਂ ਬਿਆਨਦੇ ਹਾਂ। ਜਦੋਂ ਅਸੀਂ ਸੱਚ ਕਹਿੰਦੇ ਹਾਂ, ਹਕੀਕਤ ਹਕੀਕੀ ਨਾਲ ਜੁੜਿਆ ਹੋਇਆ, ਹਕੀਕੀ ਹੱਕ ਚੋਂ ਨਿਕਲਦਾ ਹੈ। ਹੁਣ ਹਕੀਕਤ ਇਹ ਵੀ ਹੈ ਬੀਤੇ ਦੇ ਇਤਿਹਾਸ ਦੀ ਵੀ ਔਰ ਅੱਜ ਦੇ ਇਤਿਹਾਸ ਦੀ ਵੀ, ਕਿ ਜੇ ਸਿਆਸੀ ਪਾਵਰ ਆਈ ਤੇ ਫਿਰ ਰੂਹਾਨੀਅਤ ਦੀ ਗੱਲ ਨੂੰ, ਸਰਬੱਤ ਦੇ ਭਲੇ ਦੀ ਗੱਲ ਨੂੰ, ਦੁਸ਼ਟਾਂ ਨੂੰ ਸਜ਼ਾ ਦੇਣ ਦੀ ਗੱਲ ਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਜਾ ਸਕਿਆ। ਨਹੀਂ ਤਾਂ ਹੁਣ 6ਵੇਂ ਪਾਤਸ਼ਾਹ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਹੋਂਦ ਦੇ ਵਿੱਚ ਆਂਦਾ। 4 ਜੰਗਾਂ ਗੁਰੂ ਸਾਹਿਬ ਜਿਹੜੀਆਂ ਨੇ ਉਹ ਲੜਦੇ ਨੇ ਔਰ ਉਸ ਸਾਰੇ ਦੇ ਨਾਲ ਫਿਰ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ। ਖਾਲਸੇ ਦੀ ਸਾਜਨਾ ਔਰ ਪੋਲੀਟੀਕਲ ਪਾਵਰ ਰਾਜ ਕਰੇਗਾ ਖਾਲਸਾ ਦੇ ਨਾਲ। ਉਸ ਸਟਰਗਲ ਦੀ ਸ਼ੁਰੂਆਤ ਜਿਹੜੀ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜਾ ਉਹ ਫਰੈਕਟੀਫਾਈ ਹੁੰਦੀ ਹੈ। ਫਿਰ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਸਰਬੱਤ ਦਾ ਭਲਾ ਵੀ ਹੁੰਦਾ ਹੈ, ਜ਼ਮੀਨ ਵਾਹੁਣ ਵਾਲੇ ਜ਼ਮੀਨ ਦੇ ਮਾਲਕ ਬਣਦੇ ਨੇ, ਇਨਸਾਫ ਦੀ ਗੱਲ ਵੀ ਤੁਰਦੀ ਹੈ, ਹੱਕ ਦੀ ਗੱਲ ਵੀ ਤੁਰਦੀ ਹੈ। ਹੁਣ ਮੈਂ ਅੱਜ ਇਸ ਟੌਪਿਕ ਨੂੰ ਜਿਹੜਾ ਹੈ ਉਹ ਕਿਉਂ ਚੁਣਿਆ, ਕਿਉਂਕਿ ਅੱਜ ਦਾ ਦਿਨ ਜਦੋਂ ਤੁਸੀਂ ਸਿੱਖ ਇਤਿਹਾਸ ਦੇ ਵਰਕਿਆਂ 'ਚ ਦੇਖਦੇ ਹੋ ਤੇ 18 ਜਨਵਰੀ 1774 ਦਾ ਉਹ ਦਿਨ ਸੀ ਜਿਸ ਦਿਨ ਪਹਿਲੀ ਵਾਰ ਸਰਦਾਰ ਬਘੇਲ ਸਿੰਘ, ਜਿਹੜੇ ਕਿ ਕਰੋੜ ਸਿੰਘੀਆ ਮਿਸਲ ਦੇ 12 ਮਿਸਲਾਂ ਚੋਂ ਇੱਕ ਮਿਸਲ ਕਰੋੜ ਸਿੰਘੀਆ ਸੀ, ਕਿਉਂਕਿ ਇਸ ਮਿਸਲ ਨੂੰ ਮਿਸਲਦਾਰ ਸਰਦਾਰ ਕਰੋੜਾ ਸਿੰਘ ਉਹਨਾਂ ਨੇ ਫਾਊਂਡ ਕੀਤਾ ਸੀ, ਉਹਨਾਂ ਦੇ ਮੁਖੀ ਸੀ। ਔਰ ਸਰ ਬਘੇਲ ਸਿੰਘ ਨੇ ਪਹਿਲੀ ਵਾਰ ਦਿੱਲੀ ਦੇ ਵਿੱਚ ਆਪਣੇ, ਕਿਉਂਕਿ ਕਰਨਾਲ ਵੱਲ ਉਹਨਾਂ ਦਾ ਪ੍ਰਭਾਵ ਸੀ ਇਸ ਮਿਸਲ ਕਰੋੜ ਸਿੰਘੀਆ ਦਾ, ਔਰ ਸਬੰਧ ਇਹਨਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸੀ ਔਰ ਝਬਾਲ ਦੇ ਏਰੀਏ ਦੇ ਇਹ ਸਾੜੇ ਦੁਆਲੇ ਦੇ ਨਾਲ ਹੀ। ਔਰ 18 ਜਨਵਰੀ 1774 ਨੂੰ ਪਹਿਲੀ ਵਾਰ ਸ਼ਹਾਦਰਾ, ਅੱਜ ਵੀ ਦਿੱਲੀ ਦੇ ਵਿੱਚ ਸ਼ਹਾਦਰਾ, ਉੱਥੋਂ ਤੱਕ ਜਾ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਫਿਰ ਜਿਹੜਾ ਜੁਲਾਈ 1775 ਦੇ ਵਿੱਚ ਉਹਨਾਂ ਨੇ ਪਹਾੜਗੰਜ ਤੇ ਜੈ ਸਿੰਘਪੁਰਾ ਦੇ ਏਰੀਏਜ਼ ਦੇ ਉੱਤੇ ਕਬਜ਼ਾ ਕੀਤਾ। ਔਰ ਫਿਰ ਅਸੀਂ ਵਾਕਿਫ ਹਾਂ ਕਿ ਕਿਵੇਂ 1783 ਦੇ ਵਿੱਚ 30,000 ਖਾਲਸੇ ਦੀ ਫੌਜ, ਦਲ ਖਾਲਸਾ, ਜਿਸ ਦੀ ਕਮਾਂਡ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ ਇਤਿਹਾਦਕ ਸਿੰਘ ਕਰ ਰਹੇ ਸੀ। ਔਰ ਅੱਜ ਵੀ ਜਿਹੜਾ ਜਿੱਥੇ ਦਿੱਲੀ ਦਾ 30,000 ਕੋਰਟ ਹੈ, ਉਹ ਉਸੇ ਉਹਦਾ ਨਾਂ ਹੀ 30,000 ਇਸ ਲਈ ਹੈ ਵੀ ਉੱਥੇ 30,000 ਖਾਲਸੇ ਦੀ ਫੌਜ ਨੇ ਪੜਾਅ ਕੀਤਾ ਸੀ। ਫਿਰ ਉਹਨਾਂ ਨੇ ਉਸ ਵੇਲੇ ਦੇ ਬਾਦਸ਼ਾਹ ਦਿੱਲੀ ਦੇ ਸ਼ਾਹ ਆਲਮ ਦੀਆਂ ਫੌਜਾਂ ਨੂੰ ਹਰਾ ਕੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਆਪਣਾ ਝੰਡਾ ਲਹਿਰਾਇਆ ਸੀ, ਖਾਲਸਾਈ ਪਰਚਮ। ਔਰ ਖਾਲਸੇ ਦਾ ਰਾਜ ਜਿਹੜਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 12-13 ਵਾਰ ਦਿੱਲੀ ਜਿਹੜੀ ਹੈ ਖਾਲਸੇ ਦੇ ਘੋੜਿਆਂ ਦੇ ਸੁੰਮਾਂ ਥੱਲੇ ਰੋੜੀ ਗਈ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਲਈ ਵੀ ਅਹਿਮੀਅਤ ਰੱਖਦਾ, ਇਕੱਲਾ ਇਹ ਦਿਨ ਨਹੀਂ ਕਿ ਅੱਜ ਦੇ ਦਿਨ ਸਰ ਬਘੇਲ ਸਿੰਘ ਪਹਿਲੀ ਵਾਰ ਦਿੱਲੀ ਦੀਆਂ ਬਰੂਹਾਂ ਟੱਪ ਕੇ ਅੰਦਰ ਦਾਖਲ ਹੋਏ, ਪਰ ਇਹ 1774 ਤੋਂ 1783 ਤੱਕ ਦਾ ਸਫ਼ਰ ਜਿਹੜਾ ਹੈ 9 ਵਰ੍ਹਿਆਂ ਦਾ, ਜਦੋਂ 1783 ਚ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਸਿੱਖ ਕਾਬਜ਼ ਹੁੰਦੇ ਨੇ, ਮੇਰੇ ਲਈ ਉਹਨਾਂ ਵੀਰਾਂ ਭੈਣਾਂ ਨੂੰ ਸਮਝਾਉਣ ਦੇ ਲਈ ਇੱਕ ਭਲੀ ਉਦਾਹਰਣ ਵੀ ਬਣ ਜਾਂਦਾ ਹੈ ਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਦਿੱਲੀ ਦੇ ਸੀਸਗੰਜ ਦਾ ਮੁਕਾਮ ਚਾਂਦਨੀ ਚੌਂਕ। 1675 ਤੋਂ 1783 ਤੱਕ 108 ਸਾਲ ਦਾ ਸਮਾਂ। ਹੁਣ ਇਸ ਪੀਰੀਅਡ ਦੇ ਵਿੱਚ ਇਹ ਨਹੀਂ ਹੈ ਕਿ ਵੀ ਉਹ ਕੋਈ ਯਾਦਗਾਰ, ਕੋਈ ਗੁਰਦੁਆਰੇ ਬਣ ਗਏ ਜਾਂ ਕਿਸੇ ਨੂੰ ਪਤਾ ਵੀ ਰਿਹਾ
ਉਹ ਸਭ ਕੁਝ ਜਿਹੜੀ ਹਕੂਮਤ ਸੀ ਦਿੱਲੀ ਦੀ ਉਹਨੇ ਤਾਂ ਉਹ ਸਾਰੇ ਹੀ ਉਹਨਾਂ ਦਾ ਹੀ ਟੈਰੀਟਰੀ ਸੀ। ਸੋ ਕੋਈ ਗੁਰਦੁਆਰਾ ਉੱਥੇ ਨਹੀਂ ਸੀ। ਉਸੇ ਹੀ ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਆਏ ਸੀ। ਬੰਗਲਾ ਸਾਹਿਬ ਜਿੱਥੇ ਬਾਅਦ ਦੇ ਵਿੱਚ ਸਥਾਪਿਤ ਹੁੰਦਾ ਹੈ, ਉੱਥੇ ਹੀ ਮਾਤਾਵਾਂ ਵੀ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ, ਉਹਨਾਂ ਨੇ ਵੀ ਨਿਵਾਸ ਕੀਤਾ। 10ਵੇਂ ਪਾਤਸ਼ਾਹ ਵੀ ਉਸ ਤੋਂ ਬਾਅਦ ਜਿਹੜੇ ਨੇ ਉਹ ਬਹਾਦਰ ਸ਼ਾਹ ਦੇ ਵੇੜੇ ਜਿੱਥੇ ਅੱਜ ਮੋਤੀ ਬਾਗ ਗੁਰਦੁਆਰਾ ਸੀ। ਲੇਕਿਨ ਇਹਨਾਂ ਦੀ ਕੋਈ ਯਾਦ ਦਹਾਨੀ ਨਹੀਂ ਸੀ, ਕੋਈ ਗੁਰਦੁਆਰਾ ਨਹੀਂ ਸੀ, ਕੋਈ ਈਵਨ ਉਹ ਆਇਡੈਂਟੀਫਾਈ ਵੀ ਨਹੀਂ ਸੀ ਹੋਏ ਕਿਉਂਕਿ ਪੋਲੀਟੀਕਲ ਪਾਵਰ ਨਹੀਂ ਸੀ। ਔਰ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਸੀ ਉਹ ਕਿਸੇ ਹੋਰ ਦੀਆਂ ਯਾਦਾਂ ਨਹੀਂ ਰਹਿਣ ਦਿੰਦੇ ਹੁੰਦੇ। ਔਰ 1783 ਦੇ ਵਿੱਚ ਜਦੋਂ 30,000 ਖਾਲਸਾ ਫੌਜ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕਾਬਜ਼ ਹੁੰਦੀ ਹੈ ਔਰ ਸ਼ਾਹ ਆਲਮ, ਉਸ ਦਾ ਵੱਡਾ ਵਜ਼ੀਰ, ਉਸ ਦੀ ਬੇਗਮ ਜ਼ੀਨਤ ਔਰ ਇਹ ਸਾਰੇ ਜਿਹੜੇ ਨੇ ਇਹ ਖਾਲਸੇ ਦੇ ਨਾਲ ਜਦੋਂ ਸਮਝੌਤਾ ਕਰਦੇ ਨੇ ਤੇ ਪਹਿਲੀ ਸ਼ਰਤ ਇਹ ਰੱਖੀ ਜਾਂਦੀ ਹੈ ਕਿ ਭਾਈ ਇਸ ਸ਼ਹਿਰ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੀਆਂ ਯਾਦਾਂ ਨੇ, ਉਹਨਾਂ ਨਾਲ ਸੰਬੰਧਿਤ ਥਾਵਾਂ ਜਿਨ੍ਹਾਂ ਦੇ ਉੱਤੇ ਕਿਤੇ ਮਸਜਿਦ ਬਣੀ ਹੋਈ ਹੈ, ਕਿਤੇ ਕੋਈ ਹੋਰ ਕਿਸੇ ਦਾ ਕਬਜ਼ਾ ਜਾਂ ਦੂਜਾ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਦੀ ਤਾਮੀਰ ਕਰਵਾਉਣੀ ਹੈ। ਔਰ ਉਸ ਦੇ ਲਈ ਫਿਰ ਉਹੀ 30,000 ਖਾਲਸੇ ਦਾ ਦਲ ਜਿਹੜਾ ਜੇਤੂ ਸੀ ਦਿੱਲੀ ਫਤਿਹ ਕਰਕੇ, ਉਹਨਾਂ ਨੇ ਆਪਣਾ ਟਿਕਾਣਾ ਮਜਨੂ ਕਾ ਟਿੱਲਾ ਬਣਾਇਆ ਜਿਹੜਾ ਦੂਰ ਬਾਰ-ਬਾਰ ਸੀ। ਉਹਨਾਂ ਨੇ ਆਪਣੀਆਂ ਕਿਰਪਾਨਾਂ ਵਾਪਸ ਮਿਆਨਾਂ ਦੇ ਵਿੱਚ ਪਾਈਆਂ ਔਰ ਤਸਲੇ ਔਰ ਦੂਜਾ ਜਿਹੜਾ ਹੈ ਉਸਾਰੀ ਦੇ ਕੰਮ ਦੇ ਵਿੱਚ ਲੱਗ ਗਏ। ਔਰ ਇਹ ਜਿਹੜੀਆਂ ਦਿੱਲੀ ਦੇ ਵਿੱਚ ਅਸੀਂ ਮੁੱਖ ਤੌਰ ਦੇ ਉੱਤੇ 7 ਇਤਿਹਾਸਕ ਗੁਰਦੁਆਰੇ ਦੇਖਦੇ ਹਾਂ, ਇਹਨਾਂ ਦੀ ਨਿਸ਼ਾਨਦੇਹੀ ਵੀ ਕੀਤੀ। ਔਰ ਨਿਸ਼ਾਨਦੇਹੀ ਜਿਵੇਂ ਅੱਜ, ਔਰ ਸਾਨੂੰ ਇਸ ਗੱਲ ਦਾ ਹੁਣ ਮਾਣ ਹੈ ਆਪਣੀ TV 84 ਦੀ ਟੀਮ ਦੇ ਉੱਤੇ ਵੀ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲਾਈਵ ਕੀਰਤਨ ਸਵੇਰੇ ਸ਼ਾਮ ਸਾਡੇ TV 84 ਚੈਨਲ ਤੇ ਹੁੰਦਾ ਔਰ ਹਜ਼ਾਰਾਂ ਸੰਗਤਾਂ ਰੋਜ਼ਾਨਾ ਜਾਂਦੀਆਂ ਨੇ, ਲੱਖਾਂ ਸਾਲ ਦੇ ਵਿੱਚ ਆਉਂਦੀਆਂ। ਪਰ ਇਹ ਇਵੇਂ 1675 ਤੋਂ 1783 ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਮੁਕਾਮ ਕਿੱਥੇ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਔਰ ਜਦੋਂ ਸਿੰਘਾਂ ਨੇ ਦਿੱਲੀ ਦੇ ਵਿੱਚ ਆਪਣੇ ਝੰਡੇ ਗੱਡ ਦਿੱਤੇ, ਫਿਰ ਉਹਨਾਂ ਨੇ ਇਹਨਾਂ ਥਾਵਾਂ ਦੀ ਸ਼ਨਾਖਤ ਸ਼ੁਰੂ ਕੀਤੀ। ਉਹਨਾਂ ਨੂੰ ਜਿਹੜੇ ਬਜ਼ੁਰਗ ਸੀ ਪੁਰਾਣੇ, ਕਿਉਂਕਿ ਕੋਈ ਨਾ ਕੋਈ ਜਿਹੜਾ ਸਰਵਾਈਵ 100 ਸਾਲ ਤੋਂ ਵੱਧ ਕਰ ਜਾਂਦਾ ਸੀ, ਕਿ ਕੋਈ ਹੋਏ ਉਹਨਾਂ ਨੂੰ ਪਤਾ ਹੋਏ ਕਿ ਇੰਨਾ ਪਤਾ ਸੀ ਕਿ ਭਾਈ ਸੀਸਗੰਜ ਜਿਹੜਾ ਚਾਂਦਨੀ ਚੌਂਕ ਸ਼ਹਾਦਤ ਤੋਂ ਇਹ ਵੀ ਸੀ ਕਿ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੰਸਕਾਰ ਜਿਹੜਾ ਉਹਨਾਂ ਦਾ ਸੰਸਕਾਰ ਤਾਂ ਰਕਾਬਗੰਜ ਦੇ ਵਿੱਚ ਹੁੰਦਾ ਧੜ ਦਾ, ਔਰ ਉੱਥੇ ਉਹਨਾਂ ਨੇ ਮੁਕਾਮ ਕੀਤਾ ਸੀ। ਪਿੰਜਰੇ 'ਚ ਉਹਨਾਂ ਨੂੰ ਕੈਦ ਕੀਤਾ ਗਿਆ ਸੀ। ਇੱਕ ਬੁੱਢੀ, ਬਹੁਤ ਬੁੱਢੀ, ਜਿਹਦੀ 100 ਸਾਲ ਤੋਂ ਜ਼ਿਆਦਾ ਉਮਰ ਸੀ, 115 ਜਾਂ ਕਿੰਨੇ ਸਾਲ, ਉਹ ਮਾਸ਼ਕੀ ਦੀ ਕੁੜੀ ਸੀ। ਮਾਸ਼ਕੀ ਉਹੀ ਜਿਹੜੇ ਪਾਣੀ ਢੋਂਦੇ ਨੇ ਜਾਂ ਪਾਣੀ ਦੀ ਸੇਵਾ ਕਰਦੇ ਨੇ। ਉਹਨੇ ਕਿਹਾ ਕਿ ਵੀ ਮੈਂ ਬਹੁਤ ਛੋਟੀ ਸੀ, 8-9 ਸਾਲ ਦੀ ਸੀ, ਜਦੋਂ ਮੈਂ ਆਪਣੇ ਦਾਦੇ ਦੇ ਨਾਲ ਉਸ ਥੜੇ ਨੂੰ ਧੋਤਾ ਸੀ ਜਿਹਦੇ ਉੱਤੇ ਜਿਹੜਾ ਉਹ ਲਹੂ ਸੀ ਔਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਫਿਰ ਖੂਹ ਵੀ ਉਹਦੇ ਨੇੜੇ ਮਿਲਿਆ ਔਰ ਉਸ ਥਾਂ ਦੇ ਉੱਤੇ ਉਸ ਚਬੂਤਰੇ ਦੀ ਪਛਾਣ ਹੋਈ ਕਿ ਭਾਈ ਇੱਥੇ ਹੈ। ਫਿਰ ਇਹ ਵੀ ਸੀ ਵੀ ਕੋਤਵਾਲੀ, ਜਿਹੜੀ ਬਾਅਦ ਦੇ ਵਿੱਚ ਸਿੱਖਾਂ ਨੂੰ ਕਬਜ਼ਾ ਮਿਲਿਆ 1970 ਕਿ ਇੱਥੇ ਗੁਰੂ ਸਾਹਿਬ ਨੂੰ ਕੈਦ ਰੱਖਿਆ ਗਿਆ ਸੀ। ਇਸੇ ਹੀ ਚਾਂਦਨੀ ਚੌਂਕ, ਇਸੇ ਹੀ ਕੋਤਵਾਲੀ 'ਚ ਭਾਈ ਮਤੀ ਦਾਸ, ਭਾਈ ਸਦੀ, ਉਹ ਕੋਤਵਾਲੀ ਬਹੁਤ ਪੁਰਾਣੀ ਸੀ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਅਲਟੀਮੇਟਲੀ ਇਸ ਥਾਂ ਦੀ ਪਛਾਣ। ਔਰ ਇਹ ਇਕੱਲਾ ਇਹੀ ਨਹੀਂ, ਸਾਰੇ ਜਿਹੜੇ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਦੀ ਲਿਸਟ ਮੇਰੇ ਸਾਹਮਣੇ ਹੈ, 7 ਵੱਡੇ ਗੁਰਦੁਆਰੇ ਇਸ ਦੌਰ ਦੇ ਵਿੱਚ 1783 'ਚ ਜਿਨ੍ਹਾਂ ਦੀ ਸ਼ਨਾਖਤ ਹੋਈ, ਉਹਨਾਂ ਦੇ ਨਾਲ ਜ਼ਮੀਨਾਂ ਲਾਈਆਂ ਗਈਆਂ, ਉੱਥੇ ਇਮਾਰਤਾਂ, ਉਹ 30,000 ਖਾਲਸੇ ਦੀ ਫੌਜ। ਫਿਰ ਉਹਨਾਂ ਨੇ ਆਪਣੇ ਹੱਥੀਂ ਕਾਰ ਸੇਵਾ ਦੇ ਨਾਲ ਗੁਰਦੁਆਰਾ ਸਾਹਿਬ ਬਣਾਏ। ਉਹਨਾਂ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਸਭ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕਰਦੇ ਨੇ। ਫਿਰ ਜਦੋਂ ਅਸੀਂ ਦੇਖਦੇ ਹਾਂ ਗੁਰਦੁਆਰਾ ਮਾਤਾ ਸੁੰਦਰੀ ਜੀ, ਜਿੱਥੇ ਕਿ ਇੱਕ ਸਰਦਾਰ ਜਵਾਹਰ ਸਿੰਘ ਦੀ ਹਵੇਲੀ 'ਚ ਲੁਕ ਛਿਪ ਕੇ ਇਹ ਮਾਤਾਵਾਂ ਜਿਹੜੀਆਂ ਨੇ ਉਹ ਰਹਿੰਦੀਆਂ ਰਹੀਆਂ। ਬੰਗਲਾ ਸਾਹਿਬ ਜਿਹੜਾ ਕਦੇ ਰਾਜਾ ਜੈ ਸਿੰਘ ਦਾ ਬੰਗਲਾ ਸੀ, ਔਰ ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ
ਜਿਹੜੇ ਨੇ ਉਹ ਆ ਕੇ ਰੁਕੇ ਸੀ। ਔਰ ਇਸ ਤੋਂ ਹੀ ਇਹ ਬੰਗਲਾ ਸਾਹਿਬ ਗੁਰਦੁਆਰਾ, ਜੀ ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਨੇ ਜਿਹੜੇ ਉੱਥੇ ਹੀ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ ਦਾ ਅੰਤਮ ਸੰਸਕਾਰ ਵੀ ਇੱਥੇ ਹੀ ਹੋਇਆ। ਇਸ ਨੂੰ ਅੱਜ ਗੁਰਦੁਆਰਾ ਬਾਲਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਔਰ ਗੁਰਦੁਆਰਾ ਮੋਤੀ ਬਾਗ, ਇੱਥੇ 10ਵੇਂ ਪਾਤਸ਼ਾਹ ਨੇ ਆ ਕੇ ਨਿਵਾਸ ਕੀਤਾ ਸੀ। ਇੱਥੋਂ ਹੀ ਉਹਨਾਂ ਨੇ ਤੀਰ ਛੱਡਿਆ ਸੀ ਜਿੱਥੇ ਕਿ ਬਹਾਦਰ ਸ਼ਾਹ ਰੁਕਿਆ ਹੋਇਆ ਸੀ ਉਸ ਵੱਲ, ਤਾਂ ਕਿ ਇਹ ਇੱਕ ਯਾਦਗਾਰ ਰਹੇ ਕਿ ਭਾਈ ਤੇਰੇ ਨਾਲ ਜਿਹੜੇ ਕੀਤੇ ਤੂੰ ਇਕਰਾਰ ਜਿਹੜੇ ਸਾਡੇ ਨਾਲ ਕੀਤੇ ਨੇ ਉਹਨਾਂ ਨੂੰ ਪੁਗਾਣਾ। ਔਰ ਇਸ ਦੇ ਨਾਲ ਗੁਰਦੁਆਰਾ ਮਜਨੂ ਟਿੱਲਾ, ਜਿੱਥੇ ਕਦੇ, ਔਰ ਇਹਦੇ ਨਾਲ ਹੀ ਨਾਨਕ ਪਿਆਊ ਵੀ ਗੁਰਦੁਆਰਾ ਹੈ। ਇੱਕ ਗੁਰੂ ਕਾ ਸਿੱਖ ਜਿਹੜਾ ਇੰਨਾ ਕੁ ਗੁਰੂ ਦੇ ਪਿਆਰ ਦੇ ਵਿੱਚ ਜਿਹੜਾ ਉਹ ਭਿੱਜਿਆ ਹੋਇਆ ਸੀ ਕਿ ਉਹਨੂੰ ਲੋਕ ਮਜਨੂ ਕਹਿੰਦੇ ਸੀ। ਔਰ ਇਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਨਿਕਲੇ 52 ਰਾਜਿਆਂ ਨੂੰ ਰਿਹਾ ਕਰਵਾ ਕੇ, ਤਾਂ ਉਹਨਾਂ ਨੇ ਵੀ ਮਜਨੂ ਟਿੱਲਾ, ਇਸ ਸਿੱਖ ਦੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਮੇਲ ਹੁੰਦਾ ਹੈ, ਜਾਂ ਸਿੱਖ ਨੂੰ ਉਹ ਪਿਆਰ 'ਚ ਆਪਣੀ ਗੱਲ ਵੱਖਰੀ 'ਚ ਲੈਂਦੇ ਨੇ। ਔਰ ਇਹ ਥਾਂ ਗੁਰੂ ਨਾਨਕ ਸਾਹਿਬ ਔਰ 6ਵੇਂ ਪਾਤਸ਼ਾਹ ਦੀ ਯਾਦ ਦੇ ਨਾਲ ਜੁੜੀ ਹੋਈ ਹੈ। ਹੁਣ ਇਹ ਇਸ ਲਈ ਆਪਣੇ ਆਪ ਦੇ ਵਿੱਚ ਅਹਿਮੀਅਤ ਵਾਲੀ ਗੱਲ ਹੈ। ਔਰ ਮੈਂ ਇਹ ਯਾਦ ਦਹਾਨੀ ਕਰਵਾ ਦਿਆਂ ਕਿ 108 ਸਾਲ, ਕਿਉਂਕਿ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਇਸ ਲਈ ਕੋਈ ਗੁਰਦੁਆਰੇ ਜਾਂ ਕੋਈ ਇਤਿਹਾਸਕ ਯਾਦ ਵੀ ਨਹੀਂ ਸੀ। ਜੇ ਦਿੱਲੀ ਦੇ ਉੱਤੇ ਸਿੱਖਾਂ ਦਾ ਕਬਜ਼ਾ ਨਾ ਹੁੰਦਾ, ਔਰ ਇਹ ਇਕੱਲਾ ਹੀ ਨਹੀਂ ਸੀ, ਉਹਨਾਂ ਨੇ ਜਿਹੜੀ ਡੀਲ ਉਸ ਵੇਲੇ ਦੇ ਮੁਗਲ ਬਾਦਸ਼ਾਹ ਦੇ ਨਾਲ ਬਣਾਈ ਸੀਗੀ, ਉਹਦੇ ਥੱਲੇ 3 ਲੱਖ ਰੁਪਇਆ ਜਿਹੜਾ ਉਹ ਗਿਫਟ ਦੇ ਤੌਰ ਤੇ ਮੁਗਲਿਆ ਬਾਦਸ਼ਾਹ ਨੇ ਜਿਹੜਾ ਉਹ ਸਿੱਖ 30,000 ਸਿੱਖਾਂ ਦੇ ਜਥੇਦਾਰਾਂ ਨੂੰ ਭੇਟ ਕੀਤਾ। ਕੋਤਵਾਲੀ ਏਰੀਆ ਜਿਹੜੀ ਹੈ ਉਹਦੇ 'ਚ ਖਾਲਸਾ ਆਰਮੀ ਹਮੇਸ਼ਾ ਲਈ ਬੈਠੀ ਰਹੇਗੀ, ਉਸਦਾ ਹੋਏਗਾ। ਔਰ ਧਾਰਮਿਕ ਥਾਵਾਂ ਦੀ ਗੱਲ ਸਾਡੇ ਸਾਹਮਣੇ ਹੈ ਕਿ 4000 ਜਿਹੜੇ ਘੋੜ ਚੜੇ ਸਿੱਖ ਨੇ ਉਹ ਦਿੱਲੀ ਦੇ ਵਿੱਚ ਰਹਿਣਗੇ। ਔਰ ਇਸੇ ਤਰ੍ਹਾਂ ਸਰ ਬਘੇਲ ਸਿੰਘ ਹੋਰਾਂ ਨੇ ਇੱਕ ਸਬਜ਼ੀ ਮੰਡੀ ਦੇ ਵਿੱਚ ਆਪਣੀ ਚੁੰਗੀ ਵੀ ਸਥਾਪਿਤ ਕੀਤੀ। ਔਰ ਇਹ ਵੀ ਡੀਲ ਦਾ ਹਿੱਸਾ ਸੀ ਕਿ ਜਿੰਨਾ ਰੈਵਨਿਊ ਦਿੱਲੀ ਦੇ ਵਿੱਚ ਜਿਹੜਾ ਹੋਏਗਾ ਉਹਦਾ 33% ਜਿਹੜਾ ਉਹ ਖਾਲਸੇ ਤੱਕ ਪਹੁੰਚਾਇਆ ਜਾਏਗਾ। ਔਰ ਜਿਹੜਾ ਮੁਗਲਿਆ ਸਲਤਨਤ ਵੱਲੋਂ ਫਿਰ ਹਰਜਾਨਾ ਦਿੱਤਾ ਗਿਆ 3 ਲੱਖ ਰੁਪਏ ਦਾ, ਉਹ ਸਿੱਖਾਂ ਨੇ ਕਿਹਾ ਕਿ ਭਾਈ ਨਹੀਂ, ਅਸੀਂ ਜਿਹੜਾ ਗੁਰਦੁਆਰੇ ਦੀ ਉਸਾਰੀ ਤਾਂ ਕਰਾਂਗੇ ਆਪ, ਪਰ ਇਹ ਅਸੀਂ ਜਿਹੜਾ ਜ਼ਰੂਰਤਮੰਦਾਂ ਦੇ ਲਈ ਦਿਆਂਗੇ ਇਸ ਸਾਰੇ ਨੂੰ। ਔਰ ਦਿੱਲੀ ਦੇ ਵਿੱਚ ਅੱਜ ਵੀ ਇਕੱਲਾ ਇਹੀ ਨਹੀਂ ਵੀ 30,000 ਹੀ ਸਿੱਖਾਂ ਦੀ ਯਾਦ ਦਹਾਨੀ ਕਰਵਾਉਂਦਾ। ਲਾਲ ਕਿਲੇ 'ਚ ਕਿਸ ਦਰਵਾਜ਼ੇ ਰਾਹੀਂ ਸਿੱਖ ਵੜੇ, ਉਸ ਨੂੰ ਅੱਜ ਵੀ ਮੋਰੀ ਦਰਵਾਜ਼ਾ ਕਿਹਾ ਜਾਂਦਾ ਹੈ, ਉਸ ਮੋਰੀ ਦਾ ਇਸਤੇਮਾਲ ਕੀਤਾ। ਔਰ ਦਿੱਲੀ ਦੇ ਵਿੱਚ ਇੱਕ ਪੁੱਲ ਮਿਠਾਈ ਨਾਂ ਦੀ ਥਾਂ ਹੈ। ਇਹ ਉਹ ਥਾਂ ਹੈ ਜਿੱਥੇ ਕਿ ਰੋਜ਼ਾਨਾ ਖਾਲਸੇ ਦੇ ਦਲਾਂ ਵੱਲੋਂ ਗਰੀਬਾਂ ਨੂੰ ਰੱਜ ਕੇ ਜਿੱਥੇ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਸੀ, ਉਹਨਾਂ ਨੂੰ ਖਾਸ ਤਰ੍ਹਾਂ ਦੀਆਂ ਮਠਿਆਈਆਂ ਵੀ ਜਿਹੜੀਆਂ ਨੇ ਉਹ ਖਵਾਈਆਂ ਜਾਂਦੀਆਂ ਸੀ ਕਿ ਭਾਈ ਖਾਲਸੇ ਦਾ ਰਾਜ ਹੈ, ਤੁਸੀਂ ਮੌਜਾਂ ਕਰੋ। ਔਰ ਉਹਦਾ ਨਾਂ ਅੱਜ ਵੀ ਪੁੱਲ ਮਠਾਈ ਹੈ, ਕਿਉਂਕਿ ਉਸ ਪੁੱਲ ਦੇ ਆਲੇ ਦੁਆਲੇ ਜਿਹੜੇ ਨੇ ਗਰੀਬ ਗੁਰਬੇ ਲੋੜਵੰਦ ਇਕੱਠੇ ਹੁੰਦੇ ਸੀ। ਸੋ ਮੈਂ ਜਿੱਥੇ ਇਸ ਦਿਨ ਨੂੰ ਰੈਕਗਨਾਈਜ਼ ਕਰ ਰਿਹਾ ਕਿ ਭਾਈ ਅੱਜ ਪਹਿਲਾ ਫੁੱਟ ਹੋਲਡ ਮਿਲਿਆ ਸੀ ਬਰੂਹਾਂ ਟੱਪ ਕੇ ਸ਼ਹਾਦਰੇ ਤੱਕ, ਔਰ ਫਿਰ ਪਹਾੜਗੰਜ ਤੱਕ, ਔਰ ਫਿਰ 1783 ਦਿੱਲੀ ਤੱਕ। ਪਰ ਮੈਂ ਐਡਰੈਸ ਉਹਨਾਂ ਨੂੰ ਕਰ ਰਿਹਾ ਕਿ ਜੇ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਾ ਹੁੰਦੀ, ਉਹ ਇਕੱਲਾ ਇਹੀ ਨਹੀਂ ਸੀ ਕਿ ਦਿੱਲੀ 'ਚ ਹੋਇਆ। ਫਿਰ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜੇ ਵੀਰ ਭੈਣਾਂ ਸਾਡੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ, ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਹੀ ਬੁੰਗਾ ਰਾਮਗੜੀਆ, ਉਸ ਨੂੰ ਜ਼ਰੂਰ ਕਰਨ। ਮਹਾਰਾਜ ਦਾ ਪ੍ਰਕਾਸ਼ ਹੈ, ਔਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਹ ਸਿੱਲ ਹੈ, ਪੱਥਰ, ਜਿਹੜੀ ਦਿੱਲੀ ਤਖਤ, ਹਾਲਾਂਕਿ 1739 ਦੇ ਵਿੱਚ ਜਿਹੜਾ ਦਿੱਲੀ ਦਾ ਤਖਤੇ ਤਾਊਸ ਸੀ, ਤਾਊਸ ਫਾਰਸੀ 'ਚ ਮੋਰ ਨੂੰ ਕਹਿੰਦੇ ਨੇ, ਮੋਰ ਦੀ ਸ਼ਕਲ ਦਾ, ਉਹ ਤਾਂ ਨਾਦਰ ਸ਼ਾਹ ਲੈ ਗਿਆ ਸੀ 1739 ਜਿਹੜਾ 1739 'ਚ। ਉਹ ਅੱਜ ਵੀ ਈਰਾਨ ਦੇ ਤਹਿਰਾਨ ਵਿਚਲੇ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ। ਪਰ ਜਿਸ ਤਖਤ ਦੇ ਉੱਤੇ ਬੈਠ ਕੇ ਮੁਗਲਾਂ ਦੇ ਬਾਦਸ਼ਾਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਬਾਕੀ ਸਾਰੇ ਜਿਹੜੀ ਸਿੱਖ ਨਸਲਕੁਸ਼ੀ ਦੇ ਆਰਡਰ ਕੱਢਦੇ ਰਹੇ, ਹੁਣ ਇਹ ਸੀ ਕਿ ਭਾਈ ਅਸੀਂ ਵਾਪਸ ਆ ਕੇ ਹੁਣ ਤੁਹਾਡੇ ਜ਼ੁਲਮਾਂ ਦਾ ਹਿਸਾਬ ਕਰ ਰਹੇ। ਔਰ ਸਰ ਜੱਸਾ ਸਿੰਘ ਰਾਮਗੜੀਏ ਨੇ ਉਸ ਸਿੱਲ ਨੂੰ ਜਿਹੜੀ ਤਖਤ ਦੀ ਸੀ ਉਸ ਨੂੰ ਸੰਗਲਾਂ ਦੇ ਨਾਲ ਲਪੇਟਿਆ, ਔਰ ਉੱਥੋਂ ਘੜੀਸ ਕੇ
ਅੰਮ੍ਰਿਤਸਰ ਲਿਆਂਦਾ ਦਰਬਾਰ ਸਾਹਿਬ ਕਿ ਭਾਈ ਜਿਵੇਂ ਉਹ ਜੰਗੀ ਕੈਦੀ ਲਿਆਂਦੇ ਜਾਂਦੇ ਨੇ ਕਿ ਇੱਥੋਂ ਸਾਡੇ ਖਿਲਾਫ ਜ਼ੁਲਮਾਂ ਦੇ ਆਰਡਰ ਨਿਕਲਦੇ ਸੀ। ਔਰ ਅੱਜ ਵੀ ਜਿਹੜੀ ਬੁੰਗਾ ਰਾਮਗੜੀਆ ਦੇ ਵਿੱਚ ਉਹ ਸਿੱਲ ਹੈ ਥੱਲੇ, ਉਹ ਉਹੀ ਹੈ ਜਿਹੜੀ 1783 ਚ ਦਿੱਲੀ ਦੇ ਤਖਤ ਦੀ ਉਖਾੜ ਕੇ ਉਹਨੂੰ ਚੇਨਜ਼ ਪਾ ਕੇ ਜਿਵੇਂ ਕੈਦੀਆਂ ਨੂੰ ਲਿਆਂਦਾ ਜਾਂਦਾ ਹੈ ਕਿ ਆਓ ਗੁਰੂ ਰਾਮਦਾਸ ਦੇ ਦਰਬਾਰ ਆ ਕੇ ਆਪਣੀ ਅਕਾਊਂਟੇਬਿਲਟੀ ਦਿਓ। ਤੇ ਇਹ ਰਾਜ ਸ਼ਕਤੀ ਦਾ ਕਮਾਲ ਹੁੰਦਾ। ਅੱਜ ਅਸੀਂ ਸਟਰਗਲ ਕਰ ਰਹੇ ਹਾਂ ਕਿ ਜੀ ਸਾਡਾ ਗੁਰਦੁਆਰਾ ਮਠਨ ਮੰਦਿਰ ਚ ਕਨਵਰਟ ਕਰ ਦਿੱਤਾ ਹੈ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਚ ਉਹਦੇ ਤੇ ਕਬਜ਼ਾ ਕਰ ਲਿਆ। ਅਸੀਂ ਜਗਨਨਾਥਪੁਰੀ ਦੀ ਗੱਲ ਕੀਤੀ ਸੀ ਕਿ ਭਾਈ ਉੱਥੇ ਵੀ ਕਿਵੇਂ ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਆਏ ਰੁਕੇ ਮੰਗੂ ਮੱਠ ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ। ਸਿੱਕਮ ਦੇ ਗੁਰਦੁਆਰੇ 'ਚ ਕੀ ਹੋਇਆ, ਨਵੰਬਰ 84 'ਚ ਉਸੇ ਦਿੱਲੀ ਦੇ ਵਿੱਚ ਕਿੰਨੀਆਂ ਆਬਾਦੀਆਂ ਦੇ ਗੁਰਦੁਆਰੇ ਸਾਫ਼ ਕਰ ਦਿੱਤੇ ਗਏ, ਕਿੰਨੇ ਹਜ਼ਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਗਏ। ਇਹ ਰਾਜ ਸ਼ਕਤੀ ਜਿਨ੍ਹਾਂ ਦੇ ਕੋਲ ਹੈ ਉਹ ਕਰ ਰਹੇ ਨੇ ਤੇ ਹਿਸਾਬ ਕਿਤਾਬ ਉਦੋਂ ਹੀ ਹੁੰਦਾ ਜਦੋਂ ਤੁਹਾਡੇ ਕੋਲ ਰਾਜ ਸ਼ਕਤੀ ਹੁੰਦੀ ਹੈ। ਇਸੇ ਲਈ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ हैं। ਤੇ ਇਹ ਵੀ ਯਾਦ ਦਹਾਨੀ ਕਰਵਾਈ कि को किसी को राज न दे हैं, जो ले हैं निज बल से ले हैं। और कंक्लूजन च कुदरती मैं अज पंथ प्रकाश देख रहा सी और ये जंगजू होना किवें अपनी ताकत दे बलबूते पंथ ने 18वीं सदी दे विच दा इतिहास बदलिया सी और किन्ना अहम है। बहुत वार जदों असीं ये भी पंथ प्रकाश की कोट दोहरांदे कि जात पात ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਗੁਰੂ ਤੋਂ ਮੰਗਿਆ ਲੜਾਈ ਪੜਾਈ। ਦੰਗਾ ਅੱਜ ਮਾੜੇ ਜਿਹੜੇ ਸੈਂਸ ਯੂਜ਼ ਕੀਤਾ ਜਾਂਦਾ ਹੈ ਰਾਈਟਿੰਗ ਦੀ, ਪਰ ਦੰਗਾ ਵੀ ਖਾਲਸਾ। ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ ਕਿ ਸਿੱਖ ਹਮੇਸ਼ਾ ਜੰਗ ਦੀ ਹਾਲਤ 'ਚ ਹੁੰਦਾ ਹੈ। ਤਿਆਰ ਬਰ ਤਿਆਰ ਲਫ਼ਜ਼ ਹੀ ਇੱਥੋਂ ਆਇਆ। ਔਰ ਪੰਥ ਪ੍ਰਕਾਸ਼ ਦੇ ਵਿੱਚ ਇਹ ਕੋਟ ਹੈ, ਸਿੰਘਨ ਪੰਥ ਕਬ ਲੁਕ ਛਿਪ ਹੋਇਓ, ਸਿੰਘਨ ਪੰਥ ਕਬ ਲੁਕੈ ਲਕੋਇਓ, ਸਿੰਘਨ ਪੰਥ ਜੁੱਧ ਕੋ ਭਇਓ, ਸਿੰਘਨ ਜਨਮ ਸੰਗ ਸ਼ਸਤਰਨ ਲਿਓ, ਸਿੰਘਨ ਪਹੁਲ ਖੰਡੇ ਕੀ ਦੇਈ, ਸਿੰਘਨ ਗੁੜਤੀ ਖੰਡੇ ਕੀ ਲਈ, ਸਿਰ ਪਰ ਚੱਕਰ ਕਰ ਦੇ ਧਾਰੇ, ਕਦ ਵੋ ਲੁਕੈ ਜਿਮ ਸ਼ੇਰ ਨਖ ਵਾਰੇ, ਪੰਥ ਰਚਿਓ ਇਸ ਸਤਿਗੁਰ ਪੂਰੇ, ਯੁੱਧੇ ਖਾਤਰ ਕਰਨ ਜ਼ਹੂਰੇ, ਬਿਨ ਯੁੱਧੇ ਕਬ ਪਾਈਅਤ ਪਾਤਸ਼ਾਹੀ। ਜੰਗ ਤੋਂ ਬਿਨਾਂ ਵੀ ਕਦੇ ਪਾਤਸ਼ਾਹੀਆਂ ਮਿਲਦੀਆਂ ਨੇ। ਬਿਨ ਯੁੱਧੇ ਕਬ ਪਈਅਤ ਪਾਤਸ਼ਾਹੀ, ਆਦ ਯੁੱਧੇ ਬਿਦ ਗੁਰੂ ਜ਼ਰੂਰੇ, ਬਿਨ ਯੁੱਧੇ ਕਬ ਪਾਈਅਤ ਪਾਤਸ਼ਾਹੀ, ਆਦ ਯੁੱਧੇ ਬਿਦ ਗੁਰੂ ਉਠਾਈ। ਕਿ ਗੁਰੂ ਨੇ ਸਾਨੂੰ ਯੁੱਧ ਦਿੱਤਾ ਹੈ, ਸਾਨੂੰ ਸ਼ਸਤਰ ਦਿੱਤੇ ਨੇ। ਪਾਹੁਲ ਅਸੀਂ ਖੰਡੇ ਦੀ ਲਈ ਹੈ। ਹੁਣ ਪਾਹੁਲ ਅੰਮ੍ਰਿਤ ਛਕਣਾ, ਉਹਦੇ 'ਚ ਕੋਈ ਧਾਗਾ ਨਹੀਂ ਫੇਰਿਆ ਹੋਇਆ, ਦੋ ਧਾਰੀ ਤਲਵਾਰ ਹੈ ਜਿਹਨੂੰ ਅਸੀਂ ਖੰਡਾ ਕਹਿੰਦੇ ਹਾਂ ਕਿ ਲੋਹੇ ਦੀ ਪਾਹ ਹੈ, ਗੁਰੂ ਦੀ ਬਾਣੀ ਹੈ। ਔਰ ਇਹ ਜਿਹੜੀ ਹੈ ਸਿੰਘਨ ਪਾਹੁਲ ਖੰਡੇ ਕੀ ਦੇਈ, ਸਿੰਘਨ ਗੁੜਤੀ ਖੰਡੇ ਕੀ ਲਈ। ਪਾਹੁਲ ਦਾ ਮਤਲਬ ਹੀ ਸਾਨੂੰ ਗੁੜਤੀ ਖੰਡੇ ਦੀ ਦਿੱਤੀ ਹੋਈ ਹੈ। ਤੇ ਫਿਰ ਇਹ ਵੀ ਹੈ ਕਿ ਭਾਈ ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਆ ਜਿਹੜੀਆਂ ਬਾਹਮਣਾਂ ਦੇ ਛੱਜ ਅਸੀਂ ਨਾਲ ਬੰਨੇ ਹੋਏ ਨੇ ਜਾਤ ਪਾਤ ਦੇ, ਇਹ ਸਿੱਖਾਂ ਦੀ ਜਾਤ ਪਾਤ ਨਹੀਂ ਹੈ। ਸਿੱਖਾਂ ਦੀ ਜਾਤ ਪਾਤ ਹੈ ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਇੱਕ ਪਾਸੇ ਅਸੀਂ ਆਪਣੇ ਅੰਦਰ ਦੇ ਨਾਲ ਵਿਕਾਰਾਂ ਦੇ ਨਾਲ ਲੜਨਾ। ਇੱਕ ਲੜਾਈ ਸਾਡੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਹੈ, ਪਰ ਪਾਤਸ਼ਾਹੀ ਲੈਣ ਲਈ ਵੀ ਜਿਹਨੂੰ ਕਿਹਾ ਸਿੰਘਾਂ ਨੇ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਇਸ ਰਾਜ ਲਈ ਲੜਦੇ ਹੋਏ ਮਰ ਜਾਾਂਗੇ। ਸੋ ਬਿਨਾਂ ਪੋਲੀਟੀਕਲ ਪਾਵਰ ਤੋਂ ਨਾ ਸਰਬੱਤ ਦਾ ਭਲਾ ਹੋ ਸਕਦਾ ਹੈ, ਨਾ ਧਰਮ ਦਾ ਰਾਜ ਸਥਾਪਿਤ ਹੋ ਸਕਦਾ ਹੈ। ਪੋਲੀਟੀਕਲ ਪਾਵਰ ਖਾਲਿਸਤਾਨ ਇਸੇ ਲਈ ਲੈਣਾ ਕਿ ਤਾਂ ਕਿ ਸਾਜ ਤੇ ਦੀਵਾਨ ਰਹੇ, ਗੁਰੂ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ पंथ महाराज के। जी राज साहब थोड़ा बहुत शुक्रिया। सुनते रहने ब्रेक भी और तो इसी तरह बने रहना। मिलते हैं छोटे जे ब्रेक तो बाद। यूके, जनेवा, इटली, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ।
ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਸ਼ੁਰੂ ਹੋਇਆ, ਜਿਸ ਨੂੰ ਦੁਨੀਆ ਭਰ ਦੇ ਸਿੱਖਾਂ ਵੱਲੋਂ ਹਮਾਇਤ ਮਿਲਣੀ ਸ਼ੁਰੂ ਹੋਈ ਹੈ। ਸੋ ਬੀਤੇ ਕੱਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਮੋਰਚੇ ਵਿੱਚ ਆਏ, ਉਹਨਾਂ ਦੀ ਕਾਰ ਦੀ ਭੰਨਤੋੜ ਕੀਤੀ ਗਈ। ਪੰਥਕ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਇਸ ਕਿਸਮ ਦੀਆਂ ਹਰਕਤਾਂ ਕਿਸ ਨੂੰ ਫਾਇਦਾ ਪਹੁੰਚਾਉਣਗੀਆਂ। ਸੋ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਸਿਆਣਪ ਦੇ ਨਾਲ ਜਿਹੜੇ ਅੱਗੇ ਵਧਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਅਸੀਂ ਲਾਈਵ ਚੈਟ ਤੇ ਜੁੜੇ ਹੋਏ ਆਪਣੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਗੁਰਦੇਵ ਸਿੰਘ ਔਰ ਲਿਖਦੇ ਨੇ ਕਿ ਗ੍ਰੇਟ ਪ੍ਰੋਗਰਾਮ, ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ। ਸੋਨੂ ਚੱਜ ਜੀ ਉਹਨਾਂ ਨੇ ਫਤਿਹ ਬੁਲਾਈ ਹੈ, ਕੁਵੈਤ ਤੋਂ ਲਿਖਦੇ ਨੇ। ਚੜ੍ਹਦੀ ਕਲਾ ਲਖਵਿੰਦਰ ਕੌਰ ਜੀ ਨੇ ਫਤਿਹ ਬੁਲਾਈ ਹੈ। ਇਸੇ ਤਰ੍ਹਾਂ ਹੋਰ ਵੀ ਸੰਗਤ ਯਮੁਨਾ ਨਗਰ ਹਰਿਆਣਾ, ਪ੍ਰਭ ਕੌਰ ਉਹ ਯਮੁਨਾ ਨਗਰ ਤੋਂ ਦੇਖ ਰਹੇ ਨੇ। ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਸਵੰਤ ਸਿੰਘ ਜੀ, ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ। ਇੱਕ ਸਾਡੇ ਵੀਰ ਜੀ ਨੇ ਇਤਰਾਜ਼ ਕੀਤਾ, ਉਹਨਾਂ ਨੇ ਕਿਹਾ ਜੀ ਇਹ ਜਿਹੜੇ ਆਗੇ ਨਾਲ ਫੇਰੇ ਲੈਣੇ ਨੇ ਇਹ ਕਿਹੜੀ ਮਰਿਆਦਾ ਹੈ? ਜ਼ਾਹਰ ਹੈ ਕੂਕਿਆਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ। ਅਸੀਂ ਕੱਲ ਵੀ ਇਹ ਕਿਹਾ ਸੀ ਕਿ ਭਾਈ ਜਿਹੜਾ ਕੂਕਾ ਦਲ ਬਾਅਦ ਦੇ ਵਿੱਚ ਰਿਹਾ ਸਾਹਮਣੇ, ਜਾਂ ਉਹਨਾਂ ਵਿਚਲੀਆਂ ਜਿਹੜੀਆਂ ਬ੍ਰਾਹਮਣਿਕਲ ਪ੍ਰੈਕਟਿਸਿਸ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਕੰਡੈਮ ਵੀ ਕਰਦੇ ਹਾਂ ਔਰ ਇਹ ਹਿੰਦੂਤਵਾ ਦਾ ਹੀ ਪ੍ਰਭਾਵ ਹੈ। ਵੈਸੇ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਸਿੱਖ ਰਾਜ ਜਾਣ ਤੋਂ ਬਾਅਦ ਬ੍ਰਾਹਮਣਵਾਦ ਦਾ ਇੰਨਾ ਕੁ ਪ੍ਰਭਾਵ ਸੀ ਕਿ ਮੈਜੋਰਿਟੀ ਸਿੱਖ ਅੱਗ ਨਾਲ ਹੀ ਫੇਰੇ ਰਹਿੰਦੇ। ਇਹ ਤਾਂ ਨਿਰੰਕਾਰੀ ਮੂਵਮੈਂਟ ਜਿਹੜੀ ਚੱਲਦੀ ਹੈ 1860ਵਿਆਂ ਦੇ ਵਿੱਚ ਰਾਵਲਪਿੰਡੀ ਦੇ ਏਰੀਏ 'ਚ, ਔਰ ਉਦੋਂ ਬਾਬਾ ਦਿਆਲ ਜੀ ਜਿਨ੍ਹਾਂ ਨੇ ਆਪਣੇ ਅੱਗੋਂ ਬੇਟੇ ਦਰਬਾਰਾ ਸਿੰਘ ਦਾ ਆਨੰਦ ਕਾਰਜ ਕੀਤਾ ਗੁਰੂ ਗ੍ਰੰਥ ਸਾਹਿਬ ਨਾਲ, ਔਰ ਉਦੋਂ ਵੀ ਦਰਬਾਰ ਸਾਹਿਬ ਔਰ ਅਕਾਲ ਤਖਤ ਦੇ ਪੁਜਾਰੀ ਅੱਗ ਦੇ ਫੇਰਿਆਂ ਵਾਲੇ ਸੀ। ਔਰ ਇਹ ਵੱਡਾ ਇਸ ਦੇ ਉੱਤੇ ਸਟਰਗਲ ਹੋਈ 1909 ਦੇ ਵਿੱਚ ਜਦੋਂ ਆਨੰਦ ਮੈਰਿਜ ਐਕਟ ਪਾਸ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਜਿਹੜੇ ਨੇ ਉਹਨੂੰ ਕਾਨੂੰਨੀ ਰੈਕਗਨੀਸ਼ਨ ਮਿਲਦੀ ਹੈ। ਰਿਪਦਮਨ ਸਿੰਘ ਨਾਭਾ ਜਿਹੜੇ ਕਿ ਉਸ ਵੇਲੇ ਜੇ ਪ੍ਰਿੰਸ ਸੀ, ਕਿਉਂਕਿ ਉਹਨਾਂ ਦੇ ਪਿਤਾ ਹੀਰਾ ਸਿੰਘ ਨਾਭੇ ਦੇ ਤਖਤ ਤੇ ਸੀ, ਪਰ ਹੀਰਾ ਸਿੰਘ ਵੀ ਪਿਓ ਵੀ ਵਿਰੋਧ ਕਰਦਾ ਸੀ ਕਿ ਨਹੀਂ 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 ਅਸੀਂ ਤਾਂ ਜਿਹੜੀ ਸਾਡੀ ਪੁਰਾਤਨ ਰੀਤੀ ਆ ਅੱਗ ਦੀ ਉਹਦੇ ਨਾਲ ਹੀ ਕਰਨੇ ਨੇ। ਔਰ ਜਦੋਂ ਰਿਪਦਮਨ ਸਿੰਘ ਨਾਭਾ ਦੀ ਆਪਣੀ ਭੈਣ ਦਾ ਵਿਆਹ ਆਇਆ, ਇਹਦੇ ਬਾਵਜੂਦ ਕਿ ਰਿਪਦਮਨ ਸਿੰਘ ਨਾਭਾ ਦੀ ਬਦੌਲਤ ਐਫਰਟ ਦੇ ਪ੍ਰੀਵੀ ਕੌਂਸਲ ਬ੍ਰਿਟਨ ਦੇ ਵਿੱਚ ਆਨੰਦ ਮੈਰਿਜ ਐਕਟ 1909 ਪਾਸ ਹੋਇਆ ਸੀ, ਲੇਕਿਨ ਉਹਨਾਂ ਦੀ ਆਪਣੀ ਭੈਣ ਦਾ ਵੀ ਆਨੰਦ, ਕਿਉਂਕਿ ਪਿਓ ਨੇ ਕਿਹਾ ਵੀ ਨਹੀਂ ਅਸੀਂ ਵੇਦੀ ਦੇ ਫੇਰੇ ਕਰਨੇ ਨੇ। ਸੋ ਬਹੁਤ ਚੀਜ਼ਾਂ ਜਦੋਂ ਅਸੀਂ ਅੱਜ ਉਸ ਕੰਟੈਕਸਟ 'ਚ ਦੇਖਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਵੀ ਇਹ ਜਿਹੜੀ ਤਬਦੀਲੀ ਹੁੰਦੀ ਹੈ, ਰਿਫਾਰਮ ਜਿਹਨੂੰ ਕਿਹਾ ਜਾਂਦਾ, ਜਦੋਂ ਇੰਨਾ ਕੁ ਬ੍ਰਾਹਮਣਵਾਦ ਦਾ ਇੰਪੈਕਟ ਹੈ ਕਿ ਨੈਗੇਟਿਵਿਟੀ ਕਿਸ ਹੱਦ ਤੱਕ ਹੈ, ਇਹਦੇ 'ਚ ਇਕੱਲੇ ਕੁੱਕੇ ਹੀ ਨਹੀਂ। ਅਸੀਂ ਜੇ ਆਪਣੇ ਗੁਰਦੁਆਰਿਆਂ ਵੱਲ ਵੀ ਹੁਣ ਨਜ਼ਰ ਮਾਰਾਂਗੇ ਤਾਂ ਫਿਰ ਸਾਨੂੰ ਬ੍ਰਾਹਮਣਿਕਲ ਪ੍ਰੈਕਟਿਸਿਸ ਕਿਵੇਂ ਹੌਲੀ ਹੌਲੀ ਉਹਦੇ 'ਚ ਅਸੀਂ ਵੜਦੇ ਜਾ ਰਹੇ ਹਾਂ। ਫਿਰ ਵੀ ਅਸੀਂ ਆਪਣੇ ਵੀਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਕਮੈਂਟ ਲਿਖਿਆ। ਗੱਲ ਬਹੁਤ ਵਾਰ ਹੁੰਦਾ ਹੈ, ਅਸੀਂ ਕੱਲ ਵੀ ਜਦੋਂ ਇਹ ਗੱਲ ਕੀਤੀ ਕਿ ਕੂਕਾ ਲਹਿਰ ਚੱਲੀ ਤਾਂ ਅਸੀਂ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਰਿਫਾਰਮ ਵੀ ਜੀਵਨ ਜਾਂਚ ਦੇ ਵਿੱਚ ਵੀ, ਪਰ ਅਲਟੀਮੇਟਲੀ ਸਿਆਸੀ ਤੌਰ ਤੇ ਇਹ ਬੁੱਚੜਾਂ ਨੂੰ ਮਾਰਨ 'ਚ ਐਂਡ ਹੋਈ। ਨਾਲ ਦੀ ਨਾਲ ਉਹਨਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਜਿਹੜੇ ਬ੍ਰਾਹਮਣਵਾਦ ਦੇ ਪ੍ਰਭਾਵ ਸੀ ਉਹਨਾਂ ਦੇ ਵਿੱਚ ਫਸੇ, ਔਰ ਬ੍ਰਿਟਿਸ਼ ਇੰਟੈਲੀਜੈਂਸ ਨੇ ਉਹਨਾਂ ਨੂੰ ਦੂਜੇ ਪਾਸੇ ਤੋਰ ਦਿੱਤਾ।
ਜੀ ਮੌਜੂਦਾ ਦੌਰ ਦੇ ਵਿੱਚ ਵੀ ਜੇ ਅਸੀਂ 1984 ਤੋਂ ਬਾਅਦ ਖਾਲਿਸਤਾਨ ਦੀ ਤਹਿਰੀਕ ਨਾਲ ਸੰਬੰਧਿਤ ਜਥੇਬੰਦੀਆਂ ਵੱਲ ਨਜ਼ਰ ਮਾਰੀਏ ਤਾਂ ਫਿਰ ਵੀ ਸਾਨੂੰ ਨਜ਼ਰ ਆਏਗਾ ਕਿ ਭਾਈ ਜਿੱਥੇ ਅਸੀਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਤੁਰੇ ਸੀ, ਅੱਜ ਸਾਡਾ ਇੱਕ ਵੱਡਾ ਤਬਕਾ ਮਰਿਆਦਾ ਦੇ ਇਸ਼ੂ ਦੇ ਉੱਤੇ ਹੀ ਜਿਹੜਾ ਉਹ ਫਸ ਕੇ ਰਹਿ ਗਏ। ਉਹਨਾਂ ਨੂੰ ਉਸ ਤੋਂ ਅੱਗੇ ਜਿਹੜੀ ਅਸਲੀ ਗੁਲਾਮੀ ਹੈ ਉਹ ਨਜ਼ਰ ਨਹੀਂ ਆਉਂਦੀ ਹੈ। ਬਿਲਕੁਲ। ਹੁਣ ਇੱਕ ਬਹੁਤ ਚੰਗੀ ਗੱਲ ਹੈ ਕਿ ਪੰਥਕ ਜਥੇਬੰਦੀਆਂ ਨੇ ਔਰ ਵੱਡੀ ਪ੍ਰੇਰਨਾ ਮੈਂ ਹਮੇਸ਼ਾ ਕਿਸਾਨ ਮੋਰਚੇ ਨੂੰ 13 ਮਹੀਨੇ ਚੱਲਿਆ ਕ੍ਰੈਡਿਟ ਦਿੰਦਾ ਹੈ ਕਿ ਭਾਈ ਦੁਨੀਆ ਭਰ ਦਾ ਸਿੱਖ ਇੱਕ ਨੁਕਤੇ ਦੇ ਉੱਤੇ ਇਕੱਠਾ ਹੋਇਆ। ਇਹਦੇ ਬਾਵਜੂਦ ਮਤਭੇਦ ਸਨ, ਦੁਨੀਆ ਭਰ 'ਚ ਪ੍ਰੋਟੈਸਟ ਵੀ ਹੋਏ, ਫਾਈਨੈਂਸ਼ੀਅਲ ਹੈਲਪ ਵੀ ਹੋਈ, ਦੀਪ ਸਿੱਧੂ ਫੈਕਟਰ, ਪੰਜਾਬ ਦੀ ਨੌਜਵਾਨੀ, ਜਿਹੜਾ ਸਿੱਖ ਕਿਰਸਾਨੀ ਦਾ ਇੱਕ ਦੂਸਰੇ ਪ੍ਰਤੀ ਜਿਹੜਾ ਪਿਆਰ ਔਰ ਜਿਹਦੇ ਨਾਲ ਹਰਿਆਣਾ, ਯੂਪੀ, ਵੈਸਟਰਨ ਯੂਪੀ ਦਾ ਕਿਸਾਨ ਵੀ ਜੁੜਦਾ ਚਲਾ ਗਿਆ, ਇਸ 'ਚੋਂ ਕਾਮਯਾਬੀ ਨਿਕਲੀ। ਇਸ ਦੇ ਨਾਲ ਹੀ ਇਹ ਵੀ ਇੱਕ ਹਕੀਕਤ ਹੈ ਕਿ ਕਿਵੇਂ ਭਾਰਤੀ ਹਕੂਮਤ ਨੇ ਅੱਡ-ਅੱਡ ਕਾਨੂੰਨਾਂ ਥੱਲੇ, ਕਦੇ ਟਾਡਾ, ਕਦੇ ਪੋਟਾ ਔਰ ਹੁਣ UAPA ਦੇ ਥੱਲੇ ਜਿਹੜੇ ਕਾਨੂੰਨ ਇਹਨਾਂ ਨੇ ਬਿਲਕੁਲ ਡੈਮੋਕ੍ਰੇਸੀ ਦੇ ਉਲਟ ਜਾਂਦੇ ਨੇ, ਉਹਨਾਂ ਥੱਲੇ ਜਿਨ੍ਹਾਂ ਨੂੰ ਤੇ ਟਰਾਇਲ ਚਲਾਏ ਉਹ ਆਪਣੀਆਂ ਸਜ਼ਾਵਾਂ ਵੀ ਭੋਗ ਚੁੱਕੇ ਨੇ। ਔਰ ਇਹਨਾਂ ਨੂੰ ਬੇਸ਼ੱਕ ਬੰਦੀ ਸਿੰਘ ਲਫ਼ਜ਼ ਜ਼ਿਆਦਾ ਪਪੂਲਰ ਕਰ ਦਿੱਤਾ ਗਿਆ, ਪਰ ਮੈਂ ਇਹਨਾਂ ਨੂੰ ਸਿੱਖ ਸਿਆਸੀ ਕੈਦੀ ਕਹਿਣਾ ਪਸੰਦ ਕਰਦਾ, ਕਿਉਂਕਿ ਇਹ ਜਿਹੜੀ ਵਾਰ ਇੰਡੀਅਨ ਸਟੇਟ ਨੇ ਸਾਡੇ ਤੇ ਵੇਜ ਕੀਤੀ ਜੂਨ ਦੇ ਪਹਿਲੇ ਹਫਤੇ, ਇਹ ਉਹਦਾ ਵਿਰੋਧ ਕਰਨ ਵਾਲੇ ਸਿਆਸੀ ਜਿਹੜੇ ਕੈਦੀ ਨੇ, ਕਿਉਂਕਿ ਵਾਰ ਦੇ ਵਿੱਚ ਜਿਹੜਾ ਇਹ ਉਸ ਨੂੰ ਇਹ ਕੈਦੀ ਬੰਦੀ ਜਾਂ ਦੂਜਾ ਇਹ ਤਾਂ ਕਿਉਂਕਿ ਸਟੇਟ ਦੇ ਕੋਲ ਪਾਵਰ ਹੈ, ਉਹਨਾਂ ਨੇ ਆਪਣੇ ਟਰਾਇਲ ਚਲਾਏ, ਲੇਕਿਨ ਉਹਨਾਂ ਦੇ ਈਵਨ ਜੁਰਿਸਡਿਕਸ਼ਨ ਦੇ ਥੱਲੇ ਜਾਂ ਉਹਨਾਂ ਦੀ ਜੁਰਿਸਪ੍ਰੂਡੈਂਸ ਦੇ ਥੱਲੇ ਵੀ ਜੋ ਸਜ਼ਾਵਾਂ ਅਦਾਲਤਾਂ ਨੇ ਦਿੱਤੀਆਂ ਉਹ ਪੂਰੀਆਂ ਕਰਨ ਦੇ ਬਾਵਜੂਦ 25-25 30-30 ਸਾਲ ਤੋਂ ਉਹਨਾਂ ਨੂੰ ਜਿਹੜਾ ਪ੍ਰਿਜ਼ਨਰ ਆਫ ਕੌਨਸ਼ੀਅੰਸ ਬਣਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਕਿ ਭਾਈ ਕਿਉਂ ਨਾ ਕੌਮੀ ਤੌਰ ਦੇ ਉੱਤੇ ਇੱਕ ਸਾਂਝਾ ਫਰੰਟ ਬਣਾ ਕੇ ਇਹ ਜਿਹੜਾ ਇਹਨਾਂ ਦੀ ਰਿਹਾਈ ਲਈ ਮੋਰਚਾ ਲਾਇਆ ਜਾਏ। ਮੋਰਚਾ ਉਹ ਲੱਗ ਚੁੱਕਾ ਹੈ 7 ਜਨਵਰੀ ਤੋਂ, ਉਸ ਨੂੰ ਜਿਹੜਾ ਹੈ ਉਹ ਕੌਮੀ ਮੋਰਚੇ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ, ਕੌਮੀ ਇਨਸਾਫ ਮੋਰਚਾ। ਹੁਣ ਇਸ ਪੀਰੀਅਡ 'ਚ ਇੱਥੋਂ ਤੱਕ 7 ਜਨਵਰੀ ਨੂੰ ਲਾਉਣ ਤੋਂ ਪਹਿਲਾਂ 2-3 ਮਹੀਨੇ ਕਾਫੀ ਜਿਹੜੇ ਆਰਗੇਨਾਈਜ਼ਰ ਨੇ ਇਸ ਦੇ ਉਹਨਾਂ ਨੇ ਪ੍ਰਬੰਧ ਕੀਤਾ, ਅੱਡ-ਅੱਡ ਧਿਰਾਂ ਤੱਕ ਪਹੁੰਚ ਕੀਤੀ, 1-to-1 ਮੁਲਾਕਾਤਾਂ ਕੀਤੀਆਂ। ਰਾਮਪੁਰ ਖੇੜਾ 'ਚ ਜਿਹੜਾ ਇੱਕ ਵੱਡਾ ਸੈਸ਼ਨ ਵੀ ਹੋਇਆ, 2 ਦਿਨ ਚੱਲਿਆ, TV 84 ਨੇ ਉਸ ਨੂੰ ਲਾਈਵ ਕਵਰ ਵੀ ਕੀਤਾ ਸੀ। ਉਸ ਤੋਂ ਬਾਅਦ ਇਹ ਸ਼ੁਰੂਆਤ ਹੋਈ। ਹੁਣ ਕਿਉਂਕਿ ਅਸੀਂ ਤਾਂ ਉਹਨਾਂ ਦੇ ਉਸ ਕਿਸਮ ਦੀ ਜਿਹੜੀ ਹੈ ਉਹ ਅੰਦਰੂਨੀ ਕੀ ਹੈ ਜਾਂ ਕੀ ਨਹੀਂ, ਲੇਕਿਨ ਉਹਦੇ 'ਚ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਭਾਈ ਇਹ 3-4 ਅੱਡ-ਅੱਡ ਮੋਰਚੇ ਲੱਗੇ ਹੋਏ ਨੇ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਇੱਕ ਗਰੁੱਪ ਜਿਹੜਾ ਉਹ ਕਰ ਰਿਹਾ ਸੀ, ਦੂਜੇ ਪਾਸੇ ਬਰਗਾੜੀ, ਬਹਿਬਲ ਕਲਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਇਆ ਤੇ ਗੋਲੀ ਕਾਂਡ, ਉਹਦਾ ਇਨਸਾਫ ਲੈਣ ਲਈ, ਔਰ ਤੀਸਰਾ ਜ਼ਾਹਰ ਹੈ ਕਿ ਬੰਦੀ ਸਿੰਘਾਂ ਦਾ। ਸੋ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਜੁਆਇਨ ਕਰਕੇ ਕਿਹਾ ਕਿ ਜੀ ਇਹ ਮੋਰਚੇ ਇੱਥੋਂ ਹਟਾ ਕੇ ਔਰ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਮੋਰਚਾ ਲਾਇਆ ਜਾਏ। ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਸਰ ਗੁਰਬਖਸ਼ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਇਸ ਦੇ ਉੱਤੇ ਭੁੱਖ ਹੜਤਾਲ ਕੀਤੀ, ਚੁੱਕਿਆ, ਕੁਛ ਨੂੰ ਪੈਰੋਲ ਵੀ ਮਿਲੀ, ਫਿਰ ਉਹਨਾਂ ਨੇ ਵਿੱਚੋਂ ਛੱਡ ਦਿੱਤਾ, ਫਿਰ ਦੁਬਾਰਾ ਉਹ ਆਏ ਜਦੋਂ ਉਹਨਾਂ ਨੂੰ ਲੱਗਾ ਵੀ ਮੇਰੇ ਤੋਂ ਗਲਤੀ ਹੋਈ, ਦੁਬਾਰਾ ਤਾਂ ਉਹਨਾਂ ਨੇ ਸ਼ਹਾਦਤ ਪਾਈ, ਉੱਚੇ ਬੁਰਜ ਤੋਂ ਉਹਨਾਂ ਨੇ ਛਾਲ ਮਾਰੀ। ਔਰ ਲੇਕਿਨ ਇਹਦੇ ਨਾਲ ਫੋਕਸ ਇਹ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਹੈ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਇਸ ਮੁੱਦੇ ਦੇ ਉੱਤੇ ਪਹਿਲੀ ਫੋਕਸਿੰਗ ਕੀਤੀ। ਫਿਰ ਬਜ਼ੁਰਗ ਸੂਰਤਾ ਸਿੰਘ ਜਿਹੜੇ ਅਮਰੀਕਾ ਚੋਂ ਜਾ ਕੇ ਉੱਥੇ ਵਰਤੇ ਬੈਠੇ ਔਰ ਬਿਲਕੁਲ ਹੱਡੀਆਂ ਦੀ ਮੁੱਠ ਬਣੇ, ਉਹਨਾਂ ਦੀਆਂ ਪਿਕਚਰਸ ਵੀ ਆਉਂਦੀਆਂ ਰਹੀਆਂ। ਹੁਣ ਉਹਨਾਂ ਨੇ ਵੀ ਵਰਤ ਛੱਡਿਆ ਹੈ ਕਿ ਵੀ ਕਿਉਂਕਿ ਹੁਣ ਕੌਮ ਜਾਗਰੂਕ ਹੈ ਔਰ ਉਹਨਾਂ ਨੇ ਮੋਰਚੇ ਨੂੰ ਹਮਾਇਤ ਦਿੰਦੇ ਆ ਆਪਣਾ ਜਿਹੜਾ ਉਸ ਵਰਤ ਨੂੰ ਛੱਡਿਆ। ਇਸ ਸਾਰੇ ਦੇ ਨਾਲ ਜਿਹੜਾ ਪਾਰਟ ਹੁਣ ਚੱਲ ਰਿਹਾ ਔਰ ਜਿਹੜੀ ਘਟਨਾ ਕਰਕੇ ਅਸੀਂ ਇਸ ਸੈਗਮੈਂਟ ਨੂੰ ਵੀ ਕਰ ਰਹੇ ਹਾਂ, ਔਰ ਮੈਨੂੰ ਇਹ ਲੱਗਦਾ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜੇ ਤੁਸੀਂ ਮੁੱਢਲੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਉੱਤੇ ਕਾਬੂ ਨਾ ਪਾਓ ਤੇ ਉਹ ਹੱਥੋਂ ਨਿਕਲ ਜਾਂਦੀਆਂ ਨੇ। ਹੁਣ ਕਿਉਂਕਿ ਜਥੇਦਾਰ ਹਵਾਰਾ ਦਾ ਤਿਹਾੜ ਜੇਲ੍ਹ ਚੋਂ ਸੁਨੇਹਾ ਸਾਰੀ ਕੌਮ ਦੇ ਨਾਲ ਕਿ ਇਸ ਮੁੱਦੇ ਤੇ ਸਾਰੀ ਕੌਮ ਨੂੰ ਇਕੱਠਾ ਕੀਤਾ ਜਾਏ, ਭਾਵੇਂ ਮਤਭੇਦ ਨੇ, ਕਿੰਨੇ ਦਲ ਨੇ, ਕਿੰਨਾ ਹਰ ਇੱਕ ਦੀ ਕਹਾਣੀ ਇੱਕ ਦੂਜੇ ਦੇ ਖਿਲਾਫ ਵੀ ਔਰ ਹੱਕ ਲਈ ਵੀ ਖਲੋਣ ਵਾਲੇ ਹੋਣਗੇ,
ਕਿ ਭਾਈ ਇਹਦੇ ਤੇ ਤਾਂ ਕਿਸੇ ਦੀ ਕੋਈ ਜਿਹੜੀ ਹੈ ਉਹ ਮਤਭੇਦ ਦੀ ਲਾਈਨ ਨਹੀਂ ਹੋਣੀ ਚਾਹੀਦੀ ਵੀ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਉਹਨਾਂ ਨੂੰ ਰਿਹਾ ਕਰੋ। ਸੋ ਇਹਦੇ ਮੁੱਦੇ ਦੇ ਉੱਤੇ ਤੁਸੀਂ ਮੋਰਚਾ ਲਾਓ। 7 ਜਨਵਰੀ ਨੂੰ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਜਿਹੜਾ ਇਹ ਮੋਰਚਾ ਲੱਗਾ ਹੋਇਆ ਜੀ। ਹੁਣ ਇਸ ਦੇ ਵਿੱਚ ਇੱਕ ਘਟਨਾ ਤਾਂ ਪਹਿਲਾਂ 2-3 ਦਿਨ ਪਹਿਲਾਂ ਹੋਈ, ਉਹ ਤਾਂ ਜਿਹੜੀ ਹੈ ਬਹੁਤੀ ਸੁਰਖੀਆਂ 'ਚ ਨਹੀਂ ਰਹੀ ਕਿ ਬਲਜੀਤ ਸਿੰਘ ਦਾਦੂਵਾਲ ਜਿਹੜਾ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹਨੇ ਹਰਿਆਣਾ ਕਮੇਟੀ ਔਰ ਖੱਟੜ ਦੇ ਹੱਥਾਂ 'ਚ ਖੇਡ ਕੇ ਜਾਂ ਦੂਜਾ ਪੰਥ ਦਾ ਨੁਕਸਾਨ ਕੀਤਾ। ਹੁਣ ਇਹੀ ਦਾਦੂਵਾਲ ਹੈ ਜਿਹਨੂੰ 2015 ਦੇ ਸਰਬੱਤ ਖਾਲਸਾ ਜੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ। ਕਿਵੇਂ ਉਹਨੇ ਆਪਣੇ ਸਾਰੇ ਰੋਲ ਨੂੰ ਅਦਾ ਕੀਤਾ ਹੈ, ਇਹ ਇਸ ਵਿਚਾਰ ਦਾ ਵਿਸ਼ਾ ਨਹੀਂ ਹੈ। ਪਰ ਉਹ ਜਦੋਂ ਆਪਣੇ ਸਪੋਰਟਰਸ ਦੇ ਨਾਲ ਆਇਆ ਤੇ ਜ਼ਾਹਰ ਹੈ ਉਹਦੇ ਨਾਲ ਵੀ ਥੋੜਾ ਬਹੁਤ ਜਿਹੜੀ ਹੈ ਉਹ ਗਰਮਾ ਗਰਮੀ ਹੋਈ ਕਿ ਭਾਈ ਹਰਿਆਣੇ 'ਚ ਤੂੰ ਕੀ ਕੀਤਾ ਹੈ ਜਾਂ ਅਦਰਵਾਈਜ਼ ਕੀ ਕੀਤਾ ਹੈ, ਪਰ ਕੋਈ ਹੱਥੋਂ ਪਾਈ ਜਾਂ ਦੂਜਾ ਨਹੀਂ ਹੋਇਆ। ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਆਪਣੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਬੀਤੇ ਕੱਲ ਜਦੋਂ ਕਿ ਉਸ ਮੋਰਚੇ ਦੇ ਵੈਨਿਊ ਤੇ ਪਹੁੰਚਦੇ ਨੇ, ਅੰਦਰ ਚੱਲ ਰਹੀ ਸੀ ਲਾਈਵ ਕਵਰੇਜ ਵੀ ਹੋ ਰਹੀ ਸੀ ਪ੍ਰੋਗਰਾਮ ਦੀ, ਉਹਦੇ 'ਚ ਉਹਨਾਂ ਨੂੰ ਵੈਲਕਮ ਕੀਤਾ ਗਿਆ ਔਰ ਪਾਲਾ ਸਿੰਘ ਜਿਹੜੇ ਫਰਾਂਸ ਤੋਂ ਗਏ ਹੋਏ ਨੇ ਉਹਨਾਂ ਨੇ ਵੀ ਵੈਲਕਮ ਕੀਤਾ ਔਰ ਇਸੇ ਤਰ੍ਹਾਂ ਜਿਹੜੇ ਧਰਮ ਪਿਤਾ ਨੇ ਜਥੇਦਾਰ ਹਵਾਰਾ ਦੇ ਬਾਪੂ ਜੀ ਉਹਨਾਂ ਨੇ ਵੀ ਵੈਲਕਮ ਕੀਤਾ। ਪਰ ਜਦੋਂ ਉਹ ਬਾਹਰ ਨਿਕਲੇ ਆਪਣੇ ਜਥੇ ਦੇ ਨਾਲ ਜਾਂ ਦੂਜੇ ਆਪਣੀਆਂ ਗੱਡੀਆਂ ਵੱਲ ਤੇ ਜ਼ਾਹਰ ਹੈ ਉੱਥੇ ਨੌਜਵਾਨਾਂ ਨੇ ਉਹਨਾਂ ਨੂੰ ਘੇਰਿਆ ਵੀ, ਸਵਾਲ ਵੀ ਪੁੱਛੇ, ਇੱਕ ਅੱਧਾ ਉਹਨਾਂ ਦੀ ਗੱਡੀ ਦੇ ਅੱਗੇ ਵੀ ਲੰਮਾ ਪੈ ਗਿਆ ਔਰ ਕਿਸੇ ਨੇ ਉਹਨਾਂ ਦੀ ਕਾਰ ਦੇ ਸ਼ੀਸ਼ੇ ਵੀ ਤੋੜੇ। ਔਰ ਦੂਸਰਾ ਇਹਨੂੰ ਲੈ ਕੇ ਉਹਨਾਂ ਨੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਅਗਲੇ ਦਿਨ ਕਿ ਭਾਈ ਜੇ ਤੁਸੀਂ ਇਵੇਂ ਹੀ ਕਰਨਾ ਤੇ ਤੁਹਾਡੀ ਹਮਾਇਤ ਕੌਣ ਕਰੇਗਾ, ਵੀ ਅਸੀਂ ਤਾਂ ਕੋਈ ਤੁਹਾਡੇ ਤੋਂ ਕਿਸੇ ਤੋਂ ਕੋਈ ਡਰਨ ਵਾਲੇ ਨਹੀਂ ਹੈ, ਪਰ ਇਹ ਠੀਕ ਨਹੀਂ ਕੀਤਾ। ਹਾਲਾਂ ਇੱਧਰ ਵੀ ਪ੍ਰੈਸ ਕਾਨਫਰੰਸ ਕੀਤੀ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੇ ਕਿ ਭਾਈ ਉਹਨਾਂ ਨੇ ਕੰਡੈਮ ਕੀਤਾ ਇਸ ਘਟਨਾ ਨੂੰ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਵੈਸੇ ਇਹਨਾਂ ਨੂੰ ਸੱਦਿਆ ਨਹੀਂ ਸੀ, ਸਗੋਂ ਜਦੋਂ ਇਹ ਸਾਨੂੰ ਪਤਾ ਲੱਗਾ ਆ ਰਹੇ ਨੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹ ਜਿਹੜੀਆਂ 3 ਮੰਗਾਂ ਨੇ ਮੁੱਖ ਤੌਰ ਤੇ ਉਹਨਾਂ 'ਚ ਇੱਕ ਦਾ ਸੰਬੰਧ ਤੁਹਾਡੇ ਨਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਛਾਪੀਆਂ ਤੁਸੀਂ ਔਰ ਉਹ ਗਾਇਬ ਹੋ ਗਈਆਂ, ਕਿੱਥੇ ਨੇ, ਕੀ ਹੈ, ਪਹਿਲਾਂ ਇਸ ਮਾਮਲੇ ਨੂੰ ਨਜਿੱਠ ਲਓ ਫਿਰ ਆਓ। ਔਰ ਇਸ ਸਾਰੇ 'ਚ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਵੀ ਹਾਲਾਂਕਿ ਇਹਦੇ 'ਚ ਜ਼ਾਹਰ ਹੈ ਵੀ 3 ਧਿਰਾਂ ਨੇ। ਇੱਕ ਪਾਸੇ ਤਾਂ ਸੈਂਟਰ ਦੀ ਹਕੂਮਤ ਹੈ ਕਿਉਂਕਿ ਜਿਹੜੇ ਬੰਦੀ ਸਿੰਘ ਨੇ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ 'ਚ ਵੀ ਨੇ, ਪ੍ਰੋਫੈਸਰ ਭੁੱਲਰ ਦਿੱਲੀ 'ਚ ਹੈ ਔਰ ਦੂਜਾ ਤਿਹਾੜ ਜੇਲ੍ਹ 'ਚ, ਔਰ ਉਹ ਸਾਰੇ ਨਾਲ ਜੁੜਿਆ ਹੋਇਆ ਪਾਰਟ ਹੈ। ਇਸ ਲਈ ਇਹ ਮੋਰਚਾ ਜ਼ਾਹਰ ਹੈ ਸੈਂਟਰ ਗਵਰਨਮੈਂਟ ਦੇ ਖਿਲਾਫ ਫੋਕਸਡ ਰਹਿਣਾ ਚਾਹੀਦਾ ਹੈ। ਫਿਰ ਬਹਿਬਲ ਕਲਾਂ ਜਾਂ ਬਰਗਾੜੀ 'ਚ ਜੋ ਘਟਨਾਵਾਂ ਹੁੰਦੀਆਂ ਨੇ, ਗੋਲੀकांड, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ ਲਾ ਐਂਡ ਆਰਡਰ ਦੇ ਥੱਲੇ, ਉਹਨਾਂ ਨੂੰ ਵੀ ਟਾਰਗੇਟ ਕਰਨਾ ਜ਼ਰੂਰੀ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਇਨੀਸ਼ੀਅਲੀ ਜਦੋਂ ਤੁਸੀਂ ਕੋਈ ਗੱਲ ਸ਼ੁਰੂ ਕਰਨ ਲੱਗਦੇ ਹੋ ਤੁਹਾਨੂੰ ਲੱਗਦਾ ਵੀ ਸਾਰਿਆਂ ਨੂੰ ਨਾਲ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਾਈ ਦਾ ਮੁੱਦਾ ਇਹ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਹੈ। ਹੁਣ ਜਦੋਂ ਤੁਸੀਂ ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲਾਂ ਦਾ ਕੀ ਰੋਲ ਹੈ, ਸ਼੍ਰੋਮਣੀ ਕਮੇਟੀ ਕਿੱਥੇ ਪਹੁੰਚ ਗਈ ਹੋਈ ਹੈ, ਲੇਕਿਨ ਇਹਦੇ ਬਾਵਜੂਦ ਜੇ ਸ਼੍ਰੋਮਣੀ ਕਮੇਟੀ ਦਾ ਆਧਾਰ ਔਰ ਕਿਸਾਨ ਮੋਰਚੇ ਵੇਲੇ ਵੀ ਜੋ ਮਰਜ਼ੀ ਕੋਈ ਕਹੀ ਜਾਣ, ਕਿਸਾਨ ਜਦੋਂ ਪੰਥ ਨੇ ਏਕਤਾ ਦਾ ਸਬੂਤ ਦਿੱਤਾ ਤੇ ਉਹਦਾ ਕੋਈ ਰਿਜ਼ਲਟ ਨਿਕਲਿਆ, ਉਦੋਂ ਵੀ ਗੁਰਦੁਆਰਿਆਂ 'ਚੋਂ ਲੰਗਰ ਦੂਜੀ ਤੀਜੀ ਹਰ ਚੀਜ਼ ਦੀ ਮਦਦ ਹੁੰਦੀ ਰਹੀ। ਈਵਨ ਜੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਸ਼ੁਰੂ ਕੀਤੀ ਖਾਲਸਾ ਵਹੀਰ, ਜਿਹੜਾ ਜੇ ਗੁਰਦੁਆਰਿਆਂ 'ਚ ਕੋਆਪਰੇਸ਼ਨ ਨਾ ਹੋਏ ਤਾਂ ਤੁਸੀਂ ਠਹਿਰਦੇ ਵੀ ਹੋ, ਲੰਗਰ ਦਾ ਵੀ ਪ੍ਰਬੰਧ ਹੈ, ਤੁਹਾਨੂੰ ਵੈਲਕਮ ਵੀ ਕੀਤਾ ਜਾਂਦਾ ਹੈ। ਤੇ ਇਹ ਇਵੇਂ ਹੀ ਈਵਨ ਦੀਪ ਸਿੱਧੂ ਦੇ ਭੋਗ ਵੇਲੇ ਗੁਰਦੁਆਰਾ ਫਤਿਹਗੜ੍ਹ ਸਾਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਹੀ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਸ ਨੂੰ ਸਿਰਫ ਸਿੱਧਤ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੇ ਖਿਲਾਫ ਰੱਖਿਆ ਜਾਂਦਾ ਹੈ, ਇਸ ਮੁੱਦੇ ਦੇ ਉੱਤੇ ਘੱਟੋ ਘੱਟ ਸਾਡੀ ਆਪਣੀ ਡਿਵੀਜ਼ਨ ਨਹੀਂ ਸੀ ਹੁੰਦੀ। ਪਰ ਜੇ ਹੁਣ ਇਹਨੂੰ ਰੱਖਿਆ ਵੀ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਬਜਾਏ ਕੋਈ ਵੀ ਐਲੀਮੈਂਟ, ਹਾਲਾਂ ਮੈਂ ਇਹ ਨਹੀਂ ਕਹਿੰਦਾ ਕਿ ਜੀ ਉੱਥੇ ਕਰਾਉਣ ਵਾਲੇ ਜਿਵੇਂ ਇਹਨਾਂ ਨੇ ਵੀ ਕਿਹਾ ਜੀ ਏਜੰਸੀਆਂ ਦੇ ਬੰਦੇ ਆ ਗਏ, ਹੋ ਵੀ ਸਕਦੇ ਨੇ, ਲੇਕਿਨ ਮੈਨੂੰ ਇਹ ਲੱਗਦਾ ਵੀ ਜਦੋਂ ਜਜ਼ਬਾਤ ਭੜਕੇ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਵੀ ਸਾਡੇ ਲਈ ਜਿਹੜਾ ਉਹ ਇੱਕ ਅਹਿਮ ਮੁੱਦਾ ਹੈ। ਲੇਕਿਨ ਇਹਨਾਂ ਸਭ ਨੂੰ ਜੇ ਹੁਣ ਅਸੀਂ ਕਲੱਬ ਕੀਤਾ ਤੇ ਇਸ ਗੱਲ ਦਾ ਫਿਰ ਆਰਗੇਨਾਈਜ਼ਰਸ ਦੇ ਜ਼ਿੰਮੇ ਹੈ ਕਿ ਉਹ ਧਿਆਨ ਰੱਖਣ ਕਿ ਭਾਈ ਜੇ ਅਸੀਂ ਕੌਮੀ ਹਮਾਇਤ ਦੇ ਨਾਲ ਕੋਈ ਰਿਜ਼ਲਟ ਕੱਢਣਾ ਹੈ ਇਹਦੇ ਚੋਂ, ਤੇ ਜੇ ਆਪਸ ਦੇ ਵਿੱਚ ਅਸੀਂ ਉਲਝਦੇ ਰਹੇ ਤਾਂ ਫਿਰ ਏਜੰਸੀਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ, ਪੁਲਿਸ ਨੂੰ ਵੀ ਮੌਕਾ ਮਿਲ ਜਾਂਦਾ ਹੈ। ਹੁਣ ਕੋਈ ਇਹ 2 ਘਟਨਾਵਾਂ ਤਾਂ ਹੋ ਗਈਆਂ, ਪਹਿਲੀ ਸਿਰਫ ਜ਼ਬਾਨੀ ਕਲਾਮੀ
ਗਰਮ ਗੱਲਾਂ ਦੇ ਨਾਲ ਹੋਈ ਦਾਦੂਵਾਲ ਵੇਲੇ ਜੀ ਔਰ ਇਹਦੇ ਚ ਵਾਇਲੈਂਸ ਵੀ ਹੋਈ ਕਿਉਂਕਿ ਜਦੋਂ ਤੁਸੀਂ ਤੋੜਦੇ ਹੋ ਗੱਡੀ ਔਰ ਦੂਜੀ ਤੀਜੀ ਤੇ ਜੇ ਪੁਲਿਸ ਇੰਟਰਵੀਨ ਕਰਕੇ ਕਹੇ ਜੀ ਹੁਣੇ ਆਪਸ ਚ ਭਿੜਨ ਲੱਗ ਗਏ ਨੇ ਔਰ ਸ਼੍ਰੋਮਣੀ ਕਮੇਟੀ ਦੇ ਔਰ ਦੂਸਰੇ ਵੀ ਕਿਉਂਕਿ ਉਹ ਵੀ ਕਿਹੜੇ ਕਿਸੇ ਪਾਸਿਓਂ ਜਦੋਂ ਇਸ ਕਿਸਮ ਦਾ ਹੁੰਦਾ ਬਾਦਲਾਂ ਦਾ ਵੀ ਸਾਨੂੰ ਪਤਾ ਹੀ ਹੈ ਵੀ ਕਿਸ ਹੱਦ ਤੱਕ ਉਹ ਜਾਂਦੇ ਨੇ ਜੀ ਸੋ ਮੈਨੂੰ ਇਹ ਲੱਗਦਾ ਵੀ ਇਹ ਇੱਕ ਫੀਅਰ ਵੀ ਹੈ ਵਾਰਨਿੰਗ ਵੀ ਹੈ ਚੇਤਾਵਨੀ ਦੇ ਤੌਰ ਤੇ ਕਿ ਭਾਈ ਇਹ ਹੁਣ ਪ੍ਰਬੰਧਕਾਂ ਦੇ ਕੋਲ ਹੈ ਕਿਉਂਕਿ ਬਹੁਤ ਸਾਰੇ ਇਹਦੇ ਚ ਕੰਟਰੋਲ ਕਈ ਵਾਰੀ ਰਹਿੰਦਾ ਨਹੀਂ ਹੁੰਦਾ ਬਿਲਕੁਲ ਔਰ ਅਸੀਂ ਕਿਸਾਨੀ ਲਹਿਰ ਵੇਲੇ ਵੀ ਦੇਖਿਆ ਵੀ ਕਿਸ ਕਿਸਮ ਦਾ ਵਿੱਚ ਬਣ ਜਾਂਦਾ ਸੀ ਜੇ ਉਹਨਾਂ ਨੇ 32 ਜਥੇਬੰਦੀਆਂ ਲੈ ਕੇ ਤੁਰੇ ਸੀ ਕਿੰਨੇ ਸੀ ਜਿਹੜੇ ਆਪਣੇ ਤੌਰ ਦੇ ਉੱਤੇ ਏਜੰਸੀਆਂ ਦੇ ਨਾਲ ਮੋਦੀ ਔਰ ਉਹਨਾਂ ਦੇ ਨਾਲ ਸੰਪਰਕ ਰੱਖ ਰਹੇ ਸੀ ਜੀ ਕਿੰਨੇ ਨੇ ਜਿਹੜੇ ਸਾਹਮਣੇ ਆਏ ਸੀ ਨੌਜਵਾਨ ਦੀਪ ਸਿੱਧੂ ਜਾਂ ਜਿਹੜੇ ਜਿਨ੍ਹਾਂ ਨੇ ਪੂਰੀ ਜਿਨ੍ਹਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਕੱਟ ਕਰਕੇ ਪਾਸੇ ਜਾਂ ਉਹਨਾਂ ਪ੍ਰਤੀ ਜਿਹੜੀ ਹੈ ਉਹ ਗਾਲਾਂ ਵਾਲੀ ਜ਼ੁਬਾਨ ਇਸਤੇਮਾਲ ਕਰ ਰਹੇ ਸੀ ਉਹਨਾਂ ਨੇ ਨੌਜਵਾਨਾਂ ਨੇ ਤਾਂ ਬਹੁਤ ਜਿਹੜਾ ਉਹ ਧੀਰਜ ਰੱਖਿਆ ਨਹੀਂ ਤਾਂ ਆਪਸ ਦੇ ਵਿੱਚ ਹੀ ਟਕਰਾਅ ਹੁੰਦਾ ਪੁਲਿਸ ਦੇ ਕੋਲ ਹੋਣਾ ਸੀ ਜੀ ਇੰਟਰਵੀਨ ਕਰਨ ਦਾ ਮੌਕਾ ਸੋ ਅਸੀਂ ਸਮਝਦੇ ਹਾਂ ਵੀ ਇਸ ਸਭ ਦੇ ਬਾਵਜੂਦ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਉੱਥੇ ਕਿਵੇਂ ਦਾ ਮਾਹੌਲ ਬਣ ਗਿਆ ਸੀ ਸੋ ਇਸ ਵੇਲੇ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਇਸ ਦੀ ਹਮਾਇਤ ਦੁਨੀਆ ਭਰ ਦੇ ਵਿੱਚ ਕਾਫੀ ਬਣਦੀ ਜਾ ਰਹੀ ਹੈ ਔਰ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੀ ਪ੍ਰੈਸ ਰਿਲੀਜ਼ ਵੀ ਮੇਰੇ ਸਾਹਮਣੇ ਹੈ ਕਿ ਬੀਤੇ ਕੱਲ ਹਾਲਾਂਕਿ ਮੈਂ ਜ਼ਿਕਰ ਕੀਤਾ ਸੀ ਕੱਲ ਦੇ ਪ੍ਰੋਗਰਾਮ 'ਚ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਰਮਨੀ ਫਰਾਂਸ ਹਾਲੈਂਡ ਇਟਲੀ ਬੈਲਜੀਅਮ ਸਪੇਨ ਇਹਨਾਂ ਮੁਲਕਾਂ ਤੋਂ 164 ਨੁਮਾਇੰਦਿਆਂ ਨੇ ਕੱਲ ਟੈਲੀ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸੀ ਔਰ ਇਹ ਫੋਕਸ ਕੌਮੀ ਇਨਸਾਫ ਮੋਰਚੇ ਦੇ ਉੱਤੇ ਔਰ ਉਹਨਾਂ ਨੇ ਇਹ ਕਾਲ ਦਿੱਤੀ ਹੈ ਕਿ 26 ਜਨਵਰੀ ਦਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਏ ਔਰ ਅੱਜ ਹੀ ਮੇਰੀ ਗੱਲ ਭਾਈ ਨਰਿੰਦਰ ਸਿੰਘ ਨਾਲ ਕੱਲ ਵੀਰ ਬਲਵਿੰਦਰ ਸਿੰਘ ਚੱਠਾ ਜੀ ਨਾਲ ਹੋਈ ਵਾਸ਼ਿੰਗਟਨ ਡੀਸੀ ਦੇ ਵਿੱਚ ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਹੋਏਗਾ ਔਰ ਜਿਹੜੀ ਇਸ ਟੈਲੀ ਕਾਨਫਰੰਸ ਤੋਂ ਹੈ ਮੇਰਾ ਖਿਆਲ ਹੈ ਕਾਲ ਇਹੀ ਹੈ ਕਿ ਸਾਰੇ ਪਾਸੇ ਕੌਂਸੂਲੇਟਸ ਔਰ ਹਾਈ ਕਮਿਸ਼ਨ ਜਿੱਥੇ ਜਿੱਥੇ ਨੇ ਉਹਨਾਂ ਦੇ ਬਾਹਰ ਪ੍ਰੋਟੈਸਟ ਹੋਣ ਨਿਊਯਾਰਕ 'ਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ ਸ਼ਿਕਾਗੋ ਵੀ ਹਿਊਸਟਨ ਵੀ ਸੈਨ ਫਰਾਂਸਿਸਕੋ ਵੀ ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਭਾਈ ਜਿੱਥੇ ਜਿੱਥੇ ਵੀ ਇਹ ਪਾਰਟਿਸਿਪੇਟ ਕਰੋ ਪਰ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਉੱਥੇ ਲੀਡਰਸ਼ਿਪ ਦਾ ਔਰ ਜਦੋਂ ਇਹਨਾਂ ਦੀ ਲੀਡਰਸ਼ਿਪ ਵੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਔਰ ਮੈਂ ਦੇਖ ਰਿਹਾ ਸੀ ਕਿ ਜਦੋਂ ਇੱਕ ਸੱਜਣ ਬੋਲ ਰਿਹਾ ਹੈ ਉਹ ਅਜੇ ਐਂਡ ਨਹੀਂ ਕਰਦਾ ਦੂਜਾ ਪਿੱਛੋਂ ਕੁਝ ਕਹਿ ਰਿਹਾ ਹੁੰਦਾ ਤੀਜਾ ਪਿੱਛੋਂ ਕਹਿ ਰਿਹਾ ਹੁੰਦਾ ਸੋ ਮੈਨੂੰ ਲੱਗਦਾ ਵੀ ਇਹ ਨਾ ਹੋਏ ਕਿ ਫ੍ਰੀ ਫਾਰ ਆਲ ਹੋਏ ਔਰ ਜਿਵੇਂ ਏਜੰਸੀਆਂ ਕਰਦੀਆਂ ਨੇ ਕਿ ਉਹ ਤੁਹਾਡੇ ਡਿਸੀਜਨ ਮੇਕਿੰਗ ਦੇ ਵਾਲੇ ਉਸ ਫੋਰਮ 'ਚ ਵੜ ਜਾਂਦੀਆਂ ਤੇ ਫਿਰ ਨੋ ਮੈਟਰ ਤੁਸੀਂ ਕਿੰਨੀ ਚੰਗੀ ਇੰਟੈਂਸ਼ਨ ਦੇ ਨਾਲ ਸ਼ੁਰੂ ਕੀਤਾ ਅਸੀਂ ਬਰਗਾੜੀ ਮੋਰਚੇ ਦਾ ਹਸ਼ਰ ਦੇਖਿਆ ਕਿ ਬਰਗਾੜੀ ਮੋਰਚਾ 9-10 ਮਹੀਨੇ ਚੱਲਣ ਦੇ ਬਾਵਜੂਦ ਲੱਖਾਂ ਲੋਕਾਂ ਦੀ ਪਾਰਟਿਸਿਪੇਸ਼ਨ ਇਹਨਾਂ ਸਾਰੇ ਮਹੀਨਿਆਂ 'ਚ ਹੋਈ ਅਲਟੀਮੇਟਲੀ ਉਸ ਚੋਂ ਕੀ ਨਿਕਲਿਆ ਕਿਵੇਂ ਇਹ ਜਿਹੜੇ ਸਾਰੇ ਖਿਲਰੇ ਆਪਸ ਦੇ ਵਿੱਚ ਔਰ ਅੱਜ ਤੱਕ ਕੋਈ ਇਹ ਵੀ ਦੱਸਣ ਨੂੰ ਤਿਆਰ ਨਹੀਂ ਕਿ ਅੰਦਰੂਨੀ ਤੌਰ ਤੇ ਕੀ ਹੋਇਆ ਸੋ ਬਾਰ-ਬਾਰ ਇਸ਼ੂਜ਼ ਦੇ ਉੱਤੇ ਮੋਰਚੇ ਲੱਗ ਰਹੇ ਨੇ ਕੌਮ ਫਿਰ ਵੀ ਆਵਾਜ਼ ਸੁਣਦੀ ਆ ਜਾਂਦੀ ਹੈ ਇਹ ਇਸ ਵੇਲੇ ਹੁਣ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਕਿ ਉਹ ਏਜੰਡਾ ਫੋਕਸਡ ਰਹਿਣ ਔਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਕਿਸਮ ਦੀ ਘਟਨਾ ਜਿਹੜੀ ਕਿ ਵਾਇਲੈਂਸ ਵਾਲੀ ਵਾਪਰੀ ਹੈ ਇਹ ਦੁਬਾਰਾ ਨਾ ਵਾਪਰੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਯੂਕੇ ਜਨੇਵਾ ਇਟਲੀ ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ
ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਜੂਨ 84 ਅਤੇ ਨਵੰਬਰ 84 ਸੰਬੰਧੀ ਪੁੱਛੇ ਗਏ ਸਵਾਲਾਂ ਨੂੰ ਬਿਲਕੁਲ ਅਣਗੌਲਿਆ ਕੀਤਾ। ਸੋ ਗੋਲਮੋਲ ਜਵਾਬ ਦਿੰਦਿਆਂ ਇਸ ਦਾ ਮਾਫੀਨਾਮਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਝੋਲੀ 'ਚ ਪਾ ਦਿੱਤਾ। ਸੋ ਇਸ ਦੇ ਨਾਲ ਪੱਗਾਂ ਬੰਨ ਕੇ ਤੁਰਦੇ ਫਿਰਦੇ ਅਖੌਤੀ ਸਿੱਖਾਂ ਨੂੰ ਚੂਲੀ ਪਰ ਜਿਹੜੇ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਲਾਈਵ ਚੈਟ ਦੇ ਉੱਤੇ ਫੇਸਬੁੱਕ ਤੇ ਵੀ ਜੁੜੇ ਸਾਡੇ ਵੀਰਾਂ ਸੋਹਣ ਸਿੰਘ ਮਾਲ, ਭੈਣ ਜੀ ਨਮਨ ਕੌਰ, ਪ੍ਰੋਫੈਸਰ ਧਰਮ ਸਿੰਘ, ਬਲਹਾਰ ਸਿੰਘ ਕੰਗ, ਵੀਰ ਜਸਬੀਰ ਸਿੰਘ ਔਰ ਮਲਕੀਅਤ ਸਿੰਘ, ਪ੍ਰੇਮ ਸਿੰਘ, ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਜਸਬੀਰ ਸਿੰਘ ਉਹਨਾਂ ਨੇ ਕਿਹਾ ਵੀ Indian occupied Sikhs don't expect justice from India, accept more genocide, but only justice, azadi, vote for referendum, Khalistan. और भैन जी नमन कौर ने कहा कि भी तुसी बिल्कुल ठीक है, you are correct, yes it is escapism, ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਸਿਰਫ ਨਾਮ ਜਪਦੇ ਆਂ ਆਪੇ ਹੀ ਖਾਲਿਸਤਾਨ ਬਣ ਜਾਏਗਾ, ਇਹ ਭਗੌੜਾਪਨ ਹੈ। ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਰਾਹੁਲ ਗਾਂਧੀ ਪੰਜਾਬ ਦੇ ਵਿੱਚ ਭਾਰਤ ਜੋੜੋ, ਤੁਸੀਂ ਮੈਨੂੰ ਕਰੈਕਟ ਕਰਦੇ ਹੋ ਵੀ ਮੈਂ ਭਾਰਤ ਛੋੜੋ ਕਹਿੰਦਾ, ਮੈਨੂੰ ਤਾਂ ਅੰਦਰੋਂ ਨਿਕਲਦਾ ਵੀ ਭਾਰਤ ਛੋੜੋ। ਅੱਗੇ ਅੰਗਰੇਜ਼ਾਂ ਨੂੰ ਕਿਹਾ ਸੀ, ਹੁਣ ਹਿੰਦੂਆਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੈ ਉਹ ਪੰਜਾਬ ਛੱਡੋ, ਪੰਜਾਬ ਛੋੜੋ। ਉਹ ਹਿਮਾਚਲ 'ਚ ਪਹੁੰਚ ਗਿਆ ਔਰ ਹਿਮਾਚਲ 'ਚ ਜਾ ਕੇ ਬੀਜੇਪੀ RSS ਉਸ ਦੇ ਖਿਲਾਫ ਵੀ ਜਿਹੜਾ ਹੈ ਉਹ ਕੀਤਾ। ਲੇਕਿਨ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਦੀਆਂ ਕਲਿੱਪਿੰਗਸ ਕਾਫੀ ਵਾਇਰਲ ਹੋ ਰਹੀਆਂ ਸੀ, ਜਿਹਦੇ 'ਚ ਮੀਡੀਆ ਨੂੰ ਫੇਸ ਕਰਦੇ ਆ ਜਦੋਂ ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਕਿ ਭਾਈ ਜੂਨ 84 ਨਵੰਬਰ 84 ਦੀ ਜਿਹੜੀ ਸਿੱਖ ਨਸਲਕੁਸ਼ੀ ਔਰ ਦੂਸਰਾ ਉਸ ਦੇ ਲਈ ਜਿਹੜਾ ਤੁਹਾਡੀ ਮਾਫੀ ਔਰ ਉਸ ਤੇ ਕੀ ਹੈ, ਔਰ ਜਿਵੇਂ ਉਹਨੇ ਜਵਾਬ ਦਿੱਤਾ, ਇੱਕ ਤਾਂ ਦੋ ਹੁੰਦਾ, ਇੱਕ ਤਾਂ ਲਫ਼ਜ਼ ਹੁੰਦੇ ਨੇ, ਇੱਕ ਤੁਹਾਡੀ ਬਾਡੀ ਲੈਂਗੁਏਜ ਹੁੰਦੀ ਹੈ। ਤੁਸੀਂ ਉਹ ਬਰੂਟੈਲਿਟੀ ਔਰ ਇਨਸੈਂਸਿਟਿਵਿਟੀ ਉਹਦੇ ਚਿਹਰੇ ਤੋਂ ਦੇਖ ਸਕਦੇ ਹੋ। ਔਰ ਉਹਨੇ ਬਜਾਏ ਇਹ ਕਹਿਣ ਦੇ ਇਹਦਾ ਜਵਾਬ ਤਾਂ ਸਿੱਧਾ ਕਿ ਜੀ ਬਹੁਤ ਮਾੜਾ ਹੋਇਆ, ਇਸ ਕਿਸਮ ਦਾ ਜਿਹੜਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਅਸੀਂ ਯਕੀਨੀ ਬਣਾਵਾਂਗੇ ਕਿ ਜੇ ਸਾਨੂੰ ਦੁਬਾਰਾ ਪਾਵਰ ਮਿਲੀ ਤਾਂ ਕਦੇ ਵੀ ਕਿਸੇ ਕੌਮ ਦੀ ਨਸਲਕੁਸ਼ੀ ਨਹੀਂ ਹੋਏਗੀ। ਭਾਵੇਂ ਤੁਸੀਂ ਆਪਣੇ ਪਿਓ ਜਾਂ ਦਾਦੀ ਨੂੰ ਨਹੀਂ ਵੀ ਮਾੜਾ ਕਹਿਣਾ ਇੰਨਾ, ਤੇ ਉਹ ਇਸ ਨੂੰ ਵੀ ਇਵੇਂ ਕਹਿ ਕੇ ਉਹ ਕਹਿੰਦਾ ਜੀ ਇਸ ਮੁੱਦੇ ਦੇ ਉੱਤੇ ਤਾਂ ਸਾਡੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਔਰ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਆਪਣੀ ਪੋਜੀਸ਼ਨ ਸਪਸ਼ਟ ਕਰ ਚੁੱਕੇ ਨੇ। ਬਸ ਇੰਨਾ। ਹੁਣ ਇਹਦੇ ਤੋਂ ਔਰ ਮੈਨੂੰ ਕੁਦਰਤੀ ਉਹਦੇ ਆਲੇ ਦੁਆਲੇ ਉਹ ਬਾਜਵਾ ਵੀ ਬੈਠਾ, ਦੂਜਾ ਵੀ ਬੜੇ ਰੰਗ ਬਰੰਗੀਆਂ ਪੱਗਾਂ ਬੰਨੀਆਂ ਹੋਈਆਂ। ਮੈਂ ਕਿਹਾ ਕਿ ਭਾਈ ਇਹ ਉਹ ਇੱਥੇ ਇੱਕ ਵਾਰ ਇਹਨਾਂ ਦਾ ਨਵਾਂ ਜ਼ਮਾਨਾ ਦਾ ਐਡੀਟਰ ਜਗਜੀਤ ਸਿੰਘ ਜਿਹੜਾ ਬਿਲਕੁਲ ਸਰਕਾਰੀ ਬੋਲੀ ਬੋਲਦਾ ਸੀ, ਉਹ ਆਇਆ ਤੇ ਉਹਨੂੰ ਜਿੱਥੇ ਉਹਨੇ ਯੂਨੀਵਰਸਿਟੀ 'ਚ ਬੋਲਣਾ ਸੀ ਉਹਨੂੰ ਪਹਿਲਾਂ ਤਾਂ ਵੈਸੇ ਹੀ ਸ਼ਟ ਅਪ ਕਰਦੇ ਰਹੇ, ਅਸੀਂ ਵੀ ਸਾਰਾ ਗਰੁੱਪ ਪਹੁੰਚ ਗਏ ਉੱਥੇ, ਤੇ ਬਾਅਦ 'ਚ ਉਹਨਾਂ ਨੇ ਆਪਣੇ ਮਾਰਸ਼ਲ ਵਗੈਰਾ ਸੱਦ ਲਏ। ਹੁਣ ਉਹ ਤੁਹਾਨੂੰ ਬੋਲਦੇ ਤਾਂ ਬਾਹਰ ਕੱਢਦੇ ਸੀ। ਫਿਰ ਅਸੀਂ ਕੀਤਾ, ਅਸੀਂ ਕਿਹਾ ਵੀ ਇਸ ਤਰ੍ਹਾਂ ਕਰੋ ਵੀ ਬੋਲਣਾ ਨਹੀਂ। ਉਹ ਹੁਣ ਜਿੱਧਰ ਵੀ ਜਿੰਨੇ ਵੀ ਬੈਠੇ ਨੇ ਵੀ ਜਦੋਂ ਉਹ ਇੱਧਰ ਦੇਖਦਾ ਹੈ ਵੀ ਐਂ ਕਰਕੇ ਨਾ ਨੱਕ ਐਂ ਡੋਬ ਲਓ, ਹੱਥ ਐਂ ਰੱਖ ਲਓ, ਉਹ ਸਾਰੇ ਜਿੱਧਰ ਦੇਖੇ ਉਹ ਕਿ ਵੀ ਚੁੱਲੂ ਪਰ ਪਾਣੀ 'ਚ ਡੁੱਬ ਮਾਰ। ਉਹ ਐਸਾ ਉਹਨੂੰ ਇੱਕ ਗੱਲ ਕਰਨ ਲੱਗੇ ਜਿੱਧਰ ਨਜ਼ਰ ਮਾਰੇ ਉਹ ਐਂ ਹੱਥ ਕਰਦੇ ਐਂ ਕਰਦੇ, ਉਹਦਾ ਉਹ ਹਾਲ ਕੀਤਾ। ਮੈਂ ਕਿਹਾ ਕਈ ਵਾਰੀ ਲਫ਼ਜ਼ਾਂ ਨਾਲੋਂ ਇਹ ਗੱਲ ਆਪਣੇ ਆਪ 'ਚ ਹੀ ਮੈਸੇਜ ਮਿਲਿਆ ਔਰ ਉਹ ਅੱਧ ਜੇ 'ਚ ਛੱਡ ਕੇ ਭੁੱਲ ਭੱਲ ਵੀ ਗਿਆ ਕੀ ਬੋਲ ਰਿਹਾ ਸੀ। ਉਹ ਦੂਜਾ ਜਿਹੜਾ ਉਹ ਉਹਨੂੰ ਭੱਜਣ ਤੇ ਮਜਬੂਰ ਹੋਣਾ ਪਿਆ। ਸੋ ਮੈਂ ਬਹੁਤ ਵਾਰ ਦੇਖਦਾ ਵੀ ਇਹਨਾਂ ਨੂੰ ਹੁਣ ਜੇ ਇਹਨਾਂ ਦੀਆਂ ਅੱਖਾਂ ਤੋਂ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਕੋਈ ਹੋਰ ਨਹੀਂ ਆਉਂਦਾ, ਇਹ ਤਾਂ ਇਹਨਾਂ ਨੂੰ ਇਹ ਵੀ ਕੀਤਿਆਂ ਕੀ ਸਮਝ ਆਣਾ। ਲੇਕਿਨ ਮਤਲਬ ਇਸ ਹੱਦ ਤੱਕ ਜਿਸ ਬੰਦੇ ਨੂੰ ਇਹ ਚੁੱਕ ਕੇ ਹੁਣ ਉਹ ਜਿਹੜਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਉਹ ਮੂਸੇਵਾਲਾ ਦਾ ਡੈਡੀ ਹੋਏ, ਕੋਈ ਹੋਰ ਹੋਏ, ਕੌਣ ਕੌਣ ਉੱਥੇ ਜਿਹੜਾ ਪਹੁੰਚਿਆ ਉਹਨਾਂ ਦੀ ਤੁਸੀਂ ਲਿਸਟ ਦੇਖੋ, ਜਿਨ੍ਹਾਂ ਦਾ ਕੋਈ ਨਹੀਂ ਵੀ ਹੈ ਉਹ ਵੀ
ਲੇਕਿਨ ਕਿਸੇ ਨੇ ਉਸ ਨੂੰ ਇਹ ਕਹਿ ਕੇ ਜਦੋਂ ਉਹਨੇ ਇਹ ਵੀ ਕੀਤਾ, ਕਿਸੇ ਨੇ ਕੋਈ ਫਾਲੋਅਪ ਵੀ ਨਹੀਂ ਕੀਤਾ ਕਿ ਵੀ ਤੇਰੀ ਮਨਮੋਹਨ ਸਿੰਘ ਜਾਂ ਦੂਜੇ ਉਹ ਤਾਂ ਤੁਹਾਡਾ ਹੀ ਗੁੱਡਾ ਬਣਿਆ ਹੋਇਆ ਸੀ ਤੇ ਉਹੀ ਗੁੱਡੇ ਤੋਂ ਤੁਸੀਂ ਜੋ ਕਹਾਇਆ ਤੂੰ ਦੱਸ ਕਿ ਵੀ ਕੀ ਹੈਗਾ, ਹੈ ਨਾ। ਸੋ ਇਹ ਬੇਗੈਰਤੀ ਬੇਅਣਖੀ ਹੈ, ਇਸ ਤੋਂ ਵੱਧ ਕੇ ਇਸ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨੇ ਨੇ ਬ੍ਰੇਕ ਹਾਲਾਂ ਜਦੋਂ ਅਜੇ ਉਹ ਪਹੁੰਚਿਆ ਹੀ ਹੈ ਹਿਮਾਚਲ ਤੇ ਉਹ ਮਨਪ੍ਰੀਤ ਬਾਦਲ ਜਿਹੜਾ ਕਦੇ ਪੀਪਲ ਪਾਰਟੀ ਤੇ ਪਤਾ ਨਹੀਂ ਕਿਹੜੀ ਉਹ ਵੀ ਜਾ ਕੇ ਬੀਜੇਪੀ 'ਚ ਜੁਆਇਨ ਕਰ ਗਿਆ। ਉਹਨੇ ਕਿਹਾ ਜੀ ਨਹੀਂ ਇਹ ਕਾਂਗਰਸ ਆਪਸ 'ਚ ਲੜਦੀ ਹੈ ਸਾਰੀ, ਮੈਂ ਨਹੀਂ। ਔਰ ਇਹ ਸਾਰੇ ਜਿਹੜੇ ਨੇ ਵਿਕੇ ਹੋਏ, ਜਿਹੜੇ ਇੱਕ ਪਾਸੇ ਬੀਜੇਪੀ ਵੱਲ ਤੁਰੇ ਹੋਏ ਨੇ ਤੇ ਦੂਜੇ ਬੇਅਣਖੇ ਜਿਹੜੇ ਨੇ ਬੇਗੈਰਤ ਉਹ ਇਹਦੇ ਮਗਰ ਤੁਰੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੰਗਰੇਜ਼ਾਂ ਨੇ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਸੀ। 1950 ਵਿੱਚ ਲਾਗੂ ਕੀਤੇ ਸੰਵਿਧਾਨ ਦੇ ਆਰਟੀਕਲ 25B ਤਹਿਤ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਵਿੱਚ ਨੋਟ ਦਿੱਤਾ ਗਿਆ ਸੀ। ਸੋ ਮਨਮੋਹਨ ਸਿੰਘ ਸਰਕਾਰ ਵੇਲੇ ਕਿਹਾ ਗਿਆ ਸੀ ਕਿ ਸਿੱਖਾਂ ਦੇ ਆਨੰਦ ਕਾਰਜ ਦੀ ਰਜਿਸਟਰੀ ਲਈ ਅੱਡ ਪ੍ਰਬੰਧ ਕੀਤੇ ਜਾਣਗੇ। ਸੋ ਹੁਣ ਭਾਰਤ ਦੇ ਮਾਈਨੋਰਿਟੀਜ਼ ਕਮਿਸ਼ਨ ਨੇ ਕਿਹਾ ਹੈ ਕਿ 2-3 ਸਟੇਟਾਂ ਨੂੰ ਛੱਡ ਕੇ ਭਾਰਤ ਦੀ ਕਿਸੇ ਵੀ ਸਟੇਟ ਨੂੰ ਇਸ ਕਾਨੂੰਨ ਨੂੰ ਲਾਗੂ ਕਰਨ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹਨਾਂ ਨੇ ਇਕਬਾਲ ਸਿੰਘ ਨਾਂ ਦਾ ਜਿਹੜਾ ਬੰਦਾ ਹੈ ਉਸ ਨੂੰ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਵੀ ਬਣਾਇਆ ਪੁਲਸੀਆ। ਉਸ ਨੂੰ ਇਹਨਾਂ ਨੇ ਬੀਜੇਪੀ ਨੇ ਪਾਰਲੀਮੈਂਟਰੀ ਬੋਰਡ ਜਿਹੜਾ ਉਸ ਦਾ ਵੀ ਮੈਂਬਰ ਬਣਾਇਆ। ਅੱਛਾ। ਔਰ ਇਹ ਕਿਉਂਕਿ ਉਹਦੀ ਸਟੇਟਮੈਂਟ ਹੈ, ਇਹ ਉਹਨਾਂ ਦੇ ਲਈ ਵੀ ਜ਼ਰੂਰੀ ਹੈ ਜਿਹੜੇ ਲੋਕ ਸਮਝਦੇ ਨੇ ਕਿ ਜੀ ਦੇਖੋ ਜੇ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਵੀ ਇੱਕ ਦਬਾਅ ਬਣਾ ਕੇ ਰੱਖੀਏ ਗੁੱਡਵਿਲ ਦੇ ਥੱਲੇ ਅਸੀਂ ਇਹ ਹਾਸਲ ਕਰ ਸਕਦੇ ਹਾਂ ਉਹ ਹਾਸਲ ਕਰ ਸਕਦੇ ਹਾਂ। ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਔਰ ਮੈਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਰਿਪੁਦਮਨ ਸਿੰਘ ਨਾਭਾ ਜਿਹੜਾ ਅਜੇ ਪ੍ਰਿੰਸ ਸੀ, ਉਦੋਂ ਬਾਦਸ਼ਾਹ ਨਹੀਂ ਸੀ ਬਣਿਆ, ਉਹਦੇ ਐਫਰਟ ਦੇ ਨਾਲ ਉਹ ਪ੍ਰੀਵੀ ਕਾਉਂਸਲ ਦਾ ਮੈਂਬਰ ਸੀ ਜੀ। ਔਰ ਰਿਪੁਦਮਨ ਸਿੰਘ ਨਾਭਾ ਜਿਹੜਾ ਹੈ ਉਹ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਸਿੱਖਾਂ ਨੂੰ ਦਿੱਤਾ ਹੈ ਉਹਨਾਂ ਦਾ ਸਟੂਡੈਂਟ ਸੀ। ਉਹ ਟਿਊਟਰ ਦੇ ਤੌਰ ਤੇ ਉਹਨਾਂ ਨੇ ਰਿਪੁਦਮਨ ਸਿੰਘ ਨਾਭਾ ਨੂੰ ਟ੍ਰੇਨਡ ਕੀਤਾ ਹੋਇਆ ਸੀ। ਸੋ ਜ਼ਾਹਰ ਹੈ ਕਿ ਰਿਪੁਦਮਨ ਸਿੰਘ ਨਾਭਾ ਜਿਹੜਾ ਉਹ ਸਿੱਖੀ ਵੈਲਿਊਜ਼ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹਨਾਂ ਦੇ ਐਫਰਟ ਨਾਲ 1909 ਦੇ ਵਿੱਚ ਆਨੰਦ ਮੈਰਿਜ ਐਕਟ ਜਿਹੜਾ ਹੈ ਇਹ ਇੱਕ ਪੇਜ ਦੇ ਉੱਤੇ ਹੀ ਉਹਦੇ ਆਉਣ ਵਾਲੇ ਕਲੌਜ਼ ਸੀ, ਪਰ ਇਹ ਰੈਕਗਨੀਸ਼ਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਈਆਂ ਗਈਆਂ 4 ਲਾਵਾਂ ਉਹਨਾਂ ਨੂੰ ਮੈਰਿਜ ਦਾ ਕਾਨੂੰਨੀ ਦਰਜਾ ਹਾਸਲ ਹੈ। ਔਰ ਇਹ ਸਿੱਖਾਂ ਦਾ ਆਨੰਦ ਮੈਰਿਜ ਆਨੰਦ ਕਾਰਜ ਅਸੀਂ ਕਹਿੰਦੇ, ਇਸ ਲਈ ਉਹਨੂੰ ਆਨੰਦ ਮੈਰਿਜ ਐਕਟ ਕਿਹਾ ਗਿਆ ਕਿ ਇਹ ਜਿਹੜਾ ਕਾਨੂੰਨ ਤੌਰ ਦੇ ਉੱਤੇ ਇਸ ਨੂੰ ਮਾਨਤਾ ਹੈ। ਔਰ ਇਹ ਜਾਰੀ ਰਿਹਾ ਜਦੋਂ ਭਾਰਤੀ ਕਨਸਟੀਟਿਊਸ਼ਨ ਬਣਿਆ। ਆਰਟੀਕਲ 25B ਦੇ ਥੱਲੇ ਉਹਨਾਂ ਨੇ ਸਿੱਖਾਂ ਨੂੰ ਬੌਧੀਆਂ ਜੈਨੀਆਂ ਦੇ ਸਮੇਤ ਹਿੰਦੂ ਬਣਾ ਦਿੱਤਾ ਜੀ। 1955 ਤੱਕ ਪਹੁੰਚਦਿਆਂ ਜਿਹੜਾ ਉਹ ਫਿਰ 3-4 ਹੋਰ ਐਕਟ ਬਣਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਮੈਰਿਜ ਐਕਟ, ਕਿਉਂਕਿ ਸਿੱਖ ਬੌਧੀ ਜੈਨੀ ਆਲਰੇਡੀ ਹਿੰਦੂ ਕਲੌਜ਼ ਆਰਟੀਕਲ 25B ਦੇ ਥੱਲੇ ਸੀ। ਸੋ ਉਹਨਾਂ ਦੀਆਂ ਮੈਰਿਜਸ ਵੀ ਹਿੰਦੂ ਮੈਰਿਜ ਐਕਟ ਥੱਲੇ ਰਜਿਸਟਰ ਹੁੰਦੇ। ਹਿੰਦੂ ਸਕਸੈਸ਼ਨ ਐਕਟ, ਜੇ ਤੁਸੀਂ ਆਪਣੀ ਜ਼ਮੀਨ ਟ੍ਰਾਂਸਫਰ ਕਰਨੀ ਹੈ ਆਪਣੇ ਬੱਚਿਆਂ ਦੇ ਨਾਂ ਜਾਂ ਪ੍ਰਾਪਰਟੀ, ਉਹ ਵੀ ਹਿੰਦੂ ਸਕਸੈਸ਼ਨ ਐਕਟ, ਕਿਉਂਕਿ ਤੁਸੀਂ ਹਿੰਦੂ ਹੋ। ਹਿੰਦੂ ਐਡੋਪਸ਼ਨ ਐਂਡ ਮਾਈਨੋਰਿਟੀ ਐਕਟ 'ਚ ਬੱਚਾ ਨਹੀਂ ਹੈ, ਅਸੀਂ ਬੱਚਾ ਅਡਾਪਟ ਕਰਨਾ ਹੈ, ਗਾਰਡੀਅਨਸ਼ਿਪ, ਉਹ ਸਾਰੀ 4-5 ਐਕਟ ਉਹਨਾਂ ਨੇ 1954-55 ਤੱਕ ਹੋਰ ਬਣਾ ਕੇ ਉਹਨਾਂ ਨੇ ਪੱਕੇ ਤੌਰ ਤੇ ਨੂੜ ਦਿੱਤਾ। ਆਨੰਦ ਮੈਰਿਜ ਐਕਟ ਜਿਹੜਾ ਉਹ ਪਿਆ ਵੀ ਰਿਡੰਡੈਂਟ ਹੋ ਗਿਆ।
ਧਰਮ ਯੁੱਧ ਮੋਰਚਾ ਜਦੋਂ 1982 ਦੇ ਵਿੱਚ ਸ਼ੁਰੂ ਹੁੰਦਾ ਹੈ, ਆਨੰਦਪੁਰ ਦਾ ਮਤਾ, ਉਸ ਦੇ ਨਾਲ ਸਿੱਖ ਪਰਸਨਲ ਲਾਅ ਦੀ ਮੰਗ ਵੀ ਚੱਲਦੀ ਹੈ ਕਿ ਸਿੱਖਾਂ ਦਾ ਜਿਵੇਂ ਮੁਸਲਿਮ ਪਰਸਨਲ ਲਾਅ ਇੰਡੀਅਨ ਕਨਸਟੀਟਿਊਸ਼ਨ 'ਚ ਹੈ, ਪਾਰਸੀਆਂ ਦਾ ਹੈ, ਯਹੂਦੀਆਂ ਦਾ ਹੈ, ਈਸਾਈਆਂ ਦਾ ਹੈ, ਇਵੇਂ ਹੀ ਸਿੱਖਾਂ ਦਾ ਵੀ ਹੋਏ। ਪਰ ਉਹ ਤਾਂ ਉਹਨਾਂ ਨੇ ਕੀ ਮੰਨਣਾ ਸੀ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਬਹੁਤੇ ਸਿੱਖਾਂ ਨੂੰ ਦੁਨੀਆ 'ਚ ਪਤਾ ਲੱਗਣੀ ਸ਼ੁਰੂ ਹੋਈ। ਵੈਸੇ ਜਿਹੜੇ ਬਾਹਰ ਰਹਿੰਦੇ ਸਿੱਖ ਸੀ ਉਹਨਾਂ ਨੂੰ ਤਾਂ ਪਤਾ ਹੀ ਸੀ, ਉੱਥੋਂ ਵਾਲਿਆਂ ਨੂੰ ਇਸ ਲਈ ਵੀ ਨਹੀਂ ਸੀ ਪਤਾ ਲੱਗਦਾ ਕਿਉਂਕਿ ਮੈਰਿਜ ਰਜਿਸਟਰ ਕਰਵਾਉਣਾ ਕੋਈ ਜ਼ਰੂਰੀ ਨਹੀਂ ਸੀ, ਇਹ ਤਾਂ ਬਾਅਦ 'ਚ ਲਾਅ ਬਣਿਆ। ਪਰ ਜਿਹੜੇ ਬਾਹਰ ਆਉਂਦੇ ਸੀ ਔਰ ਉਹਨਾਂ ਨੇ ਆਪਣੇ ਟੱਬਰ ਸੱਦਣੇ ਨੇ, ਉਹਨਾਂ ਨੂੰ ਮੈਰਿਜ ਰਜਿਸਟਰ ਕਰਵਾਉਣੀ ਪੈਂਦੀ ਸੀ। ਉਹ ਹਿੰਦੂ ਮੈਰਿਜ ਐਕਟ ਦੇ ਥੱਲੇ ਹੁੰਦੇ ਸੀ ਤੇ ਉਹ ਬੜਾ ਚੁੱਭਦਾ ਸੀ ਕਿ ਵੀ ਤੁਸੀਂ ਤਾਂ ਹਿੰਦੂ ਹੀ ਹੋ, ਇੱਥੇ ਆ ਕੇ ਵੀ ਜੇ ਤੁਸੀਂ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਸੱਦਣਾ ਹਿੰਦੂ ਮੈਰਿਜ ਐਕਟ ਦੇ ਥੱਲੇ। ਸੋ ਇਸ ਗੱਲ ਦਾ ਰੌਲਾ ਪੈਂਦਾ ਚਲਾ ਗਿਆ। ਔਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਮਿਸਟਰ ਮੋਇਲੀ ਜਿਹੜਾ ਉਹ ਲਾ ਮਿਨਿਸਟਰ ਸੀ, ਉਹਨੇ ਹਾਲਾਂਕਿ ਇਹ ਸਿੱਖ ਲੀਡਰਾਂ ਨੂੰ ਕਿਹਾ ਸੀ ਵੀ ਇੱਕ ਵਾਰੀ ਮਨਮੋਹਨ ਸਿੰਘ ਤੋਂ ਕਵਾ ਦਿਓ ਮੈਨੂੰ, ਸਿੱਖ ਪਰਸਨਲ ਲਾਅ ਵੀ ਬਣ ਜਾਏਗਾ ਉਸ ਦਾ ਤੁਸੀਂ। ਪਰ ਮਨਮੋਹਨ ਸਿੰਘ ਦਾ ਮੋਹਨ ਸਿੰਘ ਹੀ ਸੀ, ਉਹੀ ਡਰਦਾ ਵੀ ਹਿੰਦੂ ਫਿਰਕੂ ਨਾ ਕਹਿ ਦੇਣ। ਪਰ ਉਹਦੇ 'ਚ ਇਹ ਹੋਇਆ ਕਿ ਜੀ ਇੱਕ ਸਪੈਸ਼ਲ ਮੈਰਿਜ ਐਕਟ ਬਣਾ ਦਿੱਤਾ ਜਾਏ ਜਿਹਦੇ ਥੱਲੇ ਜੇ ਸਿੱਖ ਆਨੰਦ ਮੈਰਿਜ ਐਕਟ ਦੇ ਥੱਲੇ ਆਨੰਦ ਕਾਰਜ ਆਪਣਾ ਰਜਿਸਟਰ ਕਰਵਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਇੱਕ ਚੋਇਸ ਹੋਏ ਕਿ ਹਿੰਦੂ ਮੈਰਿਜ ਐਕਟ ਤੋਂ ਬਿਨਾਂ ਉਸ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਉਹਨਾਂ ਦੀ ਰਜਿਸਟਰ। ਹੁਣ ਇਹ ਲਾਅ 2012 ਤੱਕ ਪਹੁੰਚਦੇ ਹਾਂ ਬਣ ਜਾਂਦਾ ਹੈ। ਹੁਣ ਹਕੀਕਤ ਕੀ ਹੈ ਜਿਹੜੀ ਸਟੇਟਮੈਂਟ ਅੱਜ ਮਾਈਨੋਰਿਟੀ ਕਮਿਸ਼ਨ ਦੇ ਇਹਨਾਂ ਦੇ ਹੀ ਟੁਚੇ ਬੀਜੇਪੀ ਦੇ ਇਕਬਾਲ ਸਿੰਘ ਨੇ ਦਿੱਤੀ, ਮਾਈਨੋਰਿਟੀ ਪੈਨਲ ਆਸਕ ਸਟੇਟਸ ਟੂ ਇੰਪਲੀਮੈਂਟ ਆਨੰਦ ਮੈਰਿਜ ਐਕਟ, ਫਰੇਮ ਮੈਰਿਜ ਰਜਿਸਟ੍ਰੇਸ਼ਨ ਰੂਲਸ ਫॉर ਸਿੱਖਸ। ਹੁਣ ਉਹ ਇਹ ਕਹਿੰਦਾ ਹੈ ਕਿ 1909 'ਚ ਜਿਹੜਾ ਆਨੰਦ ਮੈਰਿਜ ਐਕਟ ਪਾਸ ਹੋਇਆ ਸੀ ਔਰ ਜਿਹੜਾ 2012 ਦੇ ਵਿੱਚ ਇਹਦੇ ਰੂਲ ਫਰੇਮ ਕਰਨ ਲਈ ਕਿਹਾ ਗਿਆ ਸੀ, ਭਾਰਤ ਦੀ ਕਿਸੇ ਸਟੇਟ ਨੇ ਤਿੰਨਾਂ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਹੈ, ਕੇਰਲ ਹੈ ਤੇ ਦਿੱਲੀ ਹੈ ਜਿਨ੍ਹਾਂ ਨੇ ਰੂਲ ਫਰੇਮ ਕੀਤੇ ਨੇ ਕਿ ਇਹਦੇ ਥੱਲੇ ਰਜਿਸਟਰ ਹੋਏ, ਹੋਰ ਕਿਸੇ ਸਟੇਟ ਨੇ ਇਨਕਲੂਡਿੰਗ ਪੰਜਾਬ ਜਿੱਥੇ ਕਿ ਮੈਕਸਿਮਮ ਸਿੱਖ ਰਹਿੰਦੇ ਨੇ ਇਹ ਕੋਈ ਰੂਲ ਹੀ ਨਹੀਂ ਬਣਾਏ ਹੈ ਕਿ ਭਾਈ ਆਨੰਦ ਮੈਰਿਜ ਐਕਟ ਦੇ ਥੱਲੇ। ਕਿਉਂਕਿ ਜਦੋਂ ਇੱਕ ਤਾਂ ਲਾਅ ਬਣ ਜਾਂਦਾ ਫੈਡਰਲ, ਕਿਉਂਕਿ ਅਲਟੀਮੇਟਲੀ ਸਟੇਟਸ ਨੇ ਗਾਈਡਲਾਈਨਸ ਔਰ ਰੂਲਸ ਬਣਾਉਣੇ ਨੇ ਔਰ ਉਹਨੇ ਕਿਹਾ ਜੀ ਮੈਂ ਸਾਰੀਆਂ ਗਵਰਨਮੈਂਟਾਂ ਨੂੰ ਲਿਖਿਆ ਟੂ ਇੰਪਲੀਮੈਂਟ ਦਾ ਆਨੰਦ ਮੈਰਿਜ ਐਕਟ ਐਂਡ ਫਰੇਮ ਮੈਰਿਜ ਰਜਿਸਟ੍ਰੇਸ਼ਨ ਰੂਲਸ ਫॉर ਸਿੱਖਸ ਅੰਡਰ ਇਟ। ਉਹਨਾਂ ਇਕਬਾਲ ਸਿੰਘ ਲਾਲਪੁਰਾ ਆਪਣੇ ਨਾਂ ਨਾਲ ਲਿਖਦਾ, ਉਹਨੇ ਕਿਹਾ ਜੀ ਅਸੀਂ ਜਿਹੜੀ ਹੈ ਉਹ ਸਾਨੂੰ ਰਿਪਰੈਜ਼ੈਂਟੇਸ਼ਨ ਮਿਲ ਰਹੀਆਂ ਸੀ ਕਿ ਆਨੰਦ ਮੈਰਿਜ ਐਕਟ ਤਾਂ ਜਿਹੜਾ ਇੰਪਲੀਮੈਂਟ ਹੀ ਨਹੀਂ ਹੋ ਰਿਹਾ ਔਰ ਸਿੱਖਾਂ ਨੂੰ ਪ੍ਰੋਬਲਮਸ ਹੋ ਰਹੀਆਂ ਮੈਰਿਜ ਰਜਿਸਟ੍ਰੇਸ਼ਨ ਦੇ ਵਿੱਚ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਈਵਨ ਪੰਜਾਬ ਦੇ ਵਿੱਚ ਵੀ ਹੈਜ਼ ਨੈਵਰ ਮੇਡ ਰੂਲ ਸੋ ਫਾਰ। ਸੋ ਇਹ ਸਾਡੀ ਹਕੀਕਤਨ ਪੋਜੀਸ਼ਨ ਹੈ ਗਰਾਊਂਡ ਦੇ ਉੱਤੇ। ਜਿਹੜੇ ਲੋਕ ਇਹ ਸਮਝਦੇ ਨੇ ਕਿ ਜੇ ਉੱਤੋਂ ਲਾਅ ਬਣ ਵੀ ਜਾਂਦਾ ਹੈ ਤੇ ਅਲਟੀਮੇਟਲੀ ਜਿਹਨਾਂ ਨੇ ਲਾਗੂ ਕਰਨਾ ਜੇ ਉਹਨਾਂ ਦੀ ਦਿਲਚਸਪੀ ਤੁਹਾਨੂੰ ਹਿੰਦੂ ਰੱਖਣ 'ਚ ਹੈ ਤੇ ਉਹ ਤੁਹਾਨੂੰ ਕਿਉਂ ਈਵਨ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਤੁਹਾਡੇ ਜਿਹੜੇ ਨੇ ਉਹ ਰੂਲ ਫਰੇਮ ਕਰਨਗੇ। ਔਰ ਅੱਜ ਮੈਂ ਅੱਜ ਦਾ ਵਿਚਾਰਨਾ ਚਾਹੁੰਦਾ ਕਿਉਂਕਿ ਪਿਛਲੇ 2 ਦਿਨ ਤੋਂ ਅਸੀਂ ਨਾਗਾ ਪਾ ਰਹੇ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ। ਇਸ ਨੂੰ ਅਸੀਂ ਇਸ ਦਾ ਪਹਿਲਾ ਪਦਾ ਕਿਉਂਕਿ ਸਾਰਾ ਹੀ ਸ਼ਬਦ ਇਸ ਦੇ ਵਿੱਚ ਮਲਟੀਪਲ ਥਾਟਸ ਰਨ ਕਰਦੇ ਨੇ ਜਿਹੜੇ ਰਹਾਉ ਦੀ ਪੰਕਤੀਆਂ ਇਸ ਸ਼ਬਦ ਦੇ ਵਿੱਚ ਘੱਟੋ ਘੱਟ ਮੇਰਾ ਖਿਆਲ ਹੈ ਵੀ 5 ਰਹਾਉ ਨੇ। ਇੱਕ ਰਹਾਉ ਵਾਲੀ ਪੰਕਤੀ ਅਸੀਂ ਵਿਚਾਰ ਚੁੱਕੇ ਔਰ ਦੂਸਰਾ ਰਹਾਉ ਜਿਹੜਾ ਹੈ ਉਹ ਮੈਂ ਉਸੇ ਨੂੰ ਉਹਨੇ ਹਿੱਸੇ ਨੂੰ ਵਿਚਾਰਾਂਗਾ। ਸੰਤ ਜਨਾ ਵਿਣ ਭਾਈਆਂ ਹਰ ਕਿਨੈ ਨ ਪਾਇਆ ਨਾਉ, ਵਿੱਚ ਹਉਮੈ ਕਰਮ ਕਮਾਵਦੇ ਜਿਉ ਵੇਸੂਆ ਪੁੱਤ ਨਿਨਾਓ। ਪਿਤਾ ਜਾਤ ਤਾਂ ਹੋਈ ਹੈ ਗੁਰ ਤੁਠਾ ਕਰੇ ਪਸਾਓ, ਵੱਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਓ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ, ਮਨ ਹਰ ਹਰ ਲੱਗਾ ਚਾਓ। ਗੁਰ ਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਪ੍ਰਭ ਨਾਉ। ਰਹਾਓ ਰਹਾਓ ਦੀ ਤੁਕ ਜੇ ਅਸੀਂ ਇਸ ਥਾਟ ਦੇ ਨਾਲ ਜਿਹੜਾ ਕੰਟੀਨਿਊਸ ਥਾਟ ਹੈ ਬਟ ਉਸੇ ਸ਼ਬਦ ਵਿੱਚ ਅੱਡ ਥਾਟ ਨੇ। ਮਨ ਹਰ ਹਰ ਲੱਗਾ ਚਾਓ, ਗੁਰ ਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਉ। ਕਿ ਮੇਰੇ ਮਨ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ ਔਰ ਉਸ ਨੇ ਮੇਰੇ ਅੰਦਰ ਚਾਅ ਪੈਦਾ ਕੀਤਾ ਹੈ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੇ ਮੈਨੂੰ ਪੂਰਾ ਨਾਮ ਦ੍ਰਿੜ ਕਰਵਾਇਆ
ਔਰ ਵਾਹਿਗੁਰੂ ਨਾਲ ਮੇਰਾ ਮਿਲਾਪ ਹੋਇਆ ਹੈ, ਵਾਹਿਗੁਰੂ ਦਾ ਨਾਮ ਮੇਰੇ ਅੰਦਰ ਵਸਦਾ ਹੈ। ਜੀ ਔਰ ਇਹ ਕਿਵੇਂ ਵਸਿਆ? ਸੰਤ ਜਨਾ ਵਿਣ ਭਾਈਆਂ ਹਰ ਕਿਨੈ ਨਾ ਪਾਇਆ ਨਾਉ, ਕਿ ਹੇ ਰੱਬ ਦੇ ਬੰਦਿਓ ਸੁਣੋ, ਮੇਰੇ ਭਰਾਵੋ ਇਸ ਗੱਲ ਨੂੰ ਸੁਣੋ ਕਿ ਬਿਨਾਂ ਭਲੇ ਪੁਰਖਾਂ ਦੀ ਸੰਗਤ ਦੇ, ਸੰਤ ਜਨਾਂ ਦੇ ਸਾਥ ਦੇ, ਗੁਰਮੁਖਾਂ ਦੀ ਸੰਗਤ ਦੇ ਵਾਹਿਗੁਰੂ ਦੇ ਨਾਲ ਮਿਲਾਪ ਸੰਭਵ ਨਹੀਂ ਹੁੰਦਾ। ਕਿਉਂਕਿ ਜਦੋਂ ਅਸੀਂ ਆਪਣੀ ਦੁਨੀਆ ਦੇ ਵਿੱਚ ਰਹਿੰਦੇ ਹਾਂ, ਉਹ ਹਉਮੈ ਦੀ ਦੁਨੀਆ ਵਿੱਚ ਹਉਮੈ ਕਰਮ ਕਮਾਵਦੇ, ਜਿਉਂ ਵੇਸੂਆ ਪੁੱਤ ਨਿਨਾਓ। ਹੁਣ ਇਹ ਬੇਸ਼ੱਕ ਅੱਜ ਦੇ ਲੋਕਾਂ ਨੂੰ ਇੱਕ ਡਿਫਰੈਂਟ ਲੱਗੇਗਾ, ਕਿਉਂਕਿ ਅੱਜ ਤਾਂ ਇੱਕ ਇਸ ਦੇ ਉੱਤੇ ਗੱਲ ਨਹੀਂ ਹੋ ਸਕਦੀ, ਪਰ ਤੁਸੀਂ ਸਮਾਜ ਦੇ ਉਹਨਾਂ ਵਰਗਾਂ ਦਾ ਦੇਖੋ ਜਿਹੜੀਆਂ ਵਿਚਾਰੀਆਂ ਬੀਬੀਆਂ ਨੂੰ ਮਨੁੱਖ ਪ੍ਰਧਾਨ ਸਮਾਜ ਜਿਹੜਾ ਉਹ ਦੁਸ਼ਕਰਮ ਵੱਲ ਧੱਕ ਦਿੰਦਾ ਸੀ, ਵੇਸਵਾ ਉਹਨਾਂ ਨੂੰ ਬਣਾ ਦਿੰਦਾ ਸੀ, ਔਰ ਮਰਦ ਦੀ ਜਿਹੜੀ ਜਿਨਸੀ ਭੁੱਖ ਹੈ, ਹਵਸ ਹੈ, ਉਸ ਦਾ ਉਹ ਸ਼ਿਕਾਰ ਵੀ ਹੁੰਦੀਆਂ ਸੀ, ਉਹਨਾਂ ਦੀ ਅੱਗੋਂ ਔਲਾਦ ਵੀ ਹੁੰਦੀ ਸੀ, ਤੇ ਉਹਨਾਂ ਦਾ ਕੌਣ ਪਿਓ ਕੌਣ ਹੈ ਉਹਨਾਂ ਦਾ, ਔਰ ਉਹ ਸਮਾਜ ਦੇ ਵਿੱਚ ਇੱਕ ਦੁਰਕਾਰੇ ਹੋਏ ਬੱਚੇ ਵਾਂਗ ਹੀ ਆਪਣਾ ਜੀਵਨ ਬਸਰ ਕਰਦੇ ਸੀ। ਕਿਉਂਕਿ ਅਲਟੀਮੇਟਲੀ ਆਈਡੈਂਟੀਟੀ ਤਾਂ ਸਮਾਜ ਦੇ ਵਿੱਚ ਪਿਓ ਦੇ ਨਾਲ ਹੁੰਦੀ ਹੈ, ਪਿਓ ਦੇ ਨਾਂ ਨਾਲ ਹੁੰਦੀ ਹੈ। ਉਹ ਤਾਂ ਬਿਨਾਂ ਪਿਓ ਤੋਂ ਵਿਚਾਰੇ ਇਵੇਂ ਹੀ ਰੁਲੇ ਹੋਏ ਸੀ। ਔਰ ਸ਼ਾਇਦ ਇਹੀ ਕਾਰਨ, ਕਿਉਂਕਿ ਇਹਨਾਂ ਸਮਾਜਾਂ 'ਚ ਵੀ ਇਹਦਾ ਕੰਟੈਕਸਟ ਡਿਫਰੈਂਟ ਰਿਹਾ, ਔਰ ਇਹੀ ਸ਼ਾਇਦ ਕਾਰਨ ਹੈ ਕਿ ਇੱਥੇ ਤੁਸੀਂ ਹੁਣ ਫਾਰਮਾਂ ਦੇ ਵਿੱਚ ਪਿਓ ਦਾ ਨਾਂ ਨਹੀਂ ਭਰਿਆ ਜਾਂਦਾ, ਜਿਹੜਾ ਮੇਡਨ ਮਾਂ ਦਾ ਨਾਂ ਇੰਪੋਰਟੈਂਟ ਹੁੰਦਾ, ਕਿਉਂਕਿ ਇੱਥੇ ਉਹ ਇੱਕ ਡਿਫਰੈਂਟ ਫਾਰਮ 'ਚ ਹੈ। ਕਿਉਂਕਿ 1/3 ਬੱਚੇ ਜਿਹੜੇ ਆਊਟ ਆਫ ਵੈਡਲੌਕ ਪੈਦਾ ਹੁੰਦੇ ਨੇ, 12-13 ਸਾਲ ਦੀਆਂ ਬੱਚੀਆਂ ਤੋਂ 15-16 ਸਾਲ ਤੱਕ, ਔਰ ਉਹ ਖਿਸਕ ਜਾਂਦੇ ਨੇ, ਮੁੜ ਕੇ ਉਹਨਾਂ ਦਾ ਪਤਾ ਵੀ ਨਹੀਂ ਹੁੰਦਾ ਕੌਣ ਹੈ ਕੀ ਹੈ, ਔਰ ਇਸ ਲਈ ਮਦਰਸ ਨੇਮ ਹੁੰਦਾ। ਪਰ ਤੁਸੀਂ ਉਸ ਸਮਾਜ ਵੱਲ ਦੇਖੋ ਜਦੋਂ ਗੁਰੂ ਸਾਹਿਬ ਨੇ ਇਸ ਨੂੰ ਕਿਹਾ ਕਿ ਭਾਈ ਜਿਵੇਂ ਉਹ ਵਿਚਾਰੇ ਵੇਸਵਾ ਦੇ ਧੀ ਪੁੱਤਰ ਜਿਹੜੇ ਨੇ ਉਹ ਬਿਨਾਂ ਨਾਮ ਤੋਂ ਪਿਓ ਦੇ ਰੁਲਦੇ ਨੇ, ਉਹਨਾਂ ਦੀ ਕੋਈ ਸਮਾਜ ਦੇ ਵਿੱਚ ਜਾਂ ਕਿਤੇ ਰੈਕਗਨੀਸ਼ਨ ਨਹੀਂ ਹੁੰਦੀ, ਇਸੇ ਤਰ੍ਹਾਂ ਸਾਡਾ ਪਿਤਾ ਤਾਂ ਨਿਰੰਕਾਰ ਸੀ ਸਾਜਣਹਾਰ, ਤੇ ਜੇ ਅਸੀਂ ਉਸ ਦੇ ਨਾਲ ਨਹੀਂ ਜੁੜੇ, ਉਸ ਤੋਂ ਅਸੀਂ ਵਿੱਥ ਪਾਈ, ਤੇ ਅਸੀਂ ਤਾਂ ਬਿਨਾਂ ਪਿਓ ਤੋਂ ਹੋਏ, ਔਰ ਸਾਡਾ ਦਰਜਾ ਜਾਂ ਰੁਤਬਾ ਫਿਰ ਉਵੇਂ ਹੀ ਹੋਏਗਾ ਜਿਵੇਂ ਉਸ ਰੁਲੇ ਹੋਏ ਬੱਚੇ ਬੱਚੀ ਦਾ। ਪਿਤਾ ਜ਼ਾਤ ਤਾਂ ਹੋਈ ਹੈ, ਗੁਰ ਤੁੱਠਾ ਕਰੇ ਪਸਾਓ, ਕਿ ਜਦੋਂ ਅਸੀਂ ਪਿਓ ਵਾਲੇ ਬਣ ਜਾਂਦੇ ਹਾਂ, ਉਸ ਵਾਹਿਗੁਰੂ ਦੇ ਨੂੰ ਆਪਣੀ ਅਸੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕੇ ਹਾ ਕਾੜਾ ਜੀਓ, ਕਿ ਪਿਤਾ ਜ਼ਾਤ ਤਾਂ ਹੋਈ ਹੈ, ਗੁਰ ਤੁੱਠਾ ਕਰੇ ਪਸਾਓ। ਜਦੋਂ ਅਸੀਂ ਉਸ ਵਾਹਿਗੁਰੂ ਨੂੰ ਆਪਣੇ ਪ੍ਰਤਪਾਲਕ ਪਿਤਾ ਦੇ ਚਰਨ ਫੜ ਲੈਂਦੇ ਆ, ਗੁਰੂ ਸਤਿਗੁਰੂ ਅਕਾਲ ਪੁਰਖ ਟੁੱਟ ਕੇ, ਟੁੱਟ ਹੁੰਦਾ ਹੈ ਇਨ ਹੈਪੀਨੈਸ, ਇਨ ਬਲੈਸਿੰਗ, ਉਹ ਤੁਹਾਡੇ ਤੇ ਰਹਿਮਤ ਕਰਦੇ ਨੇ, ਤੁਹਾਨੂੰ ਉਹ ਬਖਸ਼ਿਸ਼ਾਂ ਬਖਸ਼ਦੇ ਨੇ। ਵੱਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਉ, ਕਿ ਵੱਡੇ ਭਾਗਾਂ ਨੂੰ ਗੁਰੂ ਦੀ ਪ੍ਰਾਪਤੀ ਰਾਹੀਂ ਅਕਾਲ ਪੁਰਖ ਦਾ ਮੇਲ ਹੋਇਆ। ਅਹਨਸ ਹੁੰਦਾ ਦਿਨ ਰਾਤ, ਭਾਉ ਹੈ ਇੱਕ, ਭਾਉ ਪੱਬਾ ਊੜੇ ਨੂੰ ਅੰਕੜ ਹੈ, ਉਹ ਭਾਉ ਡਰ ਹੈ, ਇਹ ਪੱਬੇ ਨੂੰ ਕੰਨਾ ਊੜਾ, ਇਹ ਭਾਉ ਪਿਆਰ ਹੈ। ਕਿ ਉਸ ਵਾਹਿਗੁਰੂ ਦੀ ਰਹਿਮਤ ਸਦਕਾ ਦਿਨ ਰਾਤ ਉਸ ਵਾਹਿਗੁਰੂ ਦੇ ਵਿੱਚ ਸਾਡੀ ਪ੍ਰੀਤ ਲੱਗਦੀ ਹੈ, ਸਾਡਾ ਪਿਆਰ ਲੱਗਦਾ ਹੈ। ਜਨ ਨਾਨਕ ਬ੍ਰਹਮ ਪਛਾਣਿਆ, ਹਰ ਕੀਰਤ ਕਰਮ ਕਮਾਓ। ਚੌਥੇ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਜਦੋਂ ਉਸ ਵਾਹਿਗੁਰੂ ਦਾ ਜਨ ਬਣ ਗਿਆ, ਮੈਨੂੰ ਉਸ ਬ੍ਰਹਮ ਦੀ ਪਛਾਣ ਹੋਈ, ਬ੍ਰਹਮ ਦੇ ਨਾਲ ਮੇਰੀ ਸ਼ਨਾਖਤ ਹੋਈ, ਔਰ ਮੇਰੇ ਅੰਦਰੋਂ ਵਾਹਿਗੁਰੂ ਦੀ ਕੀਰਤ, ਔਰ ਉਸ ਕੀਰਤ ਗਾਉਂਦਿਆਂ ਹੀ ਜ਼ਿੰਦਗੀ ਦੇ ਐਕਸ਼ਨਸ ਕਰਨੇ, ਜ਼ਿੰਦਗੀ ਦੇ ਕੰਮ ਕਰਨੇ, ਇਸ ਦਾ ਮੈਨੂੰ ਵੱਲ ਆਇਆ। ਔਰ ਅਖੀਰ ਉਹੀ ਰਹਾਉ ਦੀ ਤੁਕ, ਮਨ ਹਰ ਹਰ ਲੱਗਾ ਚਾਓ, ਗੁਰ ਪੂਰਾ ਨਾਮ ਦ੍ਰਿੜਾਇਆ, ਹਰ ਮਿਲਿਆ ਹਰ ਪ੍ਰਭ ਨਾਉ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।